ਉਹ ਕਿਸੇ ਦਾ ਪਿਓ ਕੋਈ ਬਣਾਈ ਜਾ ਰਿਹਾ ਤੇ ਅਸੀਂ ਚੁੱਪ ਕਰਕੇ ਸੁਣੀ ਜਾਈਏ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸੁਣੋ, ਰੋਕ ਦਿੱਤਾ ਨਾ, ਉਹਨਾਂ ਨੂੰ ਤੇ ਰੋਕ ਦਿੱਤਾ ਹੈ। ਤੁਸੀਂ ਇਹ ਕਹਿ ਰਹੇ ਹੋ ਕਿ ਜੀ ਉਹ ਕਿਸੇ ਨੂੰ ਸ਼ੂਦਰ ਬਣਾ ਦੇ, ਕਿਸੇ ਨੂੰ ਪਿਓ ਬਣਾ ਦੇ, ਤੁਸੀਂ ਸੁਣੀ ਜਾਓ, ਤੁਸੀਂ ਨਹੀਂ ਬਣਾਉਣਾ, ਤੁਹਾਨੂੰ ਮਨਾ ਹੈ। ਇਹ ਸ਼ੂਦਰ ਤੇ ਮਿਰਜ਼ਾ ਸਾਹਿਬ ਨੇ 1901 ਦੀ ਜਿਹੜੀ ਮਰਦਮਸ਼ੁਮਾਰੀ ਹੈ ਉਹਦੇ ਚ ਉਹਨਾਂ ਆਖਿਆ ਨਾ ਕਿ ਸਾਡਾ ਮਰਦਮਸ਼ੁਮਾਰੀ ਚ ਚੂੜਿਆਂ ਚ ਸਾਡਾ ਜ਼ਿਕਰ ਕਰ ਦਿੱਤਾ, ਦਰਜ ਕਰ ਦਿੱਤਾ। ਮਿਰਜ਼ਾ ਸਾਹਿਬ ਨੇ ਤੁਹਾਨੂੰ ਦੱਸਿਆ ਨਾ, ਮੈਨੂੰ ਨਹੀਂ ਦੱਸਿਆ। ਮੈਂ ਅਲ ਹਕਮ ਅਖਬਾਰ ਚ ਕੱਢ ਕੇ ਵਿਖਾ ਦੇਣਾ। ਨਹੀਂ, ਮੈਂ ਤੁਹਾਡਾ ਸ਼ੁਮਾਰ ਕਿਸੇ ਚ ਕਰਦੇ ਆ, ਤੁਸੀਂ ਉਹ ਹੋ ਜਾਓਗੇ। ਬਈ ਮੈਂ ਨਹੀਂ ਸ਼ੁਮਾਰ ਕਰ ਰਿਹਾ, ਮੈਂ ਕਿਹਾ ਉਹਨਾਂ ਦੀ ਅਖਬਾਰ ਦੇ ਵਿੱਚ ਛਪਿਆ ਕਿ ਜਿਹੜੀ 1901 ਦੀ ਮਰਦਮਸ਼ੁਮਾਰੀ ਹੈ ਉਹਦੇ ਚ ਉਹਨਾਂ ਦਾ ਜਿਹੜਾ ਨਾਂ ਹੈ ਨਾ ਉਹ ਚੂੜਿਆਂ ਦੀ ਲਿਸਟ ਚ ਦਰਜ ਹੋ ਗਿਆ ਸੀ। ਨਹੀਂ ਹੋ ਗਿਆ ਸੀ ਕਿ ਉਹਨਾਂ ਨੇ ਕਰਵਾਇਆ ਸੀ? ਉਹਨਾਂ ਤੇ ਫਿਰ ਆਖਿਆ ਨਾ ਗਲਤ ਹੋ ਗਿਆ, ਅਸੀਂ ਚੂੜੇ ਨਹੀਂ। ਉਹਨਾਂ ਨੇ ਕਿਉਂ ਦਰਜ ਕੀਤਾ ਇਹਨਾਂ ਦਾ ਚੂੜਿਆਂ ਚ? ਇਹ ਬੰਦਾ ਕਹਿ ਰਿਹਾ ਕਿ ਮੈਂ ਜ਼ਮੀਨਦਾਰ ਹਾਂ, ਮਿਰਜ਼ਾ ਸਾਹਿਬ ਰਈਸੇ ਕਾਦੀਆਨ ਨਹੀਂ ਸਨ। ਰਈਸੇ ਕਾਦੀਆਨ, ਮੇਰੀ ਗੱਲ ਸੁਣ, ਆਪਣੇ ਮੂੰਹ ਇਹਦੇ ਕਿੰਨੇ ਪਿੰਡ ਨੇ ਔਰ ਤੇਰੇ ਕਿੰਨੇ ਪਿੰਡ ਨੇ ਚੌਧਰੀ? ਆਪਣੇ ਮੂੰਹ ਨਾਲ ਰਈਸੇ ਕਾਦੀਆਨ ਲਿਖ ਲਓ ਤੇ ਕਿੰਨੇ ਪਿੰਡ ਨੇ ਚੌਧਰੀ? 4 ਪਿੰਡਾਂ 'ਚ ਮੇਰਾ ਰਕਬਾ ਹੈ, ਠੀਕ ਹੈ, ਟੋਟਲ 8 ਮੁਰੱਬੇ ਜ਼ਮੀਨ। ਅੱਛਾ, ਮਿਰਜ਼ਾ ਸਾਹਿਬ ਦੇ ਪਿੰਡਾਂ ਦਾ ਪਤਾ ਹੀ ਕਿੰਨਾ ਰਕਬਾ ਸੀ? ਤੂੰ ਉਹਨਾਂ ਦੇ ਅੱਧੇ ਰਕਬੇ ਦੇ ਬਰਾਬਰ ਵੀ ਨਹੀਂ। ਖਲੋ ਜੋ ਸ਼ੇਖ ਸਾਹਿਬ, ਖਲੋ ਜੋ ਜੀ, ਮਿਰਜ਼ਾ ਸਾਹਿਬ ਦੇ ਖਲੋ ਜੋ ਸ਼ੇਖ ਸਾਹਿਬ ਤੁਸੀਂ ਮਿਰਜ਼ਾ ਸਾਹਿਬ ਦੇ ਰਕਬੇ ਦਾ ਫਰਜ਼ ਲੈ ਆਵੋ ਤੇ ਇਹ ਚੌਧਰੀ ਸਾਹਿਬ ਨੂੰ ਅਸੀਂ ਕਹਿੰਦੇ ਉਹ ਆਪਣੇ ਰਕਬੇ ਦਾ ਫਰਜ਼ ਲੈ ਆਉਂਦਾ, ਲੈ ਆਵੋ। ਚਲੋ ਲੈ ਆਵੇ ਫਰਜ਼, ਫਿਰ ਦੇਖਦੇ ਆ। ਤੁਸੀਂ ਮਿਰਜ਼ਾ ਸਾਹਿਬ ਦੇ ਰਕਬੇ ਦਾ ਫਰਜ਼ ਲੈ ਆਵੋ। ਇਹਨੇ ਕਹਿੰਦਾ ਫਰਜ਼ ਹੈ ਸਾਡੇ ਰਕਬੇ ਦਾ। ਤੁਹਾਡੇ ਕੋਲ ਮਿਰਜ਼ਾ ਸਾਹਿਬ ਦੇ ਰਕਬੇ ਦਾ ਫਰਜ਼ ਹੈ? ਮੈਂ ਕਿਹਾ ਮਿਰਜ਼ਾ ਸਾਹਿਬ ਦੇ ਰਕਬੇ ਦਾ ਫਰਜ਼ ਲੈ ਆਵੋ ਦੇ। ਇਹਨੂੰ ਕੋ ਲੈ ਆਵੇ ਨਾ, ਫਿਰ ਵੇਖਨੇ ਆ। ਮੈਂ ਕਹਿੰਦਾ ਉਹ ਤੇ ਜੇ ਨਾ ਲਿਆਵੇਗਾ तो झूठा पड़ेगा। ਤੁਸੀਂ ਮਿਰਜ਼ਾ ਸਾਹਿਬ ਦੇ ਰਕਬੇ ਦਾ ਫਰਜ਼ ਲੈ ਆਓਗੇ। बात ये है कि एक बंदा आके फजूल बकवास करने लग गया है, आप उसको चढ़ा रहे हो। ਤੁਸੀਂ ਗਾਲਾਂ ਕੱਢਣ, ਤੁਸੀਂ ਆ ਕੇ ਗਾਲ ਕੱਢੀ। ਪਹਿਲੇ ਕਿੰਨੇ ਗੱਲ ਕੀਤੀ ਹੈ? ਪਹਿਲੇ ਕਿੰਨੇ ਗੱਲ ਸ਼ੁਰੂ ਕੀਤੀ ਹੈ? ਉਹ ਇੱਕ ਬੰਦਾ ਹਵਾਲੇ ਨਾਲ ਗੱਲ ਕਰ ਰਿਹਾ। ਹਵਾਲਾ ਕੀ ਹਵਾਲਾ ਗੱਲ ਕਰ ਰਿਹਾ? ਸੁਣੋ ਨਾ, ਤੁਸੀਂ ਕਹਿ ਸਕਦੇ ਹੋ ਵੀ ਇਹ ਗਲਤ ਹਵਾਲਾ ਹੈ, ਇਹ ਹਵਾਲਾ ਸਹੀ ਨਹੀਂ ਹੈ, ਗੱਲ ਗਲਤ ਹੈ ਜਿਹੜੀ ਤੁਸੀਂ, ਲੇਕਿਨ ਤੁਸੀਂ ਗਾਲ ਤੇ ਨਾ ਕੱਢੋ। ਗਾਲ ਤੁਸੀਂ ਪਹਿਲਾਂ ਕੱਢੀ। ਹਾਂ, ਮੈਂ ਬਿਲਕੁਲ ਪਹਿਲੇ ਮੈਂ ਗਾਲ ਕੱਢੀ ਹੈ। ਮੈਂ ਕਿਸੇ ਸ਼ਖਸ ਨੂੰ ਕਹਾਂ ਕਿ ਇਹਦਾ ਪਿਓ ਘਰ ਨਹੀਂ ਸੀ, ਇਹ ਪੈਦਾ ਹੋ ਗਿਆ, ਉਹ ਗਾਲ ਨਹੀਂ ਹੈ ਭਾਈ। ਉਹ ਇੱਕ ਗੱਲ ਤੇ ਕਰਦੇ ਨੇ, ਮੇਰੀ ਗੱਲ ਸੁਣੋ, ਇਹ ਗੱਲ ਤੇ ਡਾਕਟਰ ਹੋਲੀ ਸਪਿਰਿਟ 1000 ਵਾਰੀ ਕਰ ਬੈਠਾ ਆਪਣੀ ਬਰਾਡ। ਮੈਂ ਹੁਣ ਕੁਝ ਕਹਿ ਦੇਵਾਂਗਾ ਤੇ ਚੰਗਾ ਰਹੇਗਾ। ਮੈਂ ਕਹਿੰਦਾ ਉਹਨੂੰ ਫੇਸ ਕਰਨਾ ਚਾਹੀਦਾ, ਉਹਨੂੰ ਜਾ ਕੇ ਜਵਾਬ ਦੇਣਾ। ਹੋਲੀ ਕੁਰਾਨ ਹੈ, ਹੋਲੀ ਸਪਿਰਿਟ ਨੂੰ ਤੁਸੀਂ ਹੋਲੀ ਕੁਰਾਨ ਸਮਝਦੇ ਹੋ? ਇੱਕ ਸਾਹਿਬ, ਅਗਰ ਕੋਈ ਬੰਦਾ ਗਲਤ ਹਵਾਲਾ ਪੜਦਾ ਹੈ, ਅਗਰ ਕੋਈ ਬੰਦਾ ਗਲਤ ਹਵਾਲਾ ਪੜਦਾ ਹੈ ਨਾ, ਨਾਲ ਲਿਖਣ ਨਾਮ ਨਾਲ ਹੋਲੀ ਲਿਖਣ ਨਾਲ ਕੀ ਹੋ ਜਾਂਦਾ? ਬੰਦਾ ਸੱਚਾ ਹੋ ਜਾਂਦਾ ਜਿਹੜਾ ਹੋਲੀ। ਮੈਂ ਤਾਂ ਕਹਿੰਦਾ ਅਗਰ ਇੱਕ ਬੰਦਾ ਗਲਤ ਪਿਆ ਕਹਿੰਦਾ ਹੈ ਤੇ ਉਹਦਾ ਜਵਾਬ ਦੇਈਦਾ, ਗਾਲਾਂ ਨਹੀਂ ਕੱਢੀ। ਇਹਦੀ ਸ਼ਕਲ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਨਸ਼ਈ ਆਦਮੀ ਹੈ ਔਰ ਇਹ ਬਕਵਾਸ ਕਰ ਰਿਹਾ ਹੈ। ਉਹ ਅੱਛਾ, ਕਿਸੇ ਤੇ ਕਹਿੰਦੇ ਨਸ਼ਈ ਹੈ, ਉਹ ਨਾਲ ਦੁਕਾਨ ਵਾਲਾ ਪਿਆ ਕਹਿੰਦਾ ਵੀ ਇਹਨਾਂ ਦੇ ਕਈ ਮੁਰੱਬੇ ਜ਼ਮੀਨ। ਮੁਰੱਬੇ ਵਾਲੇ ਨਸ਼ਾ ਨਹੀਂ ਕਰਦੇ? ਉਹ ਨਸ਼ਈ ਆ, ਮੁਰੱਬੇ ਵਾਲੇ ਨਸ਼ਾ ਨਹੀਂ ਕਰਦੇ। ਤੁਸੀਂ ਵੀ ਕੈਮਰਾ ਖੋਲ ਲਓ ਨਾ, ਫਿਰ ਉਹਦਾ ਜਵਾਬ ਦਿਓ। ਮੈਂ ਉਹਦੇ ਕੋਲੋਂ ਕੈਮਰਾ ਖੁਲਵਾਇਆ। ਚਲੋ ਦੋਵੇਂ ਆਮਣੇ ਸਾਹਮਣੇ ਹੋ ਕੇ ਕੈਮਰਾ ਆਨ ਕਰੋ। ਮੇਰੇ ਮੁਤਾਬਕ ਉਹਨੇ ਕੈਮਰਾ ਖੋਲਿਆ। ਦੋਵੇਂ ਕੈਮਰੇ ਤੇ ਬਹਿ ਕੇ ਸਾਹਮਣੇ ਗੱਲ ਕਰੋ, ਗਾਲਾਂ ਨਹੀਂ ਕੱਢਣੀਆਂ। ਨਹੀਂ, ਮੇਰੇ ਮੁਤਾਬਕ ਉਹਨੇ ਕੈਮਰਾ ਖੋਲਿਆ। ਤੁਸਾਂ ਕੋਈ ਨਸ਼ਈ ਲੱਗਣਾ ਜਨਾਬ, ਉਹ ਤੇ ਕੋਈ ਮਤਲਬ ਕਿਸੇ ਤੁਹਾਡੇ ਨਾਲ ਕੋਈ ਬੰਨਾ ਸਾਜੀ ਇਸ ਬੰਦੇ ਦਾ। ਤੁਹਾਡੀ ਤਾਂ ਅਸੀਂ ਤਾਂ ਗੱਲ ਕਰੋ, ਇਸ ਤਰ੍ਹਾਂ ਗਵਾਹੀ ਦੇ ਰਹੇ ਹੋ ਜਿਸ ਤਰ੍ਹਾਂ ਆਮਣੇ ਸਾਹਮਣੇ ਬੈਠ ਕੇ ਤੇ ਜੋ ਬੰਦਾ ਇਹ ਵੀ ਤਾਂ ਇਸ ਤਰ੍ਹਾਂ ਗਵਾਹੀ ਦੇ ਰਿਹਾ ਮਿਰਜ਼ਾ ਸਾਹਿਬ ਦੀ, ਜਿਵੇਂ ਉਹ ਜੰਮਿਆ ਹੋਇਆ ਸੀ, ਉੱਥੇ ਹੀ ਮੌਜੂਦ ਸੀ, ਇਹਨੇ ਸਾਰਾ ਕੁਝ ਵੇਖਿਆ ਸੀ, ਉਹਦੀ ਗਵਾਹੀ ਮੰਨੀ ਜਾਂਦੇ ਹੋ। ਪੜ੍ਹੇ ਲਿਖੇ ਬੰਦੇ ਜਿਸ ਟਾਈਮ ਬੰਦੇ ਗੱਲ ਕਰਦੇ, ਇੱਕ ਬੰਦਾ ਆ ਕੇ ਚਲਾ ਗਿਆ, ਉਹਦੇ ਮੁਤਾਲਕ ਉਹ ਗਵਾਹੀ ਇੰਝ ਦੇ ਰਿਹਾ ਜਿਵੇਂ ਉਹਦੀਆਂ ਅੱਖਾਂ ਤੋਂ ਪਤਾ ਲੱਗਦਾ ਪਿਆ ਨਸ਼ਈ ਹੈ, ਸ਼ਰਾਬੀ ਆਦਮੀ ਹੈ। ਹੈਲੋ, ਮੈਂ ਨਸ਼ਈ ਨਾ, ਮੈਂ ਸੁਪਾਰੀ ਖਾਣ ਡਿਆ। ਹਾਂ, ਸੁਪਾਰੀ ਅੱਛਾ ਮੇਰੀ ਗੱਲ ਸੁਣੋ, ਮੈਂ ਗੱਲ करे सा हक सच, ठीक है। मैं पूरी स्टोरी मैं ना मुकम्मल नहीं हुई स्टोरी, हाँ शुरू करने लगा मैं। नहीं, विच तेरी स्टोरी भी आएगी, विच तेरी भी स्टोरी आएगी। अच्छा चलो, अंग्रेज कलेक्टर घिन गया होना उसे अपनी क्यादत को। ਉਹਦਾ ਨਾਂ ਕੀ ਸੀ ਅੰਗਰੇਜ਼ ਕਲੈਕਟਰ ਦਾ? उसका नाम विलियम जोन्स ਲੱਗਦਾ ਸੀ ਉਹ। भाई यह बंदा ये सीधे मतलब नमा खुद सख्त पौधा एक नबी तैयार करने सी मुसलमाना ने खिलाफ। अच्छा, खुद सख्त पौधा, ठीक है। ते ये बड़ा करामत आदमी, खुद काश्ता पौधा। चौधरी साहब, खुद काश्ता अकीदा, खुद काश्ता पौधा मिर्जा साहब ने आप लिखे है, मैं खुद काश्ता पौधा हूँ। वही दसन दिया माना कि ये बिल्कुल राजदारी ना, मिशन इम्पॉसिबल 2
राजदारी का मिशन एक मदरसा कायम किया गया जंगल विच, ठीक है। उत्थे मिर्जा साहब तालीम दी गई कुरान और हदीस मुकम्मल। मिर्जा साहब कुछ याद रहा तो कुछ गल्लां भुल गई। बाद मिर्जा साहब जिस अपनी किताबां लिखनी शुरू की, नबूवत ने झूठा दावा किया ने ते किताबां भुल बैने है, क्योंकि अरबी तो उन्हें आनी को नहीं, भुल गई, ठीक है। क्योंकि डॉक्टर इस्माइल रूहानी खजान ने आप दसेना कि मिर्जा साहब को अरबी नहीं आती थी, वो अपनी मर्जी से गलत तर्जमा करके लिख दिया करते थे जो उनके दिल में आता था, ठीक है। मिर्जा साहब भूल गई हर शे, ते मिर्जा साहब खतों किताबा शुरू कर देती, मतलब किताबा लिखना, रूहानी खजान, तज़किरा और दूई त्री जेडी उन्होंने किताब मिर्जा साहब ने लिखी तज़किरा भाई जेडी भी है उन्होंने किताब, ठीक है। रूहानी खजान भी मिर्जा साहब ने कोई नहीं लिखी, इतना टाइम नहीं है वो। पहले अपना इल्म सही करके आ ना। रूहानी खजान मिर्जा साहब की किताब है, ना उन्होंने लिखी ते ना ही तज़किरा उन्होंने किताब है। ਸੈਟ ਕਿਤਾਬਾਂ ਤੇ ਮਿਰਜ਼ਾ ਸਾਹਿਬ ਦੀਆਂ ਨੇ ਨਾ, ਸੈਟ ਬਾਅਦ ਚ ਨਹੀਂ ਛੱਡ ਦਿਓ ਤੁਸੀਂ, ਉਹਦੇ ਮੈਨੂੰ ਉਹਦੇ ਨਾਲ ਕਰਾਂਗੇ ਕਿਉਂ ਉਹਨੂੰ ਤੁਸੀਂ ਐਂਬੂਲੈਂਸ ਬਣਦੇ ਹੋ। अच्छा चलो ਉਹ ਕਹਿ ਰਿਹਾ ਮਿਰਜ਼ਾ ਸਾਹਿਬ ਲਿਖੀ रूहानी खजान, मिर्जा साहब लिखी तज़किरा। अच्छा उन्हें जेडी भी लिखिया जेडी किताबा उन्होंने मां नहीं इस इलम, क्योंकि मैं आज तक नहीं मिर्जा साहब ਤੈਨੂੰ ਮਿਰਜ਼ਾ ਸਾਹਿਬ ਜਿੰਨੀ ਅਰਬੀ ਆਂਦੀ ਜਿੰਨੀ ਉਹਨਾਂ ਨੂੰ ਆਂਦੀ ਸੀ, ਉਹਨਾਂ ਤੇ ਚਲੋ ਲਿਖ ਦਿੱਤੀਆਂ ਨਾ ਕਿਤਾਬਾਂ ਅਰਬੀ ਚ ਵੀ, ਗਲਤ ਲਿਖੀਆਂ ਸਹੀ ਲਿਖੀਆਂ, ਤੂੰ ਗਲਤ ਹੀ ਲਿਖ ਕੇ ਵਿਖਾ ਦੇ ਅਰਬੀ ਚ। हाँ मेरी गल सुनो, अरबी जो बंदा पूछे भाई कैसा हाल होगा, तुम्हारा क्या हाल है, अगो बंदा लिख दे मैं स्कूल जा रहा हूँ। जिंदाबाद चौधरी साहब जिंदाबाद, खुश किया जी। सुनो अगली सुनो कहानी सुनो। ਲੱਗਾ ਜੇ ਪਤਾ ਕੀ ਸ਼ੇਖ ਸਾਹਿਬ ਤੁਸੀਂ ਆਂਦੇ ਹੋ ਅਰਬੀ, ਤੁਹਾਨੂੰ ਆਉਂਦੀ ਹੈ ਨਹੀਂ ਅਰਬੀ? ਕੈਫਾ ਹਾਲ ਹੋਕਾ, कैफा हाल होगा, बस इस तो अगे कोई हाल नहीं है। ਤੁਹਾਨੂੰ ਤੇ ਇੰਨੀ ਵੀ ਨਹੀਂ ਆਉਂਦੀ ਨਾ, ਤੁਹਾਨੂੰ ਤਾਂ ਬਹੁਤ ਆਉਂਦੀ ਨਾ ਚੌਧਰੀ ਸਾਹਿਬ ਨੂੰ। ਮੈਨੂੰ ਨਹੀਂ ਆਉਂਦੀ ਨਾ। अच्छा जी मिर्जा साहब किताबां दी, ਅੱਛਾ ਹੁਣ ਗੱਲ ਸੁਣੋ ਨਾ ਚੌਧਰੀ ਸਾਹਿਬ ਦੀ, ਪੰਗੇ ਨਾ ਲਓ, ਚੌਧਰੀ ਸਾਹਿਬ ਨੂੰ ਗੱਲ ਕਰਨ ਦਿਓ। अच्छा कुछ फॉलोअर्स उन्होंने हो गए, मतलब 10-15 बंदे उन्होंने फॉलो ना करने लग पे। अच्छा ਉਹਨਾਂ ਵਿੱਚ ਇੱਕ ਹਕੀਮ ਨੂਰੁद्दीन भी है, वो पहले उन्होंने बीवी ना आशिक है, मतलब मिर्जा साहब जैसे नहीं होना तो पिछू वहां की कार्रवाई करना है। ਉਹ ਤੇਰੇ ਘਰ ਵਾਲੀ ਕਹਾਣੀ, ਤੇਰੇ ਘਰ ਵਾਲੀ ਕਹਾਣੀ ਦੱਸ ਰਿਹਾ। ਚੌਧਰੀ ਸਾਹਿਬ ਇਹ ਗੱਲਾਂ ਸੈਂਸਰ ਕਰੋ ਮਿਹਰਬਾਨੀ ਚਲੋ ਇਹ ਥੋੜੇ ਜਿਹੇ ਲਫ਼ਜ਼ ਥੋੜੇ ਜਿਹੇ ਨਾ ਗੋਲਮੋਲ ਕਰਕੇ ਗੱਲ ਬਿਆਨ ਕਰ ਲਓ। गोलमोल को अच्छा नुसरत जहां नाल उसने हो गया नजायज तलक, ठीक है। मिर्जा साहब ने गैर मौजूदगी, जिसने मिर्जा साहब मदरसे वहने अंग्रेज वाले मदरसे पिछो वो हकीम साहब नुसरत जहां कौन है, मतलब प्यार मोहब्बत करने ਵਾਲੇ ਲੋਕੀ ਆਂਦੇ ਨੇ ਕਿ ਮਿਰਜ਼ਾ ਸਾਹਿਬ ਦੇ ਮੁਰੀਦਾਂ ਦੇ ਤਲਕ ਨਜਾਇਜ਼ ਸਨ। ਮਿਰਜ਼ਾ ਸਾਹਿਬ ਨੇ ਆਪ ਲਿਖਿਆ है कि लोग कहते हैं कि मेरी बीवी के नजायज तलकात है मेरे मरीदों से, वो आप मिर्जा साहब ने लिखा। ਇਹ ਗੱਲ ਵੀ ਸੱਚੀ ਹੋ ਗਈ, ਤੁਸੀਂ ਵਜ਼ਾਹਤ ਕਰ ਦਿੱਤੀ ਸੱਚੀ। ਅੱਛਾ ਜੀ, ਤੇ ਇਹਨਾਂ ਨੇ ਹੋ ਗਿਆ ਨਜਾਇਜ਼ ਤਲਕ ਹਕੀਮ ਨੂਰੁद्दीन ਨੇ, ਕਿਉਂਕਿ ਹਕੀਮ ਨੂਰੁद्दीन ਤੇ ਮਿਰਜ਼ਾ ਬਸ਼ੀਰ ਦੀ ਸ਼ਕਲ ਬਿਲਕੁਲ ਹੂਬਹੂ ਸੇਮ ਹੈ। ਤੁਸੀਂ ਆਪ ਦੱਸੋ, ਆਪਣੀ ਤਸਵੀਰਾਂ ਲਾਓ ਜੀ, ਲਾਓ ਤਸਵੀਰਾਂ। ਨਹੀਂ ਇਹ ਗੱਲ ਠੀਕ ਹੈ ਕਿ ਬਸ਼ੀਰੁद्दीन ਦੀ ਸ਼ਕਲ ਆਪਣੇ ਵਾਲਦ ਤੇ ਨਹੀਂ ਹੈ, ਇਹ ਗੱਲ ਠੀਕ ਹੈ। ਹਕੀਮ ਨੂਰੁद्दीन ਨਾਲ ਜ਼ਿਆਦਾ ਮਿਲਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। हकीम नूरुद्दीन नाल उन्होंने शक्ल मिलनी। अच्छा जी इन्होंने हो गया नजायज तलक, मतलब मिर्जा साहब ने जेडे फॉलोअर है उन मजा करे, उन आखना भाई चलो फ्री नहीं मिलती। चौधरी तू अपने अब्बे की तस्वीर अच्छा ला रहा, मैं वेखन तेरे अब्बे की तो शक्ल तेरे नाल मिलदी कि नहीं, तेरी भी पता नहीं किसी और नाल ही मिलदी है, किसी मौलवी साहब गुस्सा करन दी बजाय ना मिलदी होवे। शेख साहब मेरी गल सुनो, 80 साल चौधरी दी मेरी गल तो सुनो ना, गल तो सुनो। यहां ते तुसी भी अपनी लाओ ते ਅਸੀਂ ਸਾਧ ਚੌਧਰੀ ਦੀ ਵੀ ਕਹਿੰਦੇ ਆ ਵੀ ਬਜ਼ੁਰਗਾਂ ਦੀ ਵੀ ਲਾ, ਮੈਂ ਵੀ ਆਪਣੀ ਲਾ ਦੇਣਾ, ਮੈਂ ਆਪਣੀ ਫੋਟੋ ਆਪਣੇ ਅੱਬਾ ਜੀ ਦੀ ਵੀ ਲਾ ਦੇਣਾ, ਤੁਸੀਂ ਵੀ ਆਪਣੀ ਲਾਓ, ਕਰੋ ਮੂੰਹ ਸਾਹਮਣੇ। मरजाइयां ही तो ना हो सकती कैमरे के सामने। मेरी गल हुन जो अमर अजीज साहब, मैं आपके साथ डायरेक्ट हो रहा हूं, दूबदू हो रहा हूं, मैं उससे बात कर रहा हूं। मिर्जा साहब नु मान लेना, शक्ल हां जोगा नहीं कर रहा है। मैं उससे बात कर रहा हूं कि भाई वो भी तो अपने बाप की तस्वीर लगाए, वो क्लेम कर रहा है कि जी इसकी शक्ल उसे मिलती थी, अपने बाप की लगा इधर। चौधरी ने ते कमालिया दा तू ये एक बारी मैं वेख्या सी ऐनक पाई हुंदी है डेरे जे। चलो जी कुछ शुरू करने अगो। अच्छा जी मिर्जा साहब जेडे 15-20 फॉलोअर्स है उन मतलब इसी चक्कर ही रोज आऊं। चौधरी और चौधरी तू अपना पता दे, मैं तेनू रियाज फतेहाने दी फैमिली कोलों सीधा करा लेना। और मैं बैठा हूं टोबा टैक सिंह अपने पिंड च, ठीक है। आ जा फतेहानिया नु समझना कि नहीं समझदा, ठीक है। तू छोड़, तू जे पटना तू कर, जेड़ा वड्डा बदमाशी ले आ ओनू। फतेहाने नु समझना कि नहीं, फतेहाने नु
ਉਹ ਤੇ ਕੈਮਰਾ ਆਨ ਕਰਕੇ ਬੈਠੇ ਫਤਿਆਣਾ ਕੇਸ ਹੈ ਇੱਥੇ ਬੁਲਾਓ ਜਿਹੜਾ ਫਤਿਆਣਾ ਹੈ ਪੁੱਛੋ ਇਹਨੂੰ ਪਤਾ ਲੱਗੇਗਾ ਫਤਿਆਣਾ ਕੀ ਹੈ ਕੀ ਹੈ ਫਤਿਆਣਾ ਕਿੱਥੇ ਗਿਆ ਭਾਈ ਫਤਿਆਣਾ ਮਰਜ਼ਾਈਆਂ ਦੇ ਆਖਣ ਤੇ ਮੁਸਲਮਾਨ ਨੂੰ ਕਤਲ ਕਰ ਦੇਗਾ ਮੁਸਲਮਾਨ ਕਰੇਗਾ तेरा कत्ल करेगा ना इससे बड़ी कोई सजा है जान समझ आ गई है ना कैमरा ऑन करके बैठा जान मंजी जान ਵੀਡੀਓ ਬਣਾ ਲਓ ਜਾ ਜਾ ਕੇ ਜਿਹੜੇ ਫਤਿਆਣੇ ਨੂੰ ਦੇਣੀ ਦਿਓ ਫਤਿਆਣਾ अच्छा जी मिर्जा साहब ने फॉलोअर ई काम शुरू कर देता अच्छा अच्छा जी मिर्जा साहब ना करना आखिरी वक्त मतलब किताबा उन्होंने लिखिया कोई फॉलोअर्स उन्होंने बढ़ने के क्योंकि उन्होंने बीवी नुसरत जान बड़ी खूबसूरत है अच्छा उन्होंने फॉलोअर्स बदने आखिरी उन्होंने जिस वक्त आ गया मुख्तलिफ तेरी बीवी बदसूरत है शेख साहब गल करन दो ना डैम तो यार ਉਹਨੂੰ ਪੁੱਛਣ ਦਿਓ ਉਹ ਵਿਚਾਰਾ ਲੋਕਾਂ ਦੀ ਬੀਵੀ ਖੂਬਸੂਰਤ ਕਹਿੰਦੇ ਉਹਦੀ ਲੱਗਦਾ ਆਪਣੀ ਬਦਸੂਰਤ ਹੈ मैं तो आज ही राबता किया एम दी कम्युनिटी कनाडा नाल मां एक घर दो एक बीवी दो एक गड्डी दो मैं कनाडा आना था ਅੱਛਾ ठीक है आज ही राबता किया ਉਹਨਾਂ ਨੇ ਫਿਰ ਕੀ क्यों ਕਿਹਾ नहीं तू ਉਹ ਇਹ ਸ਼ਰਤ ਤੇ ਦਿੰਦੇ ਨੇ ਛੋਕਰੀ ਨੌਕਰੀ ਤੇ ਗੱਡੀ ਦਿੰਦੇ ਨੇ ਇਹ ਸ਼ਰਤ ਤੇ ਵੀ ਤੁਸੀਂ ਮਰਦਾਈ ਹੋ ਜਾਓ ਜੇ ਮੇਰੀ ਗੱਲ ਸੁਣ ਚੌਧਰੀ ਮੈਂ ਮੁਸਲਮਾਨ ਹੋ ਜਾ ਤੂੰ ਮੈਨੂੰ ਆਪਣੀ ਭੈਣ ਦਾ ਰਿਸ਼ਤਾ ਦੇਂਗਾ ਕੋਠੀ ਦੇਂਗਾ ਘਰ ਦੇਂਗਾ ਬੋਲ ਇੱਥੇ ਸਾਰਿਆਂ ਸਾਹਮਣੇ ਯਾਰ ਪਹਿਲਾਂ ਉਹ ਜਿਹੜੀ ਗੱਲ ਉਹਨੇ ਕੀਤੀ ਮੈਂ ਮੁਸਲਮਾਨ ਹੋਣਾ ਹੈ ਮੈਨੂੰ ਦੇਂਗਾ ਆਪਣੀ ਭੈਣ ਦਾ ਉਹਨਾਂ ਤੇ ਰਿਸ਼ਤਾ ਆਫਰ ਹੀ ਨਹੀਂ ਨਾ ਕੀਤੀ ਓਏ ਆਫਰ ਤਾਂ ਮੈਂ ਉਹਨੂੰ ਪੁੱਛ ਰਿਹਾ ਮੈਂ ਕਦੋਂ ਕਰ ਰਿਹਾ ਆਫਰ ਮੈਂ ਉਹਨੂੰ ਪੁੱਛ ਰਿਹਾ ਦੇਂਗਾ ਮੈਂ ਮੁਸਲਮਾਨ ਹੋ ਜਾ ਤੈਨੂੰ ਕੀ ਚਾਹੀਦਾ ਚੋਈ ਸਾਹਿਬ ਨੇ ਆਖਿਆ ਮੈਂ ਕੱਲਾ ਜੰਨਤ ਕਮਾ ਲੇਗਾ ਇਹ ਆਫਰ ਤੇ ਮਰਜ਼ਾਈ ਕਰਦੇ ਨੇ ਨਾ ਚੌਧਰੀ ਆਸਾਦ ਨੇ ਕੋਈ ਆਫਰ ਕੀਤੀ ਤੁਹਾਨੂੰ ਮੈਂ ਉਹਨੂੰ ਕਹਿ ਰਿਹਾ ਨਾ ਯਾਰ ਤੁਹਾਨੂੰ ਕੀ ਮੈਂ ਉਹਨੂੰ ਜੰਨਤ ਕਮਾਉਣ ਲੱਗਾ ਉਹ ਜੰਨਤ ਕਮਾਏਗਾ ਮੈਂ ਮੁਸਲਮਾਨ ਹੋ ਜਾਏਗਾ ਕਲਮਾ ਪੜ ਲਾਂਗਾ ਮਰਜ਼ਾਈ ਆਫਰ ਕਰਦੇ ਨੇ ਮਰਜ਼ਾਈ ਕਹਿੰਦੇ ਨੇ ਆਪਣੀ ਭੈਣ ਦਾ ਰਿਸ਼ਤਾ ਦੇਗਾ ਕੋਠੀ ਦੇਗਾ ਨਾਲ ਗੱਡੀ ਦੇਗਾ ਸ਼ੇਖ ਸਾਹਿਬ ਸੋੜਿਆ ਭੈਣ ਦੀ ਕਿਹੜੀ ਗੱਲ ਯਾਰ ਚੌਧਰੀ ਨਾ ਮੁੱਕਣ ਦੇ ਤੁਹਾਨੂੰ ਕੀ ਹੈ ਤੁਸੀਂ ਗੁੱਜਰ ਹੋ ਉਹ ਚੌਧਰੀ ਮਰਜ਼ਾਈ ਆਫਰ ਨਹੀਂ ਕਰਦੇ ਕੁੜੀਆਂ ਓਏ ਚੌਧਰੀ 10 ਵਾਰ ਕਲਮਾ ਪੜਾਏਗਾ ਤੇ ਭੈਣ ਦਾ ਰਿਸ਼ਤਾ ਦੇਗਾ ਸਭ ਉਹਨੇ ਕੋਈ ਆਖਿਆ ਵੀ ਅਸੀਂ ਭੈਣ ਦਾ ਰਿਸ਼ਤਾ ਮੈਂ ਉਹਨੂੰ ਪੁੱਛ ਰਿਹਾ ਮਰਜ਼ਾਈ ਦੇ ਮੈਂ ਆਖਿਆ ਉਹਨੇ ਆਖਿਆ ਬਈ ਉਹ ਉਹਨੂੰ ਖੁਸ਼ੀ ਨਹੀਂ ਹੋਏਗੀ ਇੱਕ ਬੰਦਾ ਕਾਫਰ ਤੋਂ ਮੁਸਲਮਾਨ ਹੋ ਗਿਆ ਉਹਦੀ ਵਜ੍ਹਾ ਤੋਂ ਭਾਈ ਜਿਹੜਾ ਬੰਦਾ ਮੁਸਲਮਾਨ ਹੁੰਦਾ ਉਹ ਸੁਣ ਲਓ ਨਾ ਸੁਣ ਲਓ ਬੋਲ ਚੌਧਰੀ ਸ਼ੇਖ ਸਾਹਿਬ ਗੱਲ ਤਾਂ ਸੁਣੋ ਜਵਾਬ ਸੁਣੋ ਭੈਣ ਦਾ ਕੋਠੀ ਤੇ ਗੱਡੀ ਤਿੰਨ ਚੀਜ਼ਾਂ ਉਹ ਮੈਂ ਜਵਾਬ ਦੇਣਾ ਸ਼ੇਖ ਸਾਹਿਬ ਤੁਸੀਂ ਨਹੀਂ ਦੇਣਾ ਉਹ ਗੱਲ ਸੁਣੋ ਜਿਹੜਾ ਬੰਦਾ ਮੈਂ ਲੈਣਾ ਹੀ ਨਹੀਂ ਜਵਾਬ ਯਾਰ ਗੱਲ ਤੇ ਸੁਣੋ ਨਾ ਨਹੀਂ ਮੈਂ ਨਹੀਂ ਤੁਹਾਡੀ ਗੱਲ ਸੁਣਨੀ ਮੈਨੂੰ ਉਹਦੇ ਨਾਲ ਦੂਬ ਫਿਰ ਚੌਧਰੀ ਸਾਹਿਬ ਨੂੰ ਗੱਲ ਮਿਊਟ ਲਾ ਲਓ ਚੌਧਰੀ ਸਾਹਿਬ ਨੂੰ ਗੱਲ ਸਾਰੇ ਮਿਊਟ ਨਜ਼ੀਰ ਸਾਹਿਬ ਤੁਸੀਂ ਮਿਊਟ ਲਾਓ ਮੈਨੂੰ ਚੌਧਰੀ ਨਾਲ ਦੂਬ ਚੌਧਰੀ ਸਾਹਿਬ ਦੀ ਗੱਲ ਪੂਰੀ ਸੁਣਨ ਤੋਂ ਸਾਨੂੰ ਚੁੱਪ ਕਰੋ ਚੌਧਰੀ ਸਾਹਿਬ ਉੱਥੇ ਹੀ ਸ਼ੁਰੂ ਕਰੋ ਗੱਲ ਚੌਧਰੀ ਸਾਹਿਬ ਦੱਸੋ ਕਲਮਾ ਪੜਾ ਫਿਰ ਰਿਸ਼ਤਾ ਤਿਆਰ ਗੱਲ ਕਰਨ ਦੇਣੀ ਸ਼ੇਖ ਸਾਹਿਬ ਚੌਧਰੀ ਸਾਹਿਬ ਨੂੰ ਗੱਲ ਕਰਨ ਦੇਣੀ ਜੇ ਕਿ ਨਹੀਂ ਚੌਧਰੀ ਸਾਹਿਬ ਰਿਸ਼ਤਾ ਤਿਆਰ ਹੈ ਭੈਣ ਦਿਓਗੇ ਯਾਰ ਇਹ ਗਾਲਾਂ ਨਾ ਕੱਢੋ ਸ਼ੇਖ ਸਾਹਿਬ ਯਾਰ ਭੈਣ ਦਾ ਰਿਸ਼ਤਾ ਮੰਗ ਰਹੇ ਮੁਸਲਮਾਨ ਹੋ ਕੇ ਨਹੀਂ ਇਨਸਾਨ ਬਣੋ ਫਿਰ ਤੁਹਾਨੂੰ ਅੱਗੋਂ ਵੀ ਜਵਾਬ ਦੇਗਾ ਜਾਂ ਥੱਲੇ ਕੋ ਆ ਕੇ ਗਾਲ ਕੱਢੇਗਾ ਫਿਰ ਤੁਹਾਡੀ ਚੀਕਾਂ ਨਿਕਲਣਗੀਆਂ मैं अकेला बिल्कुल अकेला माऊ पीऊ ना एक अकेला वारिस ठीक है मैं तो क्या दसा पहले मैं बिल्कुल अकेला हूँ ठीक है एक ही है मां ठीक है कौन नहीं समझ आई तो हाफिज वाकया शुरू करो चोई साहब अगे ਚੌਧਰੀ ਸਾਹਿਬ ਗੱਲ ਲਗਾ ਗੱਲ ਟੋਰੋ ਅਗਾ ਛੱਡੋ ਇਹਨੂੰ अच्छा चलो जी ਉੱਥੇ ਪਹੁੰਚਿਆ ਵੀਜ਼ ਚੌਧਰੀ ਸਾਹਿਬ ਸਾਡੇ ਤੇ ਕੱਲੇ ਕਾਰੇ ਨੇ ਤੂੰ ਆਪਣੀਆਂ ਲਜਨਾ ਲੈ ਕੇ ਆ ਤੇਰੀ ਭੈਣ ਨੂੰ ਲੰਨ ਕਿਸੇ ਹਫੀਜ਼ ਗਸ਼ਤੀ ਮਾਰ ਦਿਆ ਬੱਚਿਆ ਤੇਰੀ ਭੈਣ ਜਵਾਬ ਫਿਰ ਲੱਭਣਾ ਤੁਹਾਨੂੰ ਇਸ ਗੱਲ ਮੈਂ ਤੁਹਾਨੂੰ ਆਖਿਆ ਨਾ ਉਹ ਸਾਡੀਆਂ ਇਸ ਗੱਲ ਮੈਂ ਤੁਹਾਨੂੰ ਆਖਿਆ ਜੇ ਗਾਲ ਕੱਢੋਗੇ ਤੇ ਅੱਗੋਂ ਮੁਸਲਮਾਨ ਵੀ ਆ ਕੇ ਗਾਲ ਕੱਢੇਗਾ ਅਸੀਂ ਬਰਾੜ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਗਾਲ ਕੱਢੀ ਹੈ ਬਈ ਮੈਂ ਕਿਹੜੀ ਗੱਲ ਮੈਂ ਉਹਨੂੰ ਕਿਹਾ ਗਸ਼ਤੀ ਮਾਂ ਦੇ ਬੱਚਿਆ ਤੁਸੀਂ ਜਦੋਂ ਲੋਕਾਂ ਦੀਆਂ ਭੈਣਾਂ ਨੂੰ ਧੀਆਂ ਮੈਂ ਉਹਨੂੰ ਕਿਹਾ ਤੁਸੀਂ ਇਹ ਦੱਸ ਦਿਓ ਕਿ ਮੈਂ ਜਦੋਂ ਉਹ ਬੈਠਿਆ ਮੈਂ ਕਿਸੇ ਨੂੰ ਕਿਹਾ ਗਸ਼ਤੀ ਮਾਂ ਦੇ ਬੱਚਿਆ ਸਾਦ ਚੌਧਰੀ ਨੂੰ ਜਿਹੜੀ ਗੱਲ ਕਹਿਣ ਲੱਗੇ ਉਹ ਗਾਲ ਹੈ ਸਾਦ ਚੌਧਰੀ ਕਹਿ ਰਿਹਾ ਜੀ ਮੈਂ ਆਮਦੀ ਹੋਣਾ ਮੈਨੂੰ ਕੁੜੀ ਦਿਓ ਗੱਡੀ ਦਿਓ ਇਹ ਦਿਓ ਮੈਂ ਕਿਹਾ ਮੈਂ ਮੁਸਲਮਾਨ ਉਹ ਤੇ ਮਰਜ਼ਾਈ ਕਹਿੰਦੇ ਨੇ ਨਾ ਉਹ ਤੇ ਮਰਜ਼ਾਈ ਆਫਰ ਕਰਦੇ ਨੇ ਅਸੀਂ ਕੁੜੀ ਦਿੰਨੇ ਆ ਨਹੀਂ ਮੁਸਲਮਾਨ ਵੀ ਆਫਰ ਕਰਦੇ ਨੇ ਅਗਰ ਮੈਂ ਇਸਲਾਮ ਕਬੂਲ ਕਰਾਂ ਮੈਨੂੰ ਕੀ ਫਾਇਦਾ ਕਿਹੜੇ ਮੁਸਲਮਾਨ ਤੁਹਾਨੂੰ ਆਫਰ ਕੀ ਦੱਸੋ ਕਿਹੜੇ ਮੁਸਲਮਾਨ ਤੁਹਾਨੂੰ ਆਫਰ ਕੀ ਨਹੀਂ ਕਿਉਂ ਕਿਸੇ ਮੁਸਲਮਾਨ ਤੋਂ ਆਫਰ ਨਹੀਂ ਕੀਤੀ ਅਸੀਂ ਐਵੇਂ ਮੁਫਤ ਵਿੱਚ ਮੁਸਲਮਾਨ ਹੋ ਜਾਈਏ ਸਾਨੂੰ ਲੱਭੇ ਕੋਈ ਨਾ ਮੈਂ ਅਸੀਂ ਕਲਮਾ ਪੜ ਕੇ ਮੁਸਲਮਾਨ ਹੋ ਜਾਈਏ ਤੁਸੀਂ ਮੇਰੀ ਗੱਲ ਸੁਣੋ ਨਾ ਇਹਦਾ ਮਤਲਬ ਹੈ ਕਿ ਮੁਸਲਮਾਨ ਲਾਲਚੀ ਹੈ ਅਗਲੇ ਦੀ ਸੁਣ ਲਓ ਨਾ ਅਗਲੇ ਦੀ ਸੁਣ ਲਓ ਨਾ ਸਾਬਿਤ ਕੀਤਾ ਹੈ ਤੁਸੀਂ ਮਿਰਜ਼ਾ ਕਾਦੀਆਨੀ ਤੇ ਲਾਨਤ ਪਾਣੀ ਹੈ ਆਪਣੀ ਮਰਜ਼ੀ ਨਾਲ
ये वो मुसलमान है जिसको तुसा औरत मिर्जाइयत गाली और लानत गाली पानी है, है तो ये अपनी इस्लाम के ऊपर लानत मर्जी भेज नाल देगा। साडे ते दैन नहीं करना ये साडे ते इस्लाम तुसा- के ऊपर लानत यार, भेजेगा। साडे अगर ते इसको तुसा कोई आसान औरत नहीं दे दे, करना। इसको कोई लड़की दे दे, इसको घर दे ओ दे, भाई साडे ते तुसा आसान करना इस्लाम कबूल करके नहीं, करना है ये तो करो कह रहा है ना। नहीं करना ना करो इसने तो माना है ना कि भाई मर्जाई ते आप इसने तो कहते माना है मैं इस्लाम छोड़ दूंगा औरत के लिए। मर्जाई इसने तो ते माना है- औरतां देंदे ने ना मर्जाई इसने तो औरतां कहा है मैं छोड़ दूंगा। यार ते तुसी ना इसने तो पेश नहीं कहा करो मैं लाने भेजूंगा, बल्कि तुसी इसने ना कहा कि मुझे पेश दो। करो ना तुसी भैणा ये ते ऐसा औरतां ना लानती पेश करो इंसान है कि ये कह रहा है मैं इस्लाम लो छोड़ जी दूंगा गालां अगर तुम मुझे गाड़ी मैं कर फिर दोगे किसी और लड़की मुसलमान ਨੂੰ दोगे। ਚੁੱਕਣਾ ਗਾਲਾਂ ਕੱਢੋਗੇ ਨਾ ਤੇ ਤੁਹਾਡਾ ਬੁਰਾ ਅੰਜਾਮ ਹੋਏਗਾ ये आपको नहीं शर्म आ रही है आमर नजीर साहब? आमर नजीर साहब, ਕਿਤੇ ਆ ਜੀ ਅੱਛਾ ਮੈਂ ਤੁਹਾਡਾ ਨਾਲ ਤੁਹਾਡਾ आमर ਜੇ नजीर साहब ਤੁਸੀਂ मेरी ਗਾਲਾਂ बात ਕੱਢਣੀਆਂ ਨੇ सुनिए। ਨਾ आमर नजीर साहब, ਇਹ ਤੁਹਾਡਾ ਗਾਲਾਂ ਦਾ ਮੁਕਾਬਲਾ ਕਰਾ आमर ਦੇਣੀ नजीर साहब, ये मुकाबला मैं नहीं कर रहा हूँ। एक शख्स आपका मुसलमान भाई हो, वो कहे जी मैं जी, इस्लाम तुसी- छोड़ दूंगा और तुसी आप अगर क्या मुझे है? कोई कादियानी या अहमदी अपनी बेटी का रिश्ता घर और गाड़ी दे, ਤੇ मैं ਮਰਜ਼ਾਈ इस्लाम ਆਪ छोड़ ਕਹਿੰਦੇ दूंगा। ਨੇ ਅਸੀਂ ਬੇਟੀ ਦਾ ਰਿਸ਼ਤਾ ਦਿੰਨੇ ਆ नहीं, ਮਰਜ਼ਾਈ ਆਪ ਕਹਿੰਦੇ ਨੇ। ਲਦਨਾ तो इसका क्या मतलब हुआ कि वो मुसलमान कैसा है? ਮਰਜ਼ਾਈ ਨਾ ਆਫਰ ਕਰਨ ਲੋਕਾਂ ਨੂੰ ਕੁੜੀਆਂ आफर की मतलब है? ਮਰਜ਼ਈਓ ਲਜਨਾ ਤੁਸੀਂ ਦਿੰਦੇ ਜੋ ਕੁੜੀਆਂ ਤੁਸੀਂ ਦਿੰਦੇ ਅਸੀਂ ਖਾਲਿਸਤਨ ਆਪਣੇ ਅੱਲਾਹ ਆਪਣੇ ਰਸੂਲ ਤੂੰ ਫਿਰ ਆ ਗਿਆ ਉੱਤੇ। ਸੱਲੱਲਾਹੁ ਅਲੈਹਿ ਵਸੱਲਮ ਦੇ ਤੈਨੂੰ ਉਹਨਾਂ ਦੀ ਅੱਛੀ ਰਜ਼ਾ ਤਰ੍ਹਾਂ ਵਾਸਤੇ ਫਿਰ ਆ ਗਿਆ ਉੱਤੇ ਤੂੰ। ਇਸਲਾਮ ਕਬੂਲ ਅਸੀਂ ਕਰੀ ਕਹਿੰਦੇ ਆ ਜੇ ਕਿਸੇ ਇਸਲਾਮ ਫਿਰ ਆ ਕਬੂਲ ਕੇ ਕਰਨਾ ਹੈ ਤੇ ਆਪਣੀ ਆਖਰਤ ਸਵਾਰ ਨਹੀਂ ਕਰਨਾ ਖਸਮਾਂ ਨੂੰ ਕਹੇ ਸਾਡੇ ਕੋਲ ਠੀਕ ਹੈ ਸਾਡੇ ਕੋਲ ਕੋਈ ਲੱਗਣਾ ਨਹੀਂ, ਵਿਆਹ ਸਾਡੇ ਕੋਲ ਕੀਤੇ ਕੋਈ ਆ ਲੱਗਣਾ ਨਹੀਂ। ਜਮਾਤ ਦੀ ਔਰਤ ਨਾਲ ਨਹੀਂ, ਤੂੰ ਖੁਦ ਗਾਲ ਵਿਆਹ ਕੱਢ ਤੈਨੂੰ ਕੀਤੇ ਆ, ਮੈਂ ਖੁਦ ਐਸਾ ਸਬੂਤ ਨੇ ਉਹ ਤੂੰ ਗਾਲ ਇੱਕ ਕੱਢ ਤੈਨੂੰ ਫਾਸਕ ਔਰਤ ਨਾਲ ਉਹ ਤੂੰ ਗਾਲ ਕੱਢ ਤੈਨੂੰ ਮੈਂ ਦੱਸਾਂ ਕਿਸੇ ਹੁਣ ਚੁੱਪ ਕਰ ਜਾਓ ਜੇ ਗਾਲ ਕੱਢੋਗੇ ਗਾਲ ਦਾ ਜਵਾਬ ਗਾਲੀ ਨਾਲ ਮਿਲੇਗਾ ਚੁੱਪ ਕਰ ਜਾਓ ਚੌਧਰੀ ਸਾਹਿਬ ਨੂੰ ਗੱਲ ਕਰਨ ਦਿਓ ਸਾਰੇ ਮਿਊਟ ਲਾ ਲਓ ਮਿਊਟ ਲਾ ਲਓ ਓਕੇ ਜੀ मैं नहीं चाहता मैंने तू गाल कटेगा, ओके, तुझे तो मुंह जुबान नहीं है। ਕੋਈ ਬੰਦਾ ਨਹੀਂ ਗਾਲ ਕੱਢਣ ਲੱਗਾ ਤੁਸੀਂ जान लेगा ਤੁਸੀਂ ਨਾ ਗਾਲ ਕੱਢੋ ਸ਼ੇਖ ਸਾਹਿਬ ਤੁਸੀਂ ਚੁੱਪ ਕਰੋਗੇ ਕੋਈ ਬੰਦਾ ਨਹੀਂ ਗਾਲ ਕੱਢੇਗਾ ਤੁਸੀਂ ਮਿਊਟ ਲਾਓ ਚੌਧਰੀ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ ਸਾਦ ਚੌਧਰੀ ਭਾਈ ਤੁਸਾਂ ਨਾ ਵਿੱਚੋਂ ਕੋਈ ਗੱਲਾਂ ਸੈਂਸਰ ਕਰੋ ਗੱਲ ਤੁਸੀਂ ਜ਼ਰੂਰ ਹੈ ਹਾਂ ਅੰਧੇਰੇ 'ਚ ਮੈਂ ਨਹੀਂ ਸ਼ਕਲ ਦੇਖੋ ਅੱਛਾ ਮਿਊਟ ਲਾਓ ਤੁਸੀਂ ਚੌਧਰੀ ਸਾਹਿਬ ਬੱਤੀ ਬਲਣ ਦਿਓ ਬੱਤੀ ਬਾਲ ਕੇ ਗੱਲ ਕਰੋ ਤੁਸੀਂ ਗੱਲ ਮੁਕਾਓ ਆਪਣੀ ਪੂਰੀ ਕਰੋ ਗੱਲ ਬੱਤੀਆਂ ਕੋਣ ਨੇ ਹਣ ਬਿਜਲੀ ਲੱਗੀ ਡਾਕਟਰ ਸਾਹਿਬ ਮੋਬਾਈਲ ਦੀ ਲਾਈਟ ਆਨ ਕਰੋ ਬਿਜਲੀ ਟੁਰ ਗਈ ਹੈ ठीक हो गया कैमरा बेशक बंद कर दियो बिजली चली जाएगी करो गल सुनाओ लेकिन ਅੱਛਾ ਸੁਣੋ ਗੱਲ ਸ਼ੁਰੂ ਕਰੋ ਨਹੀਂ ਨਹੀਂ ਮੋਬਾਈਲ ਦੀ ਲਾਈਟ ਆਨ ਕਰ ਲਓ ਸਾਹਮਣੇ ਬਹਿ ਕੇ ਗੱਲ ਕਰੋ ਮੋਬਾਈਲ ਦੀ ਲਾਈਟ ਆਨ ਕਰੋ ਗੱਲ ਕਰੋ ਗੱਲ ਪੂਰੀ ਕਰੋ लेकिन ये कुछ गल्लां विचों सेंसर कर बैठे ਹਾਂ ने ਸੈਂਸਰ ਕਰਾ ਲੈਣੇ ਅਸੀਂ ਚੌਧਰੀ ਸਾਹਿਬ ਗੱਲ ਕੈਮਰਾ ਆਨ ਕਰਕੇ ਕਰਨੀ ਜੇ ਸਾਰੀ ਜਿੰਨੀ ਅਸੀਂ ਤੁਹਾਡੀ ਸੁਣਨੀ ਹੈ ਚਸਪੀ ਆਉਂਦੀ ਸਾਨੂੰ ਲੇਕਿਨ ਕੈਮਰਾ ਆਨ ਕਰੋ ਬੱਤੀ ਟੁਰ ਗਈ ਮੋਮਬੱਤੀ ਬਾਲ ਲਓ ਮੋਬਾਈਲ ਦੀ ਬੱਤੀ ਬਾਲ ਲਓ ਸਾਹਮਣੇ ਬਹਿ ਕੇ ਗੱਲ ਇੰਜ ਠੀਕ ਹੋ ਗਿਆ ਕਰੋ ਗੱਲ ਅੱਛਾ ਜੀ ਮਿਰਜ਼ਾ ਸਾਹਿਬ ਮਤਲਬ ਜਿਸ ਵੇਲੇ ਕੁਝ ਫਾਲੋਅਰਸ ਉਹਨਾਂ ਨੇ ਬਣ ਗਿਆ ਨਾ 43 ਫਾਲੋਅਰਸ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਕਿਤਾਬਾਂ ਲਿਖੀਆਂ ਕਿਤਾਬਾਂ ਲਿਖਣੇ ਤੋਂ ਬਾਅਦ ਮਿਰਜ਼ਾ ਸਾਹਿਬ ਨਾ ਮਤਲਬ ਜਵਾਨੀ ਗੁਜ਼ਰੀ ਬਹੁਤ ਮੁxtਲਿਫ ਕਿਉਂਕਿ ਜ਼ਾਹਿਰੀ ਗੱਲ ਉਹ ਨਾ ਮਰਦ ਵੀ ਹੈ ਹੁਣ ਆਪ ਕਦੇ ਗਏ ਤੇ ਪਿੱਛੋਂ ਮੁੜ ਗਏ ਤੇ ਉਹਨਾਂ ਨੇ 4 ਬੱਚੇ ਪੈਦਾ ਹੋਏ ਪਏ ਵਕਤ ਤੱਕ ਇਹਨੂੰ ਇੱਕ ਬੰਦਾ ਘਰ ਹੀ ਕੋਈ ਨਹੀਂ ਤੇ ਉਸਨੇ 4 ਬੱਚੇ ਪੈਦਾ ਹੋ ਚੁੱਕੇ ਨੇ ਪਿੱਛੋਂ ਟੋਟਲ ਉਹਨਾਂ ਦੇ 10 ਬੱਚੇ ਹੋਏ ਨੇ ਨੁਸਰਤ ਜਹਾਂ ਬੇਗਮ ਚੋਂ ਇਹ ਉਹਨਾਂ ਆਖਿਆ ਕਿ ਮੇਰੀ ਹਾਲਤ ਇਹ ਮਰਦਮੀ ਕਲਅਦਮ ਹੋ ਗਈ ਸੀ ਇਹ ਠੀਕ ਗੱਲ ਇਹਦੇ ਚ ਕੋਈ ਗਲਤੀ ਨਹੀਂ ਤੁਸੀਂ ਸਹੀ ਬਿਆਨ ਕਰ ਅੱਗੇ ਕਰੋ ਗੱਲ ਪਤਾ ਵੀ 10 ਹੈ ਜਾਂ 12 ਹੈ ਮगर 4 ਨਾ ਪਤਾ ਜਿਹੜੇ ਉਹਨਾਂ ਦੀ ਗੈਰ ਮੌਜੂਦਗੀ ਚ ਪੈਦਾ ਹੋਏ 4 ਟੋਟਲ 10 ਬੱਚੇ ਪੈਦਾ ਹੋਏ ਠੀਕ ਹੈ ਤੇ ਹਾਂ ਟੋਟਲ ਅੰਗਰੇਜ਼ਾਂ ਉਹਨਾਂ ਮਤਲਬ ਹੋਰ ਜੇ ਸ਼ਿਫਟ ਕਰ ਦਿੱਤਾ ਬਈ ਇੱਥੇ ਆ ਕੇ ਇੰਟਰਨੈਟ ਵੀ ਹੁਣ ਜਦੋਂ ਬਿਜਲੀ ਬੰਦ ਹੋ ਜਾਏ ਮੇਰਾ ਨੈਟ ਵੀ ਬੰਦ ਹੋ ਜਾਂਦਾ ਹੈ ਇਹ ਬਣਾ ਲੈ ਆਇਨ ਵਾਪਸ 4 ਬੱਚੇ ਪੈਦਾ ਹੋਏ ਪਏ 4 ਮਿਰਜ਼ਾ ਸਾਹਿਬ ਸ਼ੌਕੀਨ ਮਿਜ਼ਾਜ ਹੈ ਮਤਲਬ ਸ਼ੌਕ ਹੈ ਹਰ ਕਿਸਮ ਦਾ ਹੋਣਾ ਇਹ ਉਹਨਾਂ ਦੇ ਮੁੰਡੇ ਨੇ ਆਖਿਆ ਇਹ ਉਹਨਾਂ ਦੇ ਮੁੰਡੇ ਨੇ ਆਖਿਆ ਕਿ ਮੇਰੇ ਅੱਬਾ ਜੀ ਰੰਗੀਨ ਮਜ਼ਾਜ ਆਦਮੀ ਸੀ ਇਹ ਵੀ ਗੱਲ ਠੀਕ ਹੈ ਵੇਖੋ ਜਿਹੜੀਆਂ ਗੱਲਾਂ ਠੀਕ ਨੇ ਉਹ ਅਸੀਂ ਤਸਦੀਕ ਕਰਨੇ ਆ ਉਹ ਜਿਹੜਾ ਨਾ ਜੀਡੀ ਖੋਸਲਾ ਉਹਦੀ ਰਿਪੋਰਟ ਚ ਉਹਨੇ ਲਿਖਿਆ ਕਿ ਬਸ਼ੀਰੁद्दीन महमूद अहमद ਨੂੰ ਕਹਿ ਕੇ ਡਿਸਟ੍ਰਿਕਟ ਸੈਸ਼ਨ ਜੱਜ ਚੌਧਰੀ ਸਾਹਿਬ ਹਵਾਲਾ ਲੈ ਲਓ ਨਾ ਚੌਧਰੀ ਸਾਹਿਬ ਹਵਾਲਾ ਲੈ ਲਓ ਮੈਂ ਕਿਹਾ ਹਵਾਲਾ ਲੈ ਲਓ ਜੀਡੀ ਖੋਸਲਾ ਡਿਸਟ੍ਰਿਕਟ ਸੈਸ਼ਨ ਜੱਜ ਸੁਣੋ ਡਿਸਟ੍ਰਿਕਟ ਸੈਸ਼ਨ ਜੱਜ ਗੁਰਦਾਸਪੁਰ ਜੀਡੀ ਖੋਸਲਾ ਦੀ ਰਿਪੋਰਟ ਚ ਲਿਖਿਆ ਹੈ ਕਿ ਬਸ਼ੀਰੁद्दीन महमूद अहमद ਨੇ ਆਖਿਆ ਕਿ ਮੇਰਾ ਵਾਲਦ ਜਿਹੜਾ ਰੰਗੀਨ ਮਜ਼ਾਜ ਆਦਮੀ ਸੀ ਇਹ ਗੱਲ ਠੀਕ ਹੈ ਇਹ ਜਿਹੜੀਆਂ ਸਹੀ ਨੇ ਗੱਲਾਂ ਇਹਨਾਂ ਨੂੰ ਕੌਣ ਕੋਈ ਇਹ ਗਾਲ ਹੈ ਇਹ ਹਕੀਕਤ ਨੇ ਬਿਆਨੇ ਹਕੀਕਤ ਕਰੋ ਗੱਲ ਨਜ਼ੀਰ ਸਾਹਿਬ
ਵੀਰ ਸਾਹਿਬ ਹੁਣ ਮੈਂ ਗੱਲ ਕਰਨ ਲੱਗਾ ਆਪਣੇ ਹਵਾਲੇ ਖੋਲ ਕੇ ਨੂੰ जी जी ठीक है किताब ने तस्करा तारीख ने 25 जुलाई 1892 मिर्जा साहब अपने घरे ने सेन बैठे ते खूबसूरत दुशीदा आई पानी भरन ख्वाब लिखिया पानी ख्वाब 5 जुलाई 1892 ते मिर्जा साहब उसा पिछू माई नपा पिछू मतलब बोंडा दे पलो नहीं अगले नप की सामने जफ्फी पाई सामने पाई ने ते मिर्जा साहब उसा बोसो किनार शुरू कर देता मतलब फ्रेंच के साथ जफ्फी पाई ते फिर बोसो किनार तो ओदा हिस्सा ही हुंदा ना जो जफ्फी पा लिए थे मिर्जा साहब इसने बारे लिखा भाई मैं भूल गया हूँ मैं अपनी बीवी समझ के उस औरत का नपा ਇਹ 5 ਜੁਲਾਈ 1892 ਦੀ ਡੇਟ ਤੁਸੀਂ ਕਿਸ ਤਰ੍ਹਾਂ ਯਾਦ ਰੱਖੀ ਚੌਧਰੀ ਸਾਹਿਬ भाई मैं है कि गल पका गया क्योंकि मैं पूरी जिंदगी 17 घंटे ਜਿਹੜਾ ਬੰਦਾ ਰਵੇ ਤੇ ਯਾਦ ਤੇ ਰਹਿਣੀ ਹੈ ਨਾ ਫਿਰ मैं पूरी जिंदगी सीरत मिर्जा साहब पढ़ी ਇਹ 5 ਜੁਲਾਈ ਤੋਂ ਬਾਅਦ ਇਹ ਮੈਂ ਹੁਣ ਮੰਨਾਂਗਾ ਤੁਹਾਨੂੰ ਜੇ 5 ਜੁਲਾਈ ਤੋਂ ਬਾਅਦ 14 ਅਗਸਤ 1892 ਨੂੰ ਵੀ ਮਿਰਜ਼ਾ ਸਾਹਿਬ ਖਾਬ ਦੇਖਿਆ ਜਿਹਦੇ ਚ ਨੰਗੀ ਮੁਹੰਮਦੀ ਬੇਗਮ ਤੱਕ ਉਹ ਵੀ ਸੁਣਾਓ मतलब जेड़ी गल मैं नहीं पढ़ी मतलब कोनी तुसी सुनाओ ਨੋਟ ਕਰੋ ਨਾ ਨੋਟ ਕੋਲੇ ਨੋਟ ਕਰ ਲਓ 5 ਜੁਲਾਈ 1892 ਨੂੰ ਜੱਫੀ ਪਾਈਏ ਤੇ ਬੋਸੋ ਕਿਨਾਰ ਕੀਤਾ ਤੇ 14 ਅਗਸਤ ਉਹਦੇ ਤੋਂ ਕੋਈ ਕਿੰਨੇ ਦਿਨ ਬਾਅਦ 5 ਜੁਲਾਈ ਤੋਂ 14 ਅਗਸਤ ਕਿੰਨੇ 19-20 ਦਿਨ ਬਾਅਦ ਮਿਰਜ਼ਾ ਸਾਹਿਬ ਫਿਰ ਉਹਨੂੰ ਤੱਕਿਆ ਤੇ ਨੰਗਿਆ ਬਿਲਕੁਲ ਬੇਲਿਬਾਸ ਬਗੈਰ ਲਿਬਾਸ ਤੋਂ ਨੰਗਿਆ ਦੇਖਿਆ अच्छा वाद जी मिर्जा साहब हर वक्त मोहम्मदी ने ख्वाब देखने लगता है हर वक्त मोहम्मदी बेगम उन्होंने ख्वाबा ख्याला हर वक्त आवे लेकिन मोहम्मदी बेगम शदीद नफरत करनी उस बंदे नाल मिर्जा नाल मोहम्मदी बेगम एक बंदे नाल शादी करके दी लेकिन मिर्जा साहब वाद ही उसने पीछे नहीं छोड़ा मिर्जा साहब बिल्कुल हाथ धो के पीछे पै गया मोहम्मदी बेगम ने शोर एक बारी जंग ते लग गए ते पिछू मिर्जा साहब एक नवा दावा कर दिता भाई मेरी 2 बीवियां होंगी जिनमें से एक बेवा होगी मिर्जा साहब समझा भाणो ना शोर कदों आसी मुड़ गए जिंदा वो तो उथे मतलब मर वैसी ठीक है मैं पिछू शादी कर गई था लेकिन खुदा नी कुदरत उस बंदे ने सिरे च गोली लगी लेकिन तम ही बच के आ गए ने ठीक है इस तो जहर होना अपनी गल भी ਇਹ ਚੌਧਰੀ ਸਾਹਿਬ ਨੂੰ ਹਵਾਲੇ ਤੇ ਯਾਦ ਨੇ ਗੱਲ ਠੀਕ ਹੈ ਪਹਿਲੀ ਜੰਗੇ ਜ਼ੀਮ ਦਾ ਵਾਕਿਆ ਹੈ ਜਿਹੜਾ ਤੁਸੀਂ ਬਿਆਨ ਪੇ ਕਰ ਰਹੇ ਹੋ ਫਰਾਂਸ ਵਿੱਚ ਉਹਨੂੰ ਗੋਲੀ ਲੱਗੀ ਸੁਲਤਾਨ ਬੇਗ ਉਹਦਾ ਨਾਂ ਆ ਮੁਹੰਮਦੀ ਬੇਗਮ ਦੇ ਸ਼ੋਹਰ ਦਾ ਇੱਥੇ ਫਰਾਂਸ ਵਿੱਚ ਉਹਨੂੰ ਗੋਲੀ ਲੱਗੀ पर मिर्जा साहब ने ये दावा भी झूठा साबित होगा भाई मेरी बीवी बेवा होगी चलो ये काम भी ना होया ठीक है अच्छा जी हाँ आ गए ने के नाम है मिर्जा साहब मतलब पूरी जिंदगी तरसने रह गया क्योंकि नुसरत जहां तो नेड़े नहीं लगन देनी है मिर्जा साहब क्योंकि वो तो हकीम नूरुद्दीन आई बस गपा गप अकेले कमरे वो आखनी नूर मेरी जान ओनली यू इन माई लाइफ ते मिर्जा साहब तो नेड़े ही नहीं लगन देनी यू ते नुसरत जान हमेशा एक ही गल की थी मेरा तेरे मरने तो बाद भी बस अब मैं नूरुद्दीन की ਉਹਨੇ ਆਖਿਆ ਮੈਂ ਲੌਂਡੀ ਆ ਤੁਹਾਡੀ ਕੀਮ ਸਾਹਿਬ ਮੈਂ ਲੌਂਡੀ ਆ ਤੁਹਾਡੀ मैं अब हमेशा तुम्हारे साथ निभाऊंगी पूरी जिंदगी वफाक अब तुम्हारे साथ ही गुजरेगी मेरी ਉਹਨੇ ਲੌਂਡੀ ਕਰਾਰ ਦਿੱਤਾ ਆਪਣੇ ਆਪ ਨੂੰ ਚੌਧਰੀ ਸਾਹਿਬ ਨਾਲ ਕੋਈ ਐਡ ਵੀ ਕਰ ਲਓ ਨਾ ਅਗਲੀ ਵਾਰੀ ਜਦੋਂ ਗੱਲ ਸੁਣਾਓ ਤੇ ਇਹ ਉਹਨੇ ਆਖਿਆ ਕਿ ਮੈਂ ਲੌਂਡੀ ਆ ਹਕੀਮ ਨੂਰਦੀਨ ਦੀ ਇਹ ਲਿਖਿਆ ਸੀਰਤੁਲ ਮਹਿਦੀ ਚ मैं लौंडी हकीम नूरुद्दीन अच्छा जी मिर्जा साहब हर वक्त टेंशन गिना हर वक्त परेशान हर वक्त मतलब उन्हें थक वजन परेशान ते टेंशन वाला बुढ़े होने लग पे इतने तक मिर्जा ना मर्जुल वफात आ गया आखिरी मतलब उन्होंने उम्र च एक मरज लाक हो गया ठीक है मिर्जा साहब मुख्तलिफ ममालिक ने वफूद आने उन्हें मिलन ते मिर्जा साहब थकावट नहीं वजह तो परेशानी नहीं वजह तो उन्हें जुलाब लग गए मतलब मिर्जा साहब हर वक्त परेशान हर वक्त टेंशन तो ना जुलाब शुरू हो गए जुलाब मिर्जा साहब मर्दल वफात नहीं जेड़ी मतलब वजह बनी मिर्जा साहब मतलब बिल्कुल थक गए किन्ने दस्त आए ने उन्हां नू मर्दल वफात विच किन्ने जुलाब आए ने मैं दसे ना वो भी मैं दसे ना मिर्जा साहब मुख्तलिफ वफूद आने उन्हें मुख्तलिफ ममालिक तो मिलन ते मिर्जा साहब बिल्कुल थकन ना शिकार ते बिल्कुल क्योंकि जिंदगी भी उन्होंने तबाह हो गई क्योंकि उन्होंने नुसरत जान छोड़ गई चुकी है मोहम्मदी बेगम तो उन्हें मिली ही नहीं ना
ਤੇ ਨੁਸਰਤ ਜਾਨ ਉਹਨਾਂ ਛੱਡ ਕੇ ਚਲੀ ਗਈ ਹਕੀਮ ਨੂਰੁद्दीन ਨਾਲ। ਅੱਛਾ ਮਿਰਜ਼ਾ ਸਾਹਿਬ ਨੰਬਰਜ਼ੁਲ ਵਫਾ ਜਿਸ ਆਇਆ ਕਰੀਬ ਤੇ ਮਿਰਜ਼ਾ ਸਾਹਿਬ ਇੱਕ ਦਿਨ ਉੱਠੇ ਤੇ ਮਿਰਜ਼ਾ ਸਾਹਿਬ ਟੱਟੀਆਂ ਸ਼ੁਰੂ ਹੋ ਗਈਆਂ ਨੇ ਪਿੱਛੋਂ ਤੇ ਥੋੜੀ ਦੇਰ ਬਾਅਦ ਮੂੰਹ ਚੋਂ ਵੀ ਗਲਾ ਨਿਕਲਣਾ ਸ਼ੁਰੂ ਹੋ ਗਈ, ਮੂੰਹ ਚੋਂ ਪਿਸ਼ਾਬ। ਹਾਂ ਤੁਸੀਂ ਇਮੇਜਿਨ ਕਰੋ ਪਰ ਇੱਕ ਬੰਦਾ ਜਿਸ ਨੇ ਮੂੰਹ ਚੋਂ ਟੱਟੀ ਨਿਕਲਣੀ ਪਈ ਉਹ ਨਬੀ ਹੋ ਸਕਦਾ? ਸਿਰਫ ਇਸ ਗੱਲ ਨਾਲ ਜਵਾਬ ਦਿਓ, ਠੀਕ ਹੈ? ਇਹ ਗੱਲ ਮਰਜ਼ਈਆ ਹੁੰਦਾ, ਇਹਦਾ ਜਵਾਬ ਦਿਓ ਪਹਿਲੇ। ਉਹ ਮਰਜ਼ਈਆ ਮੈਂ ਇੱਕ खुदा रसूल की कसम है ला इलाहा इल्लल्लाह मुहम्मद रसूलुल्लाह मैं गल अपने एक मुरब्बी को सुनी पर मिर्जा साहब आखिरी वफात थक वैने उन्होंने जुलाब शुरू हो गया, ठीक है? तो ये गल मैं क्योरी जी पढ़ी पर उन्होंने मुंह चो भी पेशाब निकल आया, ठीक है? इसने बारे एक मशहूर शेर है, अगर मिर्जा होता खुदा का नबी तो टट्टी में जाकर मरता नहीं, ठीक है? हाँ हफीज साहब तुसी इतने पढ़े लिखे माशाल्लाह, तुसी मिर्जा एक पलीत खनजीर के कज़ाब झूठा दज्जाल उसनू नबी तुसी मनने हो मान तुसी दो बई ही मतलब ही वजह कि मैं उन्होंने नबी बनना केड़ा उन्होंने जिंदगी ने जो पहलू जिस साबित होवे बई बहुत नेक पाक आला शख्सियत है, कोई एक पहलू दसो, चलो शुरू करो बिस्मिल्लाह। ਇਹ ਵੀ ਗੱਲ ਜਿਹੜੀ ਤੁਸੀਂ ਬਿਆਨ ਕੀਤੀ ਹੈ ਆਖਰੀ ਇਹ ਵੀ ਦਰੁਸਤ ਹੈ ਕਿਉਂਕਿ ਲੋਰੀਆਂ ਨਾਲ ਜਦੋਂ ਖਾਜਾ ਕਮਾਲਦੀਨ ਮਰਿਆ ਨਾ ਲੋਰੀ ਗਰੁੱਪ ਦਾ, ਇਹ ਲੋਰੀ ਗਰੁੱਪ ਦਾ ਇਹਨਾਂ ਦਾ ਤਲਕ ਫੀ ਸ਼ੇਖ ਦਾ ਨਾ ਤਲਕ ਲੋਰੀ ਗਰੋਹ ਨਾਲ, ਇਹਨਾਂ ਦਾ ਖਾਜਾ ਕਮਾਲਦੀਨ ਜਦੋਂ ਮਰਿਆ ਤੇ ਕਾਦੀਆਨੀ ਗਰੋਹ ਦਾ ਇੱਕ ਬੰਦਾ ਆਇਆ ਤੇ ਇਹਨੇ ਆਖਿਆ ਵੀ ਖਾਜਾ ਸਾਹਿਬ ਫੌਤ ਹੋ ਗਏ ਨੇ ਤੇ ਬੜੇ ਅੱਲਾ ਦੇ ਵਲੀ ਆਏ। ਉਹਨੇ ਆਖਿਆ ਕਿੰਨੇ ਆਖਿਆ ਵਲੀ ਆਏ? ਉਹ ਤਾਂ ਬੜਾ ਮੁਰਤਦ ਆ। ਉਹਨੇ ਆਖਿਆ ਨਹੀਂ ਨਹੀਂ ਖਾਜਾ ਕਮਾਲਦੀਨ ਬੜਾ ਨੇਕ ਆਦਮੀ ਸੀ, ਬੜਾ ਅੱਲਾ ਦਾ ਵਲੀ ਸੀ। ਤੇ ਉਹ ਕਾਦੀਆਨੀ ਕਹਿੰਦਾ ਮੈਂ ਤਾਂ ਸੁਣਿਆ ਜਦੋਂ ਉਹ ਮਰਿਆ ਤੇ ਉਹਦੇ ਮੂੰਹ ਚੋਂ ਗੰਦ ਪਿਆ ਨਿਕਲਦਾ ਹੈ। ਚੌਧਰੀ ਸਾਹਿਬ ਹਵਾਲਾ ਨੋਟ ਕਰ ਲਓ ਨਾ ਫਿਰ ਕੰਮ ਆਵੇਗਾ ਜੀ। ਬਿਜਲੀ ਨੂੰ ਜਾਣ ਤਾਂ ਤੁਸੀਂ ਗੱਲ ਕੰਨ ਮੇਰੇ ਵੱਲ ਕਰੋ ਜਰਾ। ਉਹ ਖਾਜਾ ਕਮਾਲ ਉਹ ਕਹਿੰਦਾ ਕਾਦੀਆਨੀ ਕਹਿੰਦਾ ਵੀ ਮੈਂ ਤੇ ਸੁਣਿਆ ਕਿ ਜਦੋਂ ਖਾਜਾ ਕਮਾਲਦੀਨ ਮਰਿਆ ਉਹਦੇ ਮੂੰਹ ਚੋਂ ਗੰਦ ਪਿਆ ਨਿਕਲਦਾ ਹੈ। ਤੇ ਉਹ ਜਿਹੜਾ ਲਾਹੌਰੀ ਸੀ ਨਾ, ਇਹ ਜਿਹੜਾ ਫੀ ਸ਼ੇਖ ਦਾ ਭਾਈ ਸੀ ਲਾਹੌਰੀ ਗਰੁੱਪ ਦਾ, ਉਹਨੇ ਆਖਿਆ ਹੋਈ ਤੇ ਲੋਕ ਆਂਦੇ ਨੇ ਕਿ ਜਦੋਂ ਮਿਰਜ਼ਾ ਸਾਹਿਬ ਮਰੇ ਨੇ ਮਿਰਜ਼ਾ ਸਾਹਿਬ ਦੇ ਮੂੰਹ 'ਚ ਵੀ ਗੰਦ ਪਿਆ ਨਿਕਲਦਾ, ਪਖਾਨਾ ਪਿਆ ਨਿਕਲਦਾ। ਇਹ ਵੀ ਗੱਲ ਇਹਨਾਂ ਦੇ ਘਰ ਦੀ ਏ, ਇਹ ਵਾਲਾ ਇਹਨਾਂ ਦੇ ਘਰ ਦਾ। ਇਹ ਗੱਲ ਠੀਕ ਤੁਸੀਂ ਕੀਤੀ ਏ, ਇਹਦੇ 'ਚ ਵੀ ਕੋਈ ਗਲਤੀ ਨਹੀਂ। ਤਕਰੀਬਨ ਤੁਸੀਂ ਜਿੰਨੇ ਹਵਾਲੇ ਦਿੱਤੇ ਨੇ ਮੈਂ ਟੈਲੀ ਕਰਕੇ ਵੇਖੇ ਨੇ ਨਾਲ ਇਹਨਾਂ ਦੀਆਂ ਕਿਤਾਬਾਂ ਦੇ, ਤਕਰੀਬਨ ਤੁਹਾਡੇ ਹਵਾਲੇ ਦਰੁਸਤ ਨੇ ਤੇ ਗੱਲ ਦੇ ਲਫਾਜ਼ पूरी नजीर साहब आमिर नजीर साहब मैं पूरी जिंदगी पूरी अपनी लाइफ 30 साल ना मैं हो चुका हूं। मैं जिस वेले मैं उन्हें 18 साल ना मैं 12 साल हो गए कादियानियत ते सर्च करने तो बाद वाकयात इकट्ठे करके इसना मजमूआ आज मैं बयान किया तां इन्हां लोकां समझ आवे भाई एक बंदा जिसने मुंह चो पेशाब निकल गया वो नबी की हो सकना? बस मां सिर्फ इस गल ना जवाब दो, ठीक है? माशाल्लाह माशाल्लाह। हफीज ਉਹ ਮਰਜ਼ਈਆ ਦੇ ਜਵਾਬ ਯਾਰ, ਸੁਣੀਏ ਕੋਈ ਤੇਰੇ ਮਿਰਜ਼ੇ ਦੀ ਸੱਚਾਈ ਹਾਲੇ ਤੇ ਉਹਦੀ ਜੀ ਸਾਹਿਬ ਅਮਨ ਜੀ ਸਾਹਿਬ ਜਿਹੜੀ ਗੱਲ ਤੇ ਤੁਸੀਂ ਮਾਸ਼ਾਅੱਲਾ ਕਹਿ ਰਹੇ ਹੋ, ਇਹ ਕੁਰਾਨ ਦੇ ਉੱਤੇ ਹੱਥ ਰੱਖ ਕੇ ਦੱਸੋ ਕਿ ਤੁਸੀਂ ਅੱਜ ਤੱਕ ਸੁਣਿਆ ਕਦੀ ਕਿਸੇ ਇਨਸਾਨ ਦੇ ਮੂੰਹ ਚੋਂ ਪਿਸ਼ਾਬ ਜਾਂ ਪਖਾਨਾ ਨਿਕਲਿਆ? ਮਾਸ਼ਾਅੱਲਾ ਤੇ ਇੰਜ ਕਹਿ ਦਵੇਂ ਤੁਸੀਂ ਪਤਾ ਨਹੀਂ ਹਾਂ ਮਿਰਜ਼ਾ ਦੇ ਮੂੰਹ ਚੋਂ ਮਿਰਜ਼ਾ ਦੇ ਤੁਹਾਡੇ ਨਹੀਂ ਅੱਜ ਤੱਕ ਤੁਸੀਂ ਤੁਹਾਨੂੰ ਵੀ 50 ਸਾਲ ਹੋ ਗਏ ਦੁਨੀਆ 'ਚ ਰਹਿੰਦੇ, ਕਦੀ ਸੁਣਿਆ ਫਲਾਣਾ ਸ਼ਖਸ ਬਹੁਤ ਹੋਇਆ ਤੇ ਮੂੰਹ 'ਚ ਪਖਾਨਾ ਨਿਕਲ ਆਇਆ? ਮੈਂ ਹਵਾਲਾ ਤੁਹਾਡੇ ਘਰ ਦਾ ਦਿੱਤਾ। ਨਹੀਂ ਤੁਸੀਂ ਮੈਨੂੰ ਤੁਸੀਂ ਚੁੱਕ ਕੇ ਦੱਸੋ ਨਾ ਹਵਾਲਾ ਘਰ ਦਾ, ਜਿਹੜੇ ਹਵਾਲੇ ਤੁਸੀਂ ਦਿੰਦੇ ਹੋ ਲਾਮਤੀ ਹਵਾਲੇ ਮੈਨੂੰ ਪਤਾ ਨਹੀਂ। ਉਹ ਫਲਾਣੇ ਨੇ ਅੱਜ ਕਿਹਾ, ਉਹ ਫਲਾਣੇ ਨੇ ਇਹ ਖਾਜਾ ਕਮਾਲਦੀਨ ਦੇ ਕਹਿੰਦਾ ਸੁਣੋ ਫਲਾਣਾ ਕਹਿੰਦਾ ਖਾਜਾ ਕਮਾਲਦੀਨ ਦੇ ਮਰਨ ਤੇ ਵਾਕਿਆ ਨਹੀਂ ਹੋਇਆ। ਮੈਂ ਵੀ ਕਹਿ ਦੇਣਾ ਕਿ ਮੈਨੂੰ ਵੀ ਕਿਸੇ ਨੇ ਦੱਸਿਆ ਕਿ ਜਦੋਂ ਕਾਸਮ ਨਦਵੀ ਸਾਹਿਬ ਫੌਤ ਹੋਏ ਇਹਨਾਂ ਦੇ ਮੂੰਹ ਤੇ ਨੱਕ ਕੰਨ ਮੂੰਹ ਤੇ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ। ਨਹੀਂ ਜਦੋਂ ਮੁਹੰਮਦ ਦਾ ਬਰੇਲਵੀ ਫੌਤ ਹੋਇਆ ਉਹਦੇ ਮੂੰਹ ਚੋਂ ਵੀ ਗੂੰ ਨਿਕਲ ਰਿਹਾ ਸੀ, ਪਿਸ਼ਾਬ ਤੇ ਟੱਟੀ ਨਿਕਲ ਰਹੀ ਸੀ, ਮੈਨੂੰ ਵੀ ਕਿਸੇ ਨੇ ਦੱਸਿਆ। ਗੱਲ ਸੁਣੋ ਨਾ, ਗੱਲ ਸੁਣੋ। ਮੈਨੂੰ ਵੀ ਦੱਸ ਫਜ਼ੂਲ ਗੱਲਾਂ ਕਰਨ ਦੀ ਬਜਾਏ ਮੈਂ ਤਾਂ ਕਹਿੰਦਾ ਹੁਣ ਤੁਸੀਂ ਐਵੇਂ ਫਜ਼ੂਲ ਤੁਹਾਡਾ ਵਾਲਾ ਤੇ ਘਰ ਦਾ ਨਾ, ਉਹ ਤੁਹਾਡਾ ਤਾਂ ਘਰ ਦਾ ਵਾਲਾ ਹੈ ਨਾ ਯਾਰ। ਉਹ ਅਸੀਂ ਕੋਈ ਕਿਸੇ ਦੀ ਗੱਪ ਤੇ ਨਹੀਂ ਸੁਣਾਈ ਹੈ। ਇਹ ਪਿਆਮੇ ਸੁਲ੍ਹਾ ਅਖਬਾਰ ਹੈ ਤੁਹਾਡੀ ਖਾਜਾ ਕਮਾਲਦੀਨ ਦੇ ਮਰਨ ਤੇ ਇਹ ਵਾਕਿਆ ਨਾ ਹੋਇਆ ਹੋਵੇ ਤਾਂ ਮੈਂ ਜੁਰਮਾਨਾ ਦੇਵਾਂਗਾ। ਗੱਲ ਤੁਹਾਡੇ ਘਰ ਦੀ ਹੈ। ਬਿਆਨ ਸਾਧ ਚੌਧਰੀ ਨੇ ਕੀਤੀ ਹੈ। ਮਜੀਦ ਪੀਜ਼ਾ ਅਹਿਮਦ ਰਜ਼ਾ ਬਰੇਲਵੀ ਤੇ ਕਾਲਾ ਮੂੰਹ ਹੋ ਗਿਆ ਸੀ, ਉਹਦਾ ਅੰਨਾ ਹੋ ਗਿਆ ਸੀ, ਉਹ
ਹੁਣ ਗਾਲਾਂ ਉਹਨੂੰ ਕੱਢਣ ਦਾ ਦਿਸਦਾ ਹੀ ਫਾਇਦਾ ਨਹੀਂ ਕੀ ਸੀ, ਹੈ? ਉਹਨੂੰ ਪਤਾ ਨਹੀਂ ਸਾਲਨ ਰੋਟੀ ਕਿੱਥੇ ਪਈ ਹੈ ਮੇਰੇ ਓਏ ਉਹਨਾਂ ਨੂੰ ਲਾਨਤ ਪਈ ਸੀ ਅੱਲਾ ਦੀ ਉਹਦੇ ਤੇ, ਲਾਨਤ ਲੋਕਾਂ ਨੂੰ अस्सलाम वालेकुम ਦਾ ਦਾਵਾ ਸੀਗਾ ਦਿੱਲੀ ਦੇ ਬੱਚੇ ਦਾ ਆਮਰ ਭਾਈ ਚਲੋ ਟੋ ਹੀ ਗਏ ਨੇ। ਆਮਰ ਭਾਈ ਇਹ ਮੁਹੰਮਦ ਅਲੀ ਲਾਹੌਰੀ ਦੀ ਵੀ ਲੜਾਈ ਤਾਂ ਚੌਕੀ ਵੱਧ ਗਈ ਨਾ ਜਿਸ ਵਕਤ ਉਹਨੇ ਸੁਣਿਆ ਕਿ ਹਕੀਮ ਨੂਰੁੱਦੀਨ ਨੁਸਰਤ ਜਹਾਂ ਨੇ ਹਕੀਮ ਨੂਰੁੱਦੀਨ ਨੂੰ ਦੀ ਲੋਂਡੀ ਬਣ ਗਈ ਹੈ। ਹਲੋ ਮਜੀਦ ਗੱਲ ਦੱਸਣ ਦੇ ਬੰਦੇ ਉਹਨਾਂ ਦੇ ਦੋ ਤਰ੍ਹਾਂ, ਮੈਂ ਉਹਨਾਂ ਨੂੰ ਇਨਵਾਈਟ ਕਰਨਾ, ਬਲੋਚ ਆ ਜਾ ਉੱਤੇ ਤੇ ਆ ਕੇ ਦਿਓ ਜਵਾਬ ਕਿ ਜੋ ਗੱਲ ਪਿਆ ਕਰਦਾ ਹੈ। ਰਾਜ ਚੌਧਰੀ ਨੇ ਵਾਲਿਆਂ ਨਾਲ ਗੱਲ ਕੀਤੀ। मैं तुसां दसा 12 साल सर्च करने तो बाद मुकम्मल इस नतीजे ते पहुंचा। पहले मैं एक बार मिर्जैयत कबूल करने लगा, सादा लोग मुसलमान है पहले मतलब सादा लोग भाई, एक बंदा उस आखा भाई नवा नबी जहर हो गई, ठीक है पुराने नबी है भूल मान, नवा आ गई नबी, मैं कहा चलो नवे चेक करे ने। अच्छा ਤੁਸੀਂ ਮਰਜ਼ਾਈ ਹੋ ਚੱਲੇ ਆਏ? हाँ मैं मिर्जाई होने लगा, लेकिन ना मतलब बंदे आखा भाई एक बार सर्च कर गए, एक बार चेक कर गए, पढ़ गए एक बार उस नबी ने बारे। मैं जैसा मुताला किया 12 साल सर्चिंग तो बाद मैं इस नतीजे पे पहुंचा, गलाजत ना ढेर गलाजत, गंदगी मेरी पता नहीं ये गल ठीक। इतने पढ़े लिखे लोग पता नहीं की मिर्जैयत कबूल की बैठे ने, इतने अच्छे अच्छे पढ़े लिखे डॉक्टर अब्दुल सलाम, ठीक है, उन लोग भी नहीं समझ सके। अल्लाह उन्हें हदायत नहीं देती, अल्लाह जिसको हदायत चाह गए ना, ठीक है, बस खत्म, उसने ईमान बर्बाद। ठीक है, वो आयत आमिर साहब वो आयत केड़ी सुमन बुकमन तुम बुकमन उमयुन फहुम ला यारजून, वो आयत उन्होंने ये बिमिनस समा अल्लाह जना कोई ज़ुलमात। हाँ अल्लाह जिन्हें कोई ईमान नहीं दौलत चाह गए ना। हाँ डॉक्टर अब्दुल सलाम कितना पढ़ा लिखा अजीम इंसान है, ठीक है, लेकिन अल्लाह उसे हदायत नहीं दी, कुफर च मर गया। ठीक है, इयां और भी बहुत सारे लोग हैं, ठीक है। हाँ अल्लाह जिन्ना चाहे जिसा ईमान नहीं दौलत, अल्लाह ना लख शुक्र है, या अल्लाह वहां बचाया ही। ठीक है, आज मैं अपने ईमान के साबित कदम फरमा लो। अस्सलाम वालेकुम जी, नमस्कार। गल दी तस्वीर फरमा लो, यह गल थोड़ी जी गलत हो जाएगी कि अल्लाह ने उन्होंने हदायत दी थी, यह गल नहीं है। अल्लाह ताला किसी इंसान तो हदायत खोंदा नहीं है। अल्लाह ताला जो किसी इंसान के सामने वाजे को गल आ जाए और उन्होंने इनकार कर दे, उदों ते मोहर लांदा है। अब ये जो है ना डॉक्टर अब्दुल सलाम, इन्हें हदायत में कबूल नहीं की, है गल ठीक है, अल्लाह ने तो रावे हक बनाया हर बंदे। ट्रुथ सीकर तू रिकॉर्डिंग करके लै जा सैनी साहब दी बराड़ ते जाके चलाई भाई। अज उत्थे मिर्जा साहब दी बायोग्राफी बयान हुई है, मुर्तजा वान साहब ने पहली बारी बराड़ लाई है, ते पहली चोरी ते पहला ही फा, पहली बारी बराड़ लाई है, ते पूरी बायोग्राफी चौधरी साहब ने बयान कर दी। आज फट्टे चाक दिते ने भाई 12 साल नहीं तहकीकात तो बाद इस नतीजे से पहुंचा। 12 मैं नहीं बक्या बंदा का मिर्जा साहब गलत है, चलो जी टोर पे भाई ठीक है जी, गलत है नहीं 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 ਤੁਹਾਡੀ मैं पूरी आमिर नजीर भाई ਜਿਹੜਾ ਮੈਂ ਮੈਸੇਜ ਕੀਤਾ ਹੈ ਸ਼ਾਮੀ ਤੁਸੀਂ ਕੀ ਹਾਂ ਇਹ ਮੇਰੇ ਨਾਲ ਅੱਜ ਇਹ ਹੋਈ ਤੇ ਚੰਗੀ ਹੋਈ ਫਿਰ ਹੈ। ਇਹ 12 ਸਾਲ ਦੀ ਰਿਆਜ਼ਤ ਦਾ ਅੱਜ ਤੁਹਾਡੇ ਸਾਹਮਣੇ ਆ ਨਹੀਂ ਗਿਆ ਨਤੀਜਾ। ਮੈਂ ਕਿਹਾ ਮਾਹੌਲ ਕੋਈ ਬਿਹਤਰ ਹੋਵੇ, ਮੈਂ ਕਿਹਾ ਚਲੋ ਅੱਜ ਮੈਂ ਫ੍ਰੀ ਆ, ਸੰਡੇ ਆ, ਛੁੱਟੀ ਹੈ ਤੇ ਮੈਂ को ब्राड लेना, तो मैं क्या चलो कोई दरमियाना बेहतर माहौल। अच्छा आज एक और गल 12 साल एक और गल आमिर साहब, एक और गल भाई, कदी भी तुसी ईसाइयां नाल कदी भी इस गल्लां ते ना भवे भाई खातिमुन नबीयीन दा लफ्ज़ कथया ते हज़रत ईसा ता फौत हो गए, कदी भी इस गल्लां ते ना आवे। असां के लगे भाई कुरान च आ गया खातिमुन नबीयीन, सूरतुल अहज़ाब नी 40 नंबर आयत, ठीक है बस 33-40 ਇਹ ਜਿਹੜਾ ਮੇਰੇ ਨਾਂ ਨਾਲ ਮੇਰੇ ਨਾਂ ਨਾਲ 33-40 ਤੁਹਾਨੂੰ ਦਿਸਦਾ ਨਾ ਪਿਆ ਜੀ, ਇਹ ਕੋਡ ਵਰਡ ਹੈ 33-40। ਤੁਸੀਂ ਵੀ ਆਪਣੇ ਨਾਂ ਨੂੰ ਸਹੀ ਕਰ ਲਓ, ਤੇ 333 ਦੀ ਬਜਾਏ 33-40 ਲਿਖ ਲਓ। 33 ਨੰਬਰ ਸੂਰਤ ਹੈ ਤੇ 40 ਨੰਬਰ ਆਇਤ। बहरहाल असां इस गल्ला ना करने ने लो, असां बा एक गल फोकस करो भाई, मिर्जा अगर नबी हो गया ते टट्टी उसने मुंह वाले पलो की निकले, तौबा बोल चो ता निकले ना मुंह चो की निकला गया। अगर बस इस गल्ला छोड़ो भाई ना लगे कितना दुखी होया इन्हें
ਇਹ ਜਿਉਂਦਿਆਂ ਵੀ ਗੰਦਗੀ, ਜਿਉਂਦਿਆਂ ਵੀ ਉਹਦੇ ਮੂੰਹ ਚੋਂ ਗੰਦ ਹੀ ਨਿਕਲਦਾ ਰਿਹਾ ਤੇ ਮੋਇਆਂ ਵੀ ਗੰਦ ਹੀ ਨਿਕਲਣਾ। ਜਿਉਂਦਿਆਂ ਕਿਹੜਾ ਕੋਈ ਚੰਗੀ ਗੱਲ ਕੀਤੀ? ਗਾਲਾਂ ਕੱਢੀਆਂ ਨੇ ਲੋਕਾਂ ਨੂੰ, ਉਲਮਾ ਨੂੰ ਗਾਲਾਂ ਕੱਢੀਆਂ, ਔਲੀਆ ਨੂੰ ਗਾਲਾਂ ਕੱਢੀਆਂ, ਸੂਫੀਆ ਨੂੰ ਗਾਲਾਂ ਕੱਢੀਆਂ ਨੇ, ਆਇਮਾ ਨੂੰ ਗਾਲਾਂ ਕੱਢੀਆਂ ਨੇ, ਨਬੀਆਂ ਨੂੰ ਗਾਲਾਂ ਕੱਢੀਆਂ ਨੇ, ਇਮਾਮ ਹੁਸੈਨ ਨੂੰ ਗਾਲਾਂ ਕੱਢੀਆਂ ਨੇ। ਜਿਉਂਦਿਆਂ ਵੀ ਮੂੰਹ ਚੋਂ ਗੰਦ ਹੀ ਨਿਕਲਦਾ ਰਿਹਾ ਤੇ ਮੋਇਆਂ ਵੀ ਗੰਦ ਹੀ ਨਿਕਲਣਾ ਸੀ। ਅੱਛਾ ਗੱਲ ਸੁਣੋ, ਕਦੀ ਵੀ ਇਸ ਗੱਲਾਂ ਤੇ ਸਾਰੇ ਭਰਾ ਜਿਤਨੇ ਬੈਠੇ ਨੇ थे 5-6 ਭਰਾ ਆਣੇ थे ਅਹਿਮਦੀ ਕੇ ਸਾਹਿਬ ਇਹ ਕੋਈ ਨਹੀਂ, ਇਸ ਵੇਲੇ ਥੱਲੇ ਬਹਿ ਕੇ ਕੰਧਾਂ ਤੇ ਬਹਿ ਕੇ ਸੁਣਦੇ ਨੇ ਪਏ, ਤੁਹਾਡੀ ਆਵਾਜ਼ ਜਾਂਦੀ ਪਈ ਉਹਨਾਂ ਤਾਈਂ। ਕੋਈ ਵੀ ਸਾਰੇ ਸੁਣ ਗਏ नो। कदी भी क्या भाई ना कोई बंदा गल करे ना भाई तू आ मैं ना खातिमुन नबीयीन ते बह, मतलब लफज से, या मैं ना तू आके बह हज़रत ईसा अलैहिस्सलाम फोत हो गए या जिंदान, मकसद ही नहीं भाई, असा मकसद ही नहीं। सिर्फ एक गल फोकस करो भाई, मिर्जा नी जिंदगी ने हालात पढ़ के दसो जी। मिर्जा साहब आप की पैदा है जिसले वफात हुई तां के पोजीशन ही है, ठीक है बस, ਇਸ ਤੋਂ ਇਲਾਵਾ ਕੋਈ ਗਰਜ਼ ਨਹੀਂ। ਮਾਸ਼ਾਅੱਲਾ ਤੁਸੀਂ ਇੱਥੇ ਆਏ ਹੋ, ਤੁਸੀਂ ਤਸ਼ਰੀਫ ਲਿਆਏ ਹੋ, ਸ਼ਾਇਦ ਪਹਿਲੀ ਵਾਰ ਤੁਹਾਡਾ ਜਿਹੜਾ ਨਾ ਸਾਡੇ ਉਸਤਾਦ ਮੁਹਤਰਮ, ਸਾਡੇ ਬੜੇ ਹੀ ਮੁਤਬਰ ਤੇ ਮੁਅੱਜ਼ਜ਼ ਤੇ ਮੁਹਤਰਮ ਤੇ ਬੜੇ ਪਿਆਰ ਵਾਲੇ ਜੀ ਜਿਹੜੇ ਨੇ ਨਜ਼ੀਰ ਸਾਹਿਬ, ਆਮਿਰ ਨਜ਼ੀਰ। ਨਾ ਮੇਰਾ ਨਾਮ ਨਾ ਲਿਓ ਬਸ ਕਾਫੀ ਹੈ। ਨਹੀਂ ਮੈਂ ਪਤਾ ਕਿਉਂਕਿ ਮੈਂ ਇਹਨਾਂ ਦੇ ਬਾਰੇ ਸੁਣਿਆ। ਆਮਿਰ ਨਜ਼ੀਰ ਸਾਹਿਬ ਮਰਜ਼ਈਆਂ ਵਾਸਤੇ ਮੌਤ ਨੇ, ਔਰ ਇਹ ਪੂਰੀ ਮੈਂ ਇਹਨਾਂ ਦੇ ਬਾਰੇ ਸੁਣਿਆ ਨਾ, ਇਹਨਾਂ ਦਾ ਨਾਮ ਹੀ ਕਾਫੀ ਹੈ। ਹਾਂਜੀ, ਤੇ ਇਹ ਮਾਸ਼ਾਅੱਲਾ ਉਹ ਸੂਰਜ, ਚਮਕਦਾ ਸੂਰਜ ਆ ਕਿ ਇਹਦੇ ਅੱਗੇ ਜਿਹੜੇ ਨਾ ਮਰਜ਼ਈ ਲਜਣਾ ਦੇ ਅੱਜ ਤੱਕ ਕੋਈ ਮਾਂ ਦਾ ਪੁੱਤ ਨਹੀਂ ਜੰਮਿਆ ਕਿ ਜਿਹੜਾ ਇਹਨਾਂ ਦੇ ਸਾਹਮਣੇ ਠਹਿਰ ਜਾਵੇ ਹਵਾਲਿਆਂ ਨਾਲ। ਇੱਕ ਇਹ ਹਸਤੀ, ਦੂਸਰੀ ਸਾਡੇ ਮੁਫਤੀ ਮੁਬਸ਼ਰ ਸਾਹਿਬ, ਠੀਕ ਹੈ, ਤੀਸਰੇ ਸਾਡੇ ਜਿਹੜੇ ਨੇ ਦੀ ਮੁਹੰਮਦ ਦੀਨ ਸਿਆਲਵੀ ਸਾਹਿਬ। ਇਹ ਸਾਡੇ ਪਾਏ ਦੇ 4 ਪਾਵੇ ਨਹੀਂ ਹੁੰਦੇ ਜਿਵੇਂ ਕਿਸੇ ਚੀਜ਼ ਦੇ, ਜਿਨ੍ਹਾਂ ਦੇ ਉੱਤੇ ਖਲੋਤਾ ਹੁੰਦਾ ਖਤਮੇ ਤਹਫਜ਼ ਖਤਮੇ ਨਬੂਵਤ ਦਾ ਜਿਹੜਾ ਸਾਰੀ ਇਮਾਰਤ, ਇਹ ਉਹ 4 ਸਤੂਨਾਂ ਦੀ ਤਰ੍ਹਾਂ ਨੇ, 4-5 ਸ਼ਖਸੀਅਤ ਜਿਹੜੀਆਂ ਨੇ ਨਾ, ਤੇ ਜਿਨ੍ਹਾਂ ਦੇ ਵਿੱਚ ਆਪਣਾ ਮੁਕਾਮ ਰੱਖਣ ਵਾਲੇ ਨੇ। ਤੇ ਮੈਂ ਕਹਿੰਦਾ ਕਿ ਕਮਾਲ ਹੈ ਸਾਡੇ। ਹਾਂਜੀ ਬਿਲਕੁਲ, ਤੇ ਕਦੀ ਗਾਲ ਨਹੀਂ ਕੱਢਣੀ ਇਹਨਾਂ ਨੇ ਤੇ ਨਾ ਕਦੀ ਇਹਨਾਂ ਨੇ ਕੋਈ ਬਦਤਮੀਜ਼ੀ ਕਰਨੀ। ਹਵਾਲੇ ਹੀ ਇਹਨਾਂ ਨੇ ਐਸਾ ਉੱਥੇ ਵਾੜ ਦੇਣਾ ਜਿੱਥੋਂ ਨਿਕਲੇ ਨੇ, ਜਿਨ੍ਹਾਂ ਲਜਨਾਵਾਂ ਦੀਆਂ ਥਾਵਾਂ ਚੋਂ ਨਿਕਲੇ ਨੇ ਨਾ ਮਰਜ਼ਈ, ਇਹ ਹਵਾਲਿਆਂ ਨਾਲ ਵਾੜ ਛੱਡਦੇ। ਭਾਈ ਜਾਨ ਗੱਲ ਸੁਣੋ, ਮੈਂ ਆਮਿਰ ਨਜ਼ੀਰ ਸਾਹਿਬ ना मैं अली अकबर ने मुंह च सुना है। अली अकबर पता नहीं कितनी बराड़ा ते इन्होंने जिक्र कर चुका। आमिर नजीर गुस्ताख है जी, आमिर नजीर इंजे ते मैं इस तो मैं आखा वाकई आमिर नजीर ਇਹਨਾਂ ਜ਼ਿਆਦਾ ਪਬਲਿਸਿਟੀ ਸ਼ੁਰੂ ਕੀਤੀ ਸਾਡੀ ਮਰਦਾਈਆਂ ਨੇ, ਆਪੇ ਪਬਲਿਸਿਟੀ ਸ਼ੁਰੂ ਕੀਤੀ। हाँ मिर्ज़ई आज भी खौफ खाने आमिर नजीर ने नाए तो। अली अकबर बहुत बड़ा शातमे रसूल मतलब गुस्ताख है, बड़ी गुस्ताखी कीतियां। दलियां दे बच्चे ने हरामी ने ਜਿਹੜੇ ਨਾ ਜਿੰਨੇ ਵੀ ਉਹ ਹਰਾਮ ਦੇ ਨੇ, ਟੈਸਟਡ ਹਰਾਮ ਦੇ ਜਿਹਨੂੰ ਕਹਿੰਦੇ ਨੇ ਨਾ ਵੀ ਸਰਟੀਫਾਈਡ ਹਰਾਮ ਦਾ, ਉਹ ਨੇ ਉਹ ਹਰਾਮ ਦੇ ਨੇ। ਇੱਕ ਉਹ ਹੋ ਗਿਆ ਉਹ ਤੋਂ ਦਿੱਲੀ ਮਾਂ ਦਾ ਬੱਚਾ ਜਿਹੜਾ ਲੈ ਕੇ ਬੈਠਾ ਹੁੰਦਾ, ਜਿਹੜਾ ਇੰਡੀਆ ਦਾ ਉਹ ਹਰਾਮ ਦਾ ਸੈਫੀ, ਠੀਕ ਆ। ਫਿਰ ਉਹਦੇ ਨਾਲ ਜਿਹੜੇ 2-3 ਬੈਠੇ ਹੋ ਦਿੱਲੀਆਂ ਦੇ ਬੱਚੇ ਨੇ, ਇਹਨਾਂ ਦੇ ਮਾਂ, ਇਹਨਾਂ ਦੀ ਇੰਨੀ ਪਾਵਰ ਨਹੀਂ ਹੈਗੀ, ਮੈਂ ਕੀ ਕਹਾਂ ਇਹਨਾਂ ਨੂੰ। ਇਹ ਦਲੀਆਂ ਮਾਂ ਦੇ ਬੱਚੇ ਐਸੇ ਨੇ ਗਸ਼ਤੀਆਂ ਦੇ ਵੀ ਇਹ ਆ ਕੇ 2 ਮਿੰਟ ਟੇਕ ਨਹੀਂ ਸਕਦੇ, 2 ਘੜੀ ਟੇਕ ਨਹੀਂ ਸਕਦੇ ਸਾਹਮਣੇ ਇਹਨਾਂ ਦੇ। ਸਾਡੇ ਜਿਹੜੇ ਆਮਿਰ ਨਜ਼ੀਰ ਸਾਹਿਬ ਦੀ, ਮੁਫਤੀ ਸਾਹਿਬ ਨੇ, ਦੂਸਰੇ ਮੁਬਸ਼ਰ ਸਾਹਿਬ ਜਾਂ ਮੁਹੰਮਦ ਦੀਨ ਸਿਆਲਵੀ ਸਾਹਿਬ ਜਾਂ ਜਿਹੜੇ ਸਾਰੇ ਨੇ। अस्सलाम वालेकुम। ਹਾਂਜੀ ਵਾਲੇਕੁਮ ਸਲਾਮ। ਮੈਰੀ ਸਾਹਿਬ ਕੰਮ ਰੱਖੋ ਭਾਈ, ਕਿਉਂਕਿ ਆਮਰ ਭਾਈ ਨੂੰ ਗਾਲਾਂ ਮੈਨੂੰ ਛੱਡ ਕੇ ਪੈਣੇ ਵਾਲੀਆਂ ਹੀ ਹੁਣ। ਏਡੀ ਆਮਰ ਸਾਹਿਬ ਇੱਥੇ ਉਹਦੀ ਭੈਣ ਵੀ ਕੱਢ ਲਾਂਗੇ ਜਿਹੜਾ ਗਾਲ ਕੱਢੇਗਾ ਆਮਰ ਸਾਹਿਬ। ਨਹੀਂ ਕੰਮ ਚੁੱਕੋ ਆਮਰ ਸਾਹਿਬ। ਨਹੀਂ ਆਮਿਰ ਨਜ਼ੀਰ ਸਾਹਿਬ ਕਰੋ ਸਭ। ਤੇ ਤੁਹਾਡੀ ਥੱਲੇ ਬਹਿ ਕੇ ਮੈਂ ਤੁਹਾਨੂੰ ਗਾਰੰਟੀ ਦਿੰਦਾ, ਇਹਨਾਂ ਹੁਣ ਜਾ ਕੇ ਸੈਣੀ ਸਾਹਿਬ ਦੀ ਬਰਾੜ ਤੇ, ਇਹਨਾਂ ਹੁਣ ਜਾ ਕੇ ਸੈਣੀ ਸਾਹਿਬ ਦੀ ਬਰਾੜ ਤੇ ਇਹ ਵਾਕਿਆ ਪੂਰਾ ਸੁਣਾਣਾ ਹੈ, ਰਿਕਾਰਡਿੰਗ ਉਹਨੇ ਆਖਣਾ ਅਮਰ ਉੱਥੇ ਬੈਠਿਆ ਤੇ ਉਹ ਬੰਦਾ ਆਇਆ ਤੇ ਉਹਨੇ ਐਂ ਜਾ ਕੇ ਸੁਣਾਇਆ ਸਾਡੇ। ਚੌਧਰੀ ਸਾਹਿਬ ਇੱਕ ਗੱਲ ਨਹੀਂ, ਸਾਰੇ ਆ ਜਿਹੜੀਆਂ 3 ਹਸਤੀਆਂ ਜਿਹੜੀਆਂ ਨੇ ਨਾ, ਇੱਕ ਆਮਿਰ ਨਜ਼ੀਰ ਸਾਹਿਬ ਤੇ ਦੂਸਰੇ ਜਿਹੜੇ ਮੈਂ ਦੋਨੋਂ, ਆਮਿਰ ਨਜ਼ੀਰ ਸਾਹਿਬ ਜਿੱਥੇ ਬੈਠੇ ਹੋਣਗੇ ਨਾ, ਮਰਜ਼ਈ ਉੱਡ ਤੇ ਪੁੰਡ ਚੁੱਕ ਕੇ ਰਿਕਾਰਡਿੰਗਾਂ ਜ਼ਰੂਰ ਕਰਨਗੇ ਬਾਹਰ ਬਹਿ ਕੇ, ਜਿੱਥੇ ਮਰਜ਼ੀ ਉੱਤੇ ਥੱਲੇ, ਠੀਕ ਆ। ਜਿੱਥੇ ਆਮਿਰ ਨਜ਼ੀਰ ਬੈਠੇ ਹੋਣਗੇ ਨਾ, ਮਰਜ਼ਈ ਭੈਣ ਜ਼ਰੂਰ ਪੇਸ਼ ਕਰਨਗੇ।
ਠੀਕ ਹੈ, ਹੁਣ ਸਾਹਮਣੇ ਆ ਕੇ ਗੱਲ ਨਹੀਂ मैंने ਕਰਨਗੇ, तस्वीर ਰਿਕਾर्डिंगां ਕਰਨਗੇ। अच्छा मां सारे जानने हाँ पीछे सीसीटीवी मैंने तस्वीर मतलब एडिटिंग करके लिखा हुआ दहशतगर्द सरबराह दहशतगर्द तंजीम का सरबराह मारा ਅੱਛਾ गया। ਅੱਛਾ ਅੱਛਾ, ਉਹ ਤੁਹਾਡੀ ਫੋਟੋ ਲੱਗੀ ਸੀ। ਅੱਛਾ ਆਹੋ, ਉਹ ਤੁਹਾਡੀ ਤੱਕੀ ਹੈ। ਤਸਵੀਰ ਸੀ। ਮੈਂ ਵਾਹ ਤੱਕੀ ਜੀ ਮੈਂ ਵਾਹ, ਤੱਕੀ ਕਿਆ ਹੈ। ਬਾਤ। जी जी वो मैंने तस्वीर ठीक है सारे ਤੇ मां ਸਾਕੀ ਸਾਹਿਬ ਮੌਜੂਦ ਨੇ, ਇਹ ਵੀ ਪਹਿਲੇ ਮਿਰਜ਼ਾਈ ਹੁੰਦੇ ਸਨ। ਤੁਸੀਂ ਤੁਹਾਡੇ ਨਾਲ ਕਿਉਂਕਿ ਤੁਸੀਂ ਮਿਰਜ਼ਾਈ ਹੋਣ ਲੱਗੇ ਸੋ ਤੇ ਇਹ ਹੋ ਕੇ ਬੱਚੇ ਨੇ। ਤਾਰਫ ਪੂਰਾ ਕਰਾਓ ਨਾ ਵੀ ਗਾਲਾਂ ਵੀ ਬੜੀਆਂ ਕੱਢਦਾ ਸੀ, ਸ਼ਾਇਦ ਛੱਡਿਓ ਨਾ। ਪਹਿਲੇ ਵੀ ਕੱਢਦੇ ਸਨ, ਸਨ ਵੀ, ਹੁਣ ਵਾਪਸ ਮਿਰਜ਼ਾਈਆਂ ਨੂੰ ਕੱਢਦੇ। ਅੱਲਾ ਮਾਫ ਕਰੇ, ਤਾਰਫ ਪੂਰਾ ਕਰਾਓ। ਸਾਕੀ ਭਾਈ ਹੁਣ ਨਹੀਂ ਗਾਲ ਕਰਦੇ, ਸਲਾਮ ਕਬੂਲ ਕਰ। ਆਮਰ ਭਾਈ ਇਹਨਾਂ ਨੇ ਨਾ ਹੁਸੈਨੀ ਨੂੰ ਦੱਸਣਾ ਹੈ ਭਾਈ, ਉਹ ਵਾਕਿਆ ਸੁਣਾਉਂਦਾ ਜਾਂਦਾ ਸੀ ਤੇ ਆਮਰ ਭਾਈ ਉਹ ਤੋਂ ਹਵਾਲੇ ਕੱਢ ਕੇ ਸੁਣਾਈ ਜਾਂਦੇ ਸੀ। ਜਿਹੜੇ ਹਵਾਲੇ ਨੇ ਮੈਂ ਉਹਨਾਂ ਦੀ ਤਸਦੀਕ ਨਾ ਕਰਾਂ, ਬਿਲਕੁਲ ਜਿਹੜੇ ਨੇ ਉਹ ਨੇ। ਆਮਰ ਭਾਈ ਅੱਜ ਜਿਹੜਾ ਵਾਕਿਆ ਹੋਇਆ ਨਾ, ਜੀ ਜੀ ਮੈਂ ਨਾ ਕਮਾਲ ਹੋਇਆ। ਰਾਜ ਚੌਧਰੀ ਨੇ ਜਿੱਤ ਲਈ ਹੈ, ਪੂਰੀ ਬਰਾੜ ਹੀ ਜਿੱਤ ਲਈ ਹੈ। ਨਹੀਂ ਚੌਧਰੀ ਸਾਹਿਬ ਦਾ ਨਹੀਂ ਮੈਨੂੰ ਪਤਾ, ਜਿਹੜਾ ਪਾਕਿਸਤਾਨ ਚੌਧਰੀ ਨੇ ਬਰਾੜ ਲੁੱਟੀ ਹੈ ਨਾ, ਉਹ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ। ਕੀ ਹੋਇਆ ਸੁਣਾਓ। ਪਾਕਿਸਤਾਨ ਗੁਜਰਾਤ ਨਾ, ਉਹ ਕਚਹਿਰੀ ਚੌਕ ਦੇ ਨਾਲ, ਪਤਾ ਜੋ ਨਾਦਰ ਵਾਲਿਆਂ ਦਾ ਦਫ਼ਤਰ ਹੈ, ਉਹ ਜਿਹੜੇ ਉਹ ਐਕਸਪ੍ਰੈਸ ਨਾਦਰ ਵਾਲੇ ਨੇ, ਹਾਂਜੀ ਹਾਂਜੀ, ਉਹਦੇ ਨਾਲ ਹੀ ਹੈ ਪਰ ਅਮਰਦਵਾਟਾ ਵੀ ਨਾ। ਉੱਥੇ 2-3 ਜੱਟ ਬੰਦੇ ਬੈਠੇ ਸਨ ਤੇ ਇੱਕ ਜਨਾਬ ਮੁਰੱਬੀ ਮੱਲਮ ਸਾਹਿਬ ਜਿਹੜੇ ਨੇ ਉੱਥੇ ਆ ਗਏ ਤੇ ਉੱਥੇ ਗੱਲ ਛੇੜ ਗਈ ਹੈ ਹਜ਼ਰਤ ਈਸਾ ਅਲੈਹਿਸਲਾਮ ਦੀ। ਅੱਛਾ, ਉਹ ਮੁਰੱਬੀ ਆਂਦਾ ਬਈ ਠੀਕ ਹੈ ਤੁਸੀਂ, ਮੈਂ ਮੰਨ ਲੈਣਾ ਵਾ ਬਈ ਰਿਜ਼ਕ ਰੱਬ ਦੀ ਜ਼ਾਤ ਦਿੰਦੀ ਹੈ ਕਿ ਪੱਥਰ ਦੇ ਵਿੱਚ ਵੀ ਕੀੜੇ ਨੂੰ ਦੇ ਛੱਡਦੀ ਹੈ। ਤੇ ਹਜ਼ਰਤ ਆਦਮ ਅਲੈਹਿਸਲਾਮ ਦਾਣਾ ਖਾ ਕੇ, ਤੁਸੀਂ ਲਾ ਲਓ ਪਹਿਲਾਂ, ਮੈਂ ਬਾਅਦ ਚ ਲਾਣਾ ਨਾਲ ਸਾਈਡ ਤੇ। ਇੱਕ ਸੈਕਿੰਡ ਸਾਕੀ ਭਾਈ ਹੋਲਡ ਰੱਖੋ। ਜੀ ਜੀ, ਮੈਂ ਕਿਹਾ ਤੁਸੀਂ ਲਾ ਲਓ, ਫਿਰ ਮੈਂ ਪਰਲੇ ਪਾਸੇ ਲਾਣਾ ਨਾਲ ਤੁਹਾਡੇ। ਲਾ ਲਿਓ, ਸਾਈਡ ਕੀ ਕਰਦਾ ਮੁੱਕਿਆ ਨਹੀਂ ਹੈ। ਹਾਂ ਮੈਂ ਕਿਹਾ ਇੰਨੀ ਦੇਰ ਹੋ ਗਈ, ਮੈਂ ਕਿਹਾ ਨਿਕਲ ਗਿਆ ਹੋਣਾ। ਚਲੋ ਠੀਕ, ਅੱਛਾ ਜੀ ਕਰੋ ਬਸ। ਉਹ ਨਾ ਉਹਨਾਂ ਆਖਿਆ ਵੀ ਹਜ਼ਰਤ ਆਦਮ ਅਲੈਹਿਸਲਾਮ ਜਿਹੜੇ ਨੇ ਉਹ ਵੀ ਦਾਣਾ ਖਾ ਕੇ ਤੇ ਥੱਲੇ ਟੋਰਾਏ ਸਨ ਹਾਜਤ ਵਾਸਤੇ। ਕੌਣ ਕਹਿੰਦਾ? ਉਹ ਮੁਰੱਬੀ ਬਈ ਉਹ ਵੀ ਥੱਲੇ ਆ ਗਏ ਹਾਜਤ ਵਾਸਤੇ, ਤੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਜੇ ਰੱਬ ਉੱਤੇ ਖਾਣਾ ਦਿੰਦਾ ਤੇ ਉਹ ਹਾਜਤ ਕਿੱਥੇ ਕਰਦੇ ਨੇ। ਅੱਗੋਂ ਜਿਹੜੀ ਉਹ ਜਟਕੇ ਬੰਦੇ ਨੇ ਜਵਾਬ ਦਿੱਤਾ ਨਾ, ਮੁਰੱਬੀ ਖਲੋਤਾ ਨਹੀਂ। ਅੱਛਾ, ਉਹਨੇ ਅਮਰ ਭਾਈ ਜਵਾਬ ਇਹ ਦਿੱਤਾ, ਉਹਨੇ ਆਖਿਆ ਜਿੱਥੇ ਤੂੰ ਕਰਦਾ ਸੈਂ। ਉਹਨੇ ਆਖਿਆ ਇਹ ਕੀ ਗੱਲ ਹੋਈ ਹੈ ਜਿੱਥੇ ਤੂੰ ਕਰਦਾ ਸੈਂ? ਉਹਨੇ ਆਖਿਆ 8-9 ਮਹੀਨੇ ਅੰਮਾ ਦੇ ਪੇਟ 'ਚ ਰਿਹਾ, ਖਾਂਦਾ ਤੇ ਰਿਹਾ ਤੇ ਕਰਦਾ ਕਿੱਥੇ ਸੈਂ? ਉੱਥੇ ਇੰਨਾ ਸ਼ੁਗਲ ਬਣਿਆ ਅਮਰ ਭਾਈ, ਇੰਨੀ ਕਮਾਲ ਦਾ ਉਹਨੇ ਜਵਾਬ ਦਿੱਤਾ ਨਾ ਕਿ ਉਹ ਮਰਜ਼ੋਟਾ ਜਿਹੜਾ ਨਾ, ਉਹਨੇ ਆਖਿਆ ਠੀਕ ਹੈ ਬਈ ਤੁਹਾਡਾ ਕੁਝ ਨਹੀਂ ਹੋ ਸਕਦਾ। ਇਹਨਾਂ ਬਦਬਖਤਾਂ ਨੂੰ ਇਹੋ ਜਿਹੀਆਂ ਹਰਕਤਾਂ, ਇਹੋ ਜਿਹੀਆਂ ਗੱਲਾਂ ਕਰਕੇ ਖਾਮਖਾ ਆਪਣਾ ਬੇੜਾ ਹੋਰ ਨਹੀਂ ਡੋਬਣਾ ਚਾਹੀਦਾ। ਡਿੱਗੇ ਤੇ ਅੱਗੇ ਹੀ ਟੋਏ ਚ ਆਣ ਨੇ। ਮਜ਼ੀਦ ਖੂਹ ਕੱਢਣਾ ਆਪਣੇ ਵਾਸਤੇ, ਨਬੀਆਂ ਉੱਤੇ ਭੌਂਕ ਕੇ ਬਕਵਾਸ ਕਰਕੇ ਉਹਦਾ ਕੀ ਫਾਇਦਾ? जी अस्सलाम वालेकुम। वालेकुम सलाम। लामा साहब क्या हाल है? ठीक ठाक है अल्हम्दुलिल्लाह अल्हम्दुलिल्लाह। लामा साहब मुझे शक पड़ रहा है कि आप भी ना ढिल्ले मट्ठे हो गए हैं $1000 के पीछे। नहीं, आज सुबह की ना संडे था तो इसलिए आज थोड़ी रेस्ट कर रहे थे, ज्यादा टाइम नहीं दिया। तो $1000 छोड़ेंगे नहीं इंशाल्लाह, इनके हाथ डाल के निकालेंगे, फिक्र में। तो क्या बंदा लगता मुक गया तो पिछे हुण की करना सी, पिछे जाके ते गल नूं रहण ही दिओ भाई। हम उसकी लाश भी रोक लेंगे, उससे $1000 लेके उसको दफनाने देंगे। यानी ਤੁਸੀਂ ਚਾਹੁੰਦੇ ਕਿ ਤੁਹਾਡਾ ਇਹ ਮਕਸਦ ਹੈ ਕਿ ਜਿਸ ਤਰ੍ਹਾਂ ਰੱਬੇ ਵਿੱਚ ਲਾਸ਼ ਨੂੰ ਕਹਿੰਦੇ ਨੇ ਨਹੀਂ ਜਾਣ ਦੇਣਾ ਜਦੋਂ ਤੱਕ ਬਾਕੀ ਨਾ ਪੂਰੇ, ਬਾਕੀ ਆਦ ਪੂਰੇ ਨਾ ਹੋਏ, ਤੇ ਤੁਸੀਂ ਵੀ ਕਹਿੰਦੇ ਹੋ ਨਹੀਂ ਜਾਣ ਦੇਣਾ। ਹਾਂ ਬਿਲਕੁਲ, ਉੱਥੇ ਲਿਖਿਆ ਨਹੀਂ ਵਸੀਅਤ ਜਿਹੜੀ ਹੈ ਜਦ ਤੱਕ ਤੁਸੀਂ ਪੇਮੈਂਟ ਨਹੀਂ ਕਰਨੀ ਤੇ ਤੁਸੀਂ ਉੱਥੇ ਲਿਜਾ ਕੇ ਦਫਨਾ ਨਹੀਂ ਸਕਦੇ। ਅਸਾਂ ਵੀ ਇਹਨਾਂ ਦੀ ਲਾਸ਼ ਢੱਕ ਦੇਣੀ, ਜਨਾਜ਼ਾ ਢੱਕ ਦੇਣਾ, ਇਹਦਾ ਅੰਤਮ ਸੰਸਕਾਰ ਤਾਂ ਕਰਨ ਦੇਣਾ, ਪਹਿਲੇ ਪੈਸੇ ਦੇਣ ਸਾਡੇ। ਨਹੀਂ ਤੂੰ ਕੋਈ ਇਨਫੋਰਮੇਸ਼ਨ ਲਈ ਜੇ, ਕਿਸੇ ਕੋਲ ਪੁੱਛਾ ਕੋਈ ਜਾਇਆ ਜੇ ਕਿ ਬੰਦਾ ਹੈਗਾ ਜਾਂ ਨਹੀਂ ਹੈਗਾ। ਮੈਂ ਤੁਹਾਨੂੰ ਕਹਿ ਰਿਹਾ, ਮੈਨੂੰ ਸਦਕਾ ਤਲਾ ਤੇ ਹੀ ਆ ਰਹੀਆਂ ਨੇ ਕਿ ਬੰਦਾ ਕੋਈ ਨਹੀਂ ਹੈਗਾ, ਤੇ ਤੁਸੀਂ ਵੀ ਕੋਈ ਆਪਣਾ ਕਰਨਾ ਸੀ, ਕੋਈ ਪਤਾ ਤੇ ਕਰਨਾ ਸੀ। ਅੱਜ ਅਸਲ ਚ ਸਵੇਰ ਦਾ ਹੀ ਮੈਂ ਦੱਸਿਆ, ਸੰਡੇ ਸੀ ਤੇ ਢਿੱਲੇ ਮੱਠੇ ਹੀ ਸੀ, ਕੋਈ ਮੈਂ ਵੀ
ਮੌਸਮ ਇੰਜੇ ਦਾ ਹੀ ਸੀ ਤੇ ਫਿਰ ਰੈਸਟ ਹੀ ਕਰਦੇ ਰਹੇ ਜ਼ਿਆਦਾ। ਇੱਕ ਦੋ ਵਾਰੀ ਆਏ ਆ ਅੱਗੇ ਉਹ ਸਮੀਰ ਦੀ ਬਰਾੜ ਤੇ ਇੱਕ ਮਰਜ਼ਾਈ ਲਗਾ ਸੀ ਮਲਕ ਇਮਰਾਨ ਨਾਲ ਕੋਈ ਹੇਰਾਫੇਰੀ ਕਰਨ, ਤੇ ਉਹ ਸੋਟਾ ਲੈ ਕੇ ਮੈਂ ਉਹਦੇ ਮਗਰ ਲਾ ਕੇ ਮੈਂ ਖਲੋ ਜਾ ਤੇਰੇ ਮਰਜ਼ਾਈ ਦੀ ਐਸੀ ਦੀ ਤੈਸੀ। ਉਹ ਤੋਂ ਦੌੜਿਆ ਕੱਪੜੇ ਜੁੱਤੀਆਂ ਛੱਡ ਕੇ ਕਹਿੰਦਾ ਮੈਂ ਨਹੀਂ ਗੱਲ ਕਰਨੀ, ਮੈਂ ਨਹੀਂ ਗੱਲ ਕਰਨੀ। ਉੱਥੇ ਝਟਕ ਬੈਠੇ ਰਹੇ ਤੇ ਫਿਰ ਉਹਦੇ ਬਾਅਦ ਹੁਣ ਹੀ ਮੁਰਤਜ਼ਾ ਵਾਨ ਭਾਈ ਦੇ ਬਰਾੜ ਲਾਈ। ਨਹੀਂ ਆ ਚੌਧਰੀ ਸਾਹਿਬ ਦੀ ਮੈਂ ਗੁਫ਼ਤਗੂ ਮੈਂ ਵੀ ਸੁਣ ਰਿਹਾ ਥੱਲੇ ਬਹਿ ਕੇ, ਬੜਾ ਲੁਤਫ ਅੰਦੋਜ਼ ਹੋਇਆ ਮੈਂ ਸੁਣ ਕੇ। ਮੈਂ ਇੱਕ ਸਵਾਲ ਕਰਨਾ ਚਾਹਾਂਗਾ ਚੌਧਰੀ ਸਾਹਿਬ ਕੋਲੋਂ। ਚੌਧਰੀ ਸਾਹਿਬ ਜ਼ਰਾ ਸੁਣਦੇ ਪਏ ਤੇ ਜ਼ਰਾ ਜਵਾਬ ਦਿਓ, ਮਿਊਟ ਕੱਟ ਕੇ ਆਪਣਾ। ਚੌਧਰੀ ਸਾਹਿਬ ਉਹ ਕਿਹੜੀ ਐਸੀ ਚੀਜ਼ ਸੀਗੀ ਕਿ ਜਿਹੜੀ ਕਿ ਤੁਹਾਨੂੰ ਮਿਰਜ਼ਾਈਅਤ ਵੱਲ ਲੈ ਕੇ ਟੁਰੀ? ਕੋਈ ਲਜਨਾ ਸ਼ਜਨਾ ਪ੍ਰੋਗਰਾਮ ਸੀਗਾ ਜਾਂ ਕੋਈ ਹੋਰ? ਉਹ ਮੈਂ ਕਨਾਡਾ ਨਹੀਂ, ਇੱਕ औरत ही बहुत खूबसूरत अरबपति उस आख्या मैं एक तो घर देसा एक गड्डी देसा BMW ते मैं ना जेड़ा अरब डॉलर ना बिजनेस ही सारा तोंडा ई गल मां टुरी कदानत नी तरफ, लेकिन सर्चिंग तो बाद मैं बस तौबा मार महीना हर शहर थे रह वही नहीं। पहले मैं इतना बड़ा विरसे ना मालिक हाँ, कला वारिस हाँ, ठीक की करे सा मैं और इतनी जायदाद हूँ, पैसे मैं आख दफा करो। ठीक है, उसने हुसन मां मिर्ज़ैयत पढ़ने से मजबूर किया, उस औरत ने हुसन। बहुत खूबसूरत। अल्लामा साहब तबीयत वगैरह फ्रेश ही ना अपनी? ਅਲਹਮਦੁਲਿਲਾ ਮਾਸ਼ਾਅੱਲਾ, ਅੱਲਾਹ ਤੁਹਾਡੀ ਸਿਹਤਮੰਦੀ ਰੱਖੇ। ਤੇ ਵੇਖੋ ਮੈਨੂੰ ਨਾ ਇੱਕ ਯਾਦ ਬੜੀ ਆਉਂਦੀ ਗੱਲ, ਤੁਸੀਂ ਜਦੋਂ ਸੁਣਾਉਂਦੇ ਹੋ ਨਾ ਕਿ ਇੱਕ ਦਫਾ ਕਿਸੇ ਮਰਜ਼ਈ ਨੇ ਸਾਹਲ ਕਾਲੋ ਦੇ ਸਾਹਮਣੇ ਮੌਲਾਨਾ ਮਟਾਲਵੀ ਦੇ ਹਿਸਾਬ ਨਾਲ ਗੱਲ ਕੀਤੀ ਤੇ ਇਹਨੇ ਮਿਰਜ਼ੇ ਦੀ ਇਬਾਰਤ ਚੁੱਕ ਕੇ ਮਾਰੀ ਕਿ ਉਹ ਤੇ ਜਾਣਦੇ ਹੀ ਕੋਈ ਨਹੀਂ ਸਨ। ਤੁਹਾਨੂੰ ਬੜਾ ਉਸ ਗੱਲ ਦਾ ਮਜ਼ਾ ਆਉਂਦਾ ਸੀ। ਤੁਹਾਨੂੰ ਪਤਾ ਤੁਹਾਡੀ ਇੱਕ ਗੱਲ ਦਾ ਮੈਨੂੰ ਬੜਾ ਮਜ਼ਾ ਆਉਂਦਾ, ਜਿਹੜੀ ਤੁਸੀਂ ਉਹ ਕਾਦੀਆਨ ਗਏ ਮੌਲਾਨਾ ਸਨਾਉੱਲਾਹ ਅੰਮ੍ਰਿਤਸਰੀ ਪੇਸ਼ਗੋਈਆਂ ਦੀ ਪੜਤਾਲ ਕਰਨ ਵਾਸਤੇ ਤਾਂ ਗੱਭਾ ਮਾਰ ਲਿਆ, ਉਹ ਜਿਹੜੇ ਤੁਸੀਂ ਸੁਣਾਉਂਦੇ ਹੋ ਨਾ ਆਪਣੇ ਅੰਦਾਜ਼ ਵਿੱਚ, ਕਿਤੇ ਉਹ ਸੁਣਾ ਦਿਓ, ਚੱਸ ਬੜੀ ਹੈ। ਹਾਂਜੀ ਉਹ ਅਸਲ ਦੇ ਵਿੱਚ ਮਿਰਜ਼ਾ ਕਾਦੀਆਨੀ ਨੇ ਕਿਤਾਬ ਲਿਖੀ ਹੈ, ਇੱਕ ਸੈਕਿੰਡ, ਕਿਤਾਬ ਲਿਖੀ ਹੈ ਇਜਾਜ਼ੇ ਅਹਿਮਦੀ। ਉਹਦੇ ਚ ਮਿਰਜ਼ਾ ਕਾਦੀਆਨੀ ਨੇ ਅਸਲ ਦੇ ਵਿੱਚ ਤੇ ਕਸੀਦਾ ਲਿਖਿਆ ਤੇ ਉਹਦੇ ਚ ਮਾਤਮ ਕੀਤਾ, ਰੋਇਆ, ਚੀਕਾਂ ਮਾਰੀਆਂ ਨੇ ਕਿ ਮੌਲਾਨਾ ਸਨਾਉੱਲਾਹ ਅੰਮ੍ਰਿਤਸਰੀ ਨਾਲ ਮੁਨਾਜ਼ਰਾ ਸੀ। ਮੇਰੇ ਦੋ ਮੁਰੀਦ ਸਨ, ਉਹਨਾਂ ਦਾ ਇੱਕ ਸਰਵਰ ਸ਼ਾਹ ਸੀ ਤੇ ਦੂਜਾ ਇੱਕ ਹੋਰ ਨਾਲ ਟੋਰਿਆ ਸੀ। ਮੁੱਧ ਪਿੰਡ ਹੈ, ਮੁੱਧ ਪਿੰਡ ਦਾ ਨਾਂ ਹੈ ਮੁੱਧ। ਚੌਧਰੀ ਸਾਹਿਬ ਜ਼ਰਾ ਮਿਊਟ ਕਰ ਲੋਗੇ ਇੱਕ ਮਿੰਟ, ਹੁਣ ਜ਼ਰਾ ਤੁਹਾਡੇ ਕੋਲ ਸ਼ੋਰ ਨਾ ਆਵੇ। ਅੰਮ੍ਰਿਤਸਰ ਦੇ ਨਾਲ ਇੱਕ ਨਿੱਕਾ ਜਿਹਾ ਪਿੰਡ ਸੀ ਮੁੱਧ, ਉੱਥੇ ਹੋਇਆ ਮੁਨਾਜ਼ਰਾ ਤੇ ਉੱਥੇ ਮੌਲਾਨਾ ਸਨਾਉੱਲਾਹ ਅੰਮ੍ਰਿਤਸਰੀ ਨੇ ਸਾਰਾ ਪਿੰਡ ਜਿਹੜਾ ਨਾ ਉਹ ਸਿੱਧਾ ਕਰ ਛੜਿਆ, ਕਿਉਂਕਿ ਉਹ ਮਿਰਜ਼ਾਈ ਜਿਹੜੇ ਸਨ ਨਾ ਸਰਵਰ ਸ਼ਾਹ ਤੇ ਦੂਜਾ ਤੀਜਾ, ਉਹਨਾਂ ਨੇ ਇੰਝ ਹੀ ਕੋਈ ਇਲਜ਼ਾਮੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤੇ ਮੌਲਾਨਾ ਸਨਾਉੱਲਾਹ ਅੰਮ੍ਰਿਤਸਰੀ ਨੇ ਫਿਰ ਛੱਕੇ ਛਡਾ ਦਿੱਤੇ ਉਹਨਾਂ ਦੇ ਮਿਰਜ਼ਾਈਆਂ ਦੇ ਕਿ ਤੁਸੀਂ ਇੱਥੇ ਬਕਵਾਸ ਕਰਦੇ ਹੋ, ਕਹਿੰਦੇ ਹੋ ਵੀ ਨਬੀਆਂ ਦੇ ਉੱਤੇ ਇਲਜ਼ਾਮ ਦਿੰਦੇ ਹੋ ਇਸ ਝੂਠੇ ਮਦਈਏ ਨਬੂਵਤ ਦਾ। ਇਹ ਕਹਿੰਦਾ ਹੈ ਵੀ ਮੇਰੇ ਦਾਅਵੇ ਦੀ ਸੱਚਾਈ ਔਰ ਕਿਜ਼ਬ ਦਾ ਮਿਆਰ ਮੇਰੀਆਂ ਪੇਸ਼ਗੋਈਆਂ ਨੇ, ਤੇ ਸੋਚ ਇੱਕ ਪੇਸ਼ਗੋਈ ਵੀ ਝੂਠੀ ਨਿਕਲੇ ਤੇ ਮੈਂ ਝੂਠਾ ਵਾਂ। ਇਹਦੀਆਂ ਸਾਰੀਆਂ ਪੇਸ਼ਗੋਈਆਂ ਝੂਠੀਆਂ ਨੇ, ਇਹਦੀ ਤੇ ਇੱਕ ਵੀ ਪੇਸ਼ਗੋਈ ਸੱਚੀ ਨਹੀਂ ਹੈ। ਸਾਰੀਆਂ ਦੀਆਂ ਸਾਰੀਆਂ ਮੁਹੰਮਦੀ ਬੇਗਮ ਨੇ ਕਹਿੰਦਾ ਸੀ ਵਿਆਹ ਹੋ ਜਾਏਗਾ, ਨਹੀਂ ਹੋਇਆ। ਸੁਲਤਾਨ ਬੇਗ ਕਹਿੰਦਾ ਸੀ 2.5 ਸਾਲਾਂ 'ਚ ਮਾਰ ਜਾਏਗਾ, ਨਹੀਂ ਮਰਿਆ। ਅਬਦੁੱਲਾ ਆਤਮ ਕਹਿੰਦਾ ਸੀ 93 'ਚ ਨੇ 15 ਮਹੀਨੇ ਦੀ ਪੇਸ਼ਗੋਈ ਕੀਤੀ, ਉਹ ਵੀ ਝੂਠੀ ਨਿਕਲੀ। ਮੁਸਲਿਮ ਮਊਦ ਵਾਲੀ ਕੀਤੀ, ਉਹ ਵੀ ਝੂਠੀ ਨਿਕਲੀ। ਸਾਰੀਆਂ ਗੱਲਾਂ ਦੀਆਂ ਝੂਠੀਆਂ ਨਿਕਲੀਆਂ, ਕੋਈ ਇੱਕ ਵੀ ਤੇ ਇਹਦੀ ਸੱਚੀ ਨਹੀਂ ਨਿਕਲੀ ਹੈ। ਮੌਲਾਨਾ ਰਫੀਕ ਦਲਾਵਰੀ ਨੇ ਲਿਖੀ ਹੈ ਕਿਤਾਬ ਅੰਮ੍ਰਿਤਸਰੀ ਜਿਸ ਵੇਲੇ ਗਰਜਦੇ ਸਨ ਮੁੱਧ ਪਿੰਡ ਵਿੱਚ, ਤੇ ਇਹ ਸਹਿਮੇ ਬੈਠੇ ਸਨ ਦੋਏ ਤਰਾਵੇ ਮਿਰਜ਼ਾਈ ਗੁੱਠੇ ਲੱਗ ਕੇ, ਤੇ ਜਿਹੜਾ ਮੁੱਧ ਪਿੰਡ ਹੈ ਨਾ ਉਹਦੇ ਚ ਗੂੰਜ ਮੌਲਾਨਾ ਸਨਾਉੱਲਾਹ ਅੰਮ੍ਰਿਤਸਰੀ ਦੀ ਇੰਝ ਬਾਜ਼ ਗਸ਼ਤ ਸੁਣਾਈ ਦੇ ਰਹੀ ਸੀ ਕਿ ਦਰੋ ਦੀਵਾਰ ਵੀ ਹਿਲਾ ਕੇ ਰੱਖ ਦਿੱਤੇ। ਉਹਨਾਂ ਆ ਕੇ ਸੁਣਾਇਆ ਮਿਰਜ਼ਾਈਆਂ ਦੋਵਾਂ ਨੇ, ਸਰਵਰ ਸ਼ਾਹ ਨੇ ਤੇ ਦੂਜੇ ਨੇ, ਵੀ ਸਾਨੂੰ ਬੜਾ ਪਿੰਜਿਆ ਮੌਲਾਨਾ ਸਨਾਉੱਲਾਹ ਅੰਮ੍ਰਿਤਸਰੀ ਨੇ। ਤੇ ਉੱਥੇ ਉਹਨਾਂ ਨੇ ਆਖਿਆ ਜੀ ਤੁਹਾਡੀਆਂ ਸਾਰੀਆਂ ਪੇਸ਼ਗੋਈਆਂ ਝੂਠੀਆਂ ਨਿਕਲੀਆਂ ਨੇ। ਇਸ ਗੱਲ ਨੂੰ ਬਿਆਨ ਕੀਤਾ ਮਿਰਜ਼ਾ ਕਾਦੀਆਨੀ ਨੇ ਇਜਾਜ਼ੇ ਅਹਿਮਦੀ, ਤੇ ਬੜਾ ਵੈਣ ਕਰ ਕਰਕੇ ਰੋਇਆ ਤੇ ਕਹਿੰਦਾ ਬਈ ਉਹ ਮੌਲਵੀ ਸਨਾਉੱਲਾਹ ਅੰਮ੍ਰਿਤਸਰੀ कहता है कि मेरी सारी पेशगोइयां झूठी निकली हैं। ਤੇ ਕਹਿੰਦਾ ਆਵੇ ਸਹੀ
ਕਾਦੀਆਨ ਆਵੇ ਤੇ ਆ ਕੇ ਮੇਰੀਆਂ ਪੇਸ਼ਗੋਈਆਂ ਦੀ ਪੜਤਾਲ ਕਰ ਲਵੇ ਤੇ ਮੈਂ ਇੱਕ ਪੇਸ਼ਗੋਈ ਦੇ ਬਦਲੇ 100 ਰੁਪਇਆ ਦੇਵਾਂਗਾ ਤੇ 150 ਪੇਸ਼ਗੋਈ ਮੈਂ ਲਿਖ ਛੜੀ ਨਜ਼ੂਲੁਲ ਮਸੀਹ ਚ ਤੇ 100 ਰੁਪਇਆ ਇੱਕ ਪੇਸ਼ਗੋਈ ਦਾ ਮਤਲਬ ਹੈ ਕਿ 150 ਪੇਸ਼ਗੋਈ ਦਾ 15,000 ਰੁਪਇਆ ਬਣ ਜਾਏਗਾ ਤੇ ਐਵੇਂ ਦਰ ਦੀ ਖਾਕ ਛਾਣਨ ਨਾਲੋਂ ਤੇ ਵਾਜ਼ ਤੇ ਕਫਨ ਦੇ ਪੈਸਿਆਂ ਤੇ ਦਾ ਗੁਜ਼ਾਰਾ ਹੈ ਮੌਲਵੀ ਸਨਾਉਲਾ ਦਾ ਤੇ ਆਵੇ ਮੇਰੇ ਨਾਲ ਇੱਥੇ ਆ ਕੇ ਕਾਦੀਆਂ ਆ ਕੇ ਪੇਸ਼ਗੋਈਆਂ ਦੀ ਪੜਤਾਲ ਕਰੇ ਜਿੰਨੀਆਂ ਪੇਸ਼ਗੋਈਆਂ ਦੀ ਪੜਤਾਲ ਕਰੇਗਾ ਜਿੰਨੀਆਂ ਝੂਠੀਆਂ ਨਿਕਲੀਆਂ ਮੈਂ ਇੱਕ ਪੇਸ਼ਗੋਈ ਦਾ 100 ਰੁਪਇਆ ਦਿਆਂਗਾ 150 ਪੇਸ਼ਗੋਈ ਜੇ 150 ਆਂਦਾ ਸਾਰੀਆਂ ਝੂਠੀਆਂ ਨੇ ਤੇ ਮੇਰੇ ਕੋਲ 15,000 ਰੁਪਇਆ ਲਵੇ ਆ ਕੇ ਰਮਜ਼ਾਨ ਦਾ ਮਹੀਨਾ ਸੀ ਜਦੋਂ ਇਹ ਕਿਤਾਬ ਛਪੀ ਹੈ ਨਾ 1902 ਵਿੱਚ ਇਜਾਜ਼ੇ ਅਹਿਮਦੀ ਤੇ ਰਮਜ਼ਾਨ ਦੇ ਵਿੱਚ ਹੀ ਉਹ ਕਿਤਾਬ ਮਿਲ ਗਈ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੂੰ ਤੇ ਉਹਨਾਂ ਨੇ ਆਖਿਆ ਵੀ ਹੁਣ ਰਮਜ਼ਾਨ ਗੁਜ਼ਰ ਜੇ ਅੱਲਾ ਦੀਆਂ ਰਹਿਮਤਾਂ ਤੇ ਬਰਕਤਾਂ ਦਾ ਮਹੀਨਾ ਹੈ ਤੇ ਇਹਦੀ ਮੰਜੀ ਠੋਕ ਲੈਣੇ ਇਹਦਾ ਬੰਦੋਬਸਤ ਕਰ ਲੈਣੇ 1 ਮਿੰਟ ਰੋਜ਼ੇ ਗੁਜ਼ਰ ਲੈਣ ਦੋ ਉਹ ਜਦੋਂ ਮੈਨੂੰ ਉਹਨਾਂ ਕੀਤਾ ਨਾ ਦੁਬਈ ਨਹੀਂ ਹੁੰਦੇ ਆਪਣਾ ਕੀ ਨਾਂ ਉਹਨਾਂ ਦਾ ਯਾਰ ਭਾਈ ਹੋਰੀ ਨਾ ਹੀ ਭੁੱਲ ਗਿਆ ਸਾਡੇ ਗੁਲਿਆਣੇ ਦੇ ਨੇ ਉਹਨਾਂ ਮੈਨੂੰ ਮੈਸੇਜ ਕੀਤਾ ਵੀ ਇੱਕ ਮੁਰੱਬੀ ਹੈ ਤੇ ਉਹ ਇਸਰਾਈਲ ਦਾ ਮੁਰੱਬੀ ਹੈ ਤੇ ਉਹਦੇ ਨਾਲ ਤੁਹਾਡੀ ਗੱਲ ਕਰਾਣੀ ਤੇ ਮੈਂ ਕਿਹਾ ਰੋਜ਼ੇ ਲੰਘ ਲੈਣ ਦੋ ਰੋਜ਼ਿਆਂ 'ਚ ਗੱਲ ਨਹੀਂ ਕਰੀ ਤੀ ਰੋਜ਼ੇ ਲੰਘ ਲੈਣ ਦੋ ਯਾਦ ਜੇ ਇਸਰਾਈਲੀ ਮੁਰੱਬੀ ਸ਼ਮਸੁਦੀਨ ਤੇ ਮੈਂ ਕਿਹਾ ਰੋਜ਼ੇ ਲੰਘ ਲੈਣ ਦੋ ਤੇ ਇਨਸ਼ਾਅੱਲਾ ਮੁਰੱਬੀ ਨਹੀਂ ਦਿਸਣ ਲੱਗਾ ਇੱਥੇ WhatsApp ਗਰੁੱਪ ਵਿੱਚ ਇਸੇ ਤਰ੍ਹਾਂ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੇ ਆਖਿਆ ਵੀ ਇੱਕ ਵਾਰੀ ਰੋਜ਼ੇ ਲੰਘ ਲੈਣ ਦੋ ਤੇ ਮੈਂ ਇਹਦੀ ਮੰਜੀ ਠੋਕ ਲੈਣਾ ਇਦੋਂ ਦੂਜਾ ਦਿਨ ਹੋਇਆ ਤੇ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਇੱਕ ਪੁਲਿਸ ਵਾਲੇ ਨੂੰ ਨਾਲ ਲੈ ਕੇ ਇੱਕ ਮੌਲਾਨਾ ਇੱਕ ਸਦੀਕ ਸਾਹਿਬ ਸਨ ਉਹਨਾਂ ਨਾਲ ਲਿਆ ਇੱਕ ਹੈ ਜਿਹੜੇ ਪ੍ਰੋਫੈਸਰ ਸਾਜਿਦ ਮੀਰ ਜਿਹੜੇ ਪਿਛਲੇ ਸਾਲ ਫੌਤ ਹੋਏ ਨੇ ਇਹਨਾਂ ਦੇ ਦਾਦਾ ਜੀ ਸਨ ਮੀਰ ਇਬਰਾਹਿਮ ਸਿਆਲਕੋਟੀ ਇਹਨਾਂ ਨੂੰ 3 ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਨੇ ਸ਼ਹਾਦਤੁਲ ਕੁਰਾਨ ਲਿਖੀ ਹੈ ਹਾਂਜੀ ਮਾਸ਼ਾਅੱਲਾ ਇਹ ਲੈ ਕੇ 3-4 ਬੰਦੇ ਤੇ ਉਹ ਉੱਥੇ ਕਾਦੀਆਂ ਨੱਪੜ ਗਏ ਕਾਦੀਆਂ ਜਾ ਕੇ ਤੇ ਉੱਥੇ ਇੱਕ ਮੰਦਿਰ ਹੈ ਹਿੰਦੂਆਂ ਦਾ ਆਰੀਆਂ ਦਾ ਉਹਦੇ ਬਾਹਰ ਦਰਵਾਜ਼ੇ ਦੇ ਅੱਗੇ ਖਲੋ ਕੇ ਨਾ ਤੇ ਗਲੀ ਦੇ ਵਿੱਚ ਇਹਨਾਂ ਨੇ ਰੁੱਕਾ ਲਿਖ ਕੇ ਤੇ ਸਦੀਕ ਨੂੰ ਟੋਰਿਆ ਵੀ ਲੈ ਵੀ ਜਾ ਕੇ ਨਾ ਅੰਦਰ ਰੁੱਕਾ ਦੇ ਮਿਰਜ਼ਾ ਕਾਦੀਆਨੀ ਨੂੰ ਤੇ ਉਹਨੂੰ ਆਖ ਵੀ ਬਾਹਰ ਮੈਂ ਆ ਗਿਆ ਵਾਂ ਤੇ ਪੇਸ਼ਗੋਈਆਂ ਦੀ ਤੇਰੀ ਪੜਤਾਲ ਕਰਨ ਮੈਂ ਆਇਆ ਵਾਂ ਤੇ ਨਿਕਲ ਬਾਹਰ ਕੜੀਏ ਤੇਰੀਆਂ ਪੇਸ਼ਗੋਈਆਂ ਦੀ ਪੜਤਾਲ ਹੁਣ ਉਹ ਸਦੀਕ ਨਾਂ ਹੈ ਤੇ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਆਂਦੇ ਨੇ ਵੀ ਨਾਂ ਵੀ ਸਦੀਕ ਹੈ ਤੇ ਗੱਲ ਵੀ ਸੱਚੀ ਹੈ ਗੱਲ ਵੀ ਸੁਣਾ ਚ ਸੱਚਾ ਹੈ ਸਦੀਕ ਸਾਹਿਬ ਰੁੱਕਾ ਲੈ ਕੇ ਗਏ ਤੇ ਮਿਊਟ ਕਰਿਓ ਸ਼ੋਰ ਬੜਾ ਆਉਂਦਾ ਤੁਹਾਡੇ ਉਹ ਰੁੱਕਾ ਲੈ ਕੇ ਗਏ ਅੱਲਾ ਉਹਨਾਂ ਦੀ ਮਗਫਰਤ ਕਰੇ ਤੇ ਮਿਰਜ਼ਾ ਕਾਦੀਆਨੀ ਦਾ ਮਰੀਦ ਆਂਦਾ ਹਜ਼ਰਤ ਸਾਹਿਬ ਇਹ ਬਾਹਰ ਮੌਲਵੀ ਸਨਾਉਲਾ ਅੰਮ੍ਰਿਤਸਰੀ ਆਇਆ ਤੁਹਾਡੀਆਂ ਪੇਸ਼ਗੋਈਆਂ ਦੀ ਪੜਤਾਲ ਕਰਨ ਵਾਸਤੇ ਤੇ ਮਿਰਜ਼ਾ ਸਾਹਿਬ ਕਹਿੰਦੇ ਨੇ ਆਣ ਦੋ ਆਉਂਦੇ ਰਹਿੰਦੇ ਨੇ ਬੰਦੇ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਆਣ ਦੋ ਜਿਹੜਾ ਆ ਰਿਹਾ ਜਰਾ ਜਾ ਰਿਹਾ ਜਾਣ ਦੋ ਉਹਨਾਂ ਆਖਿਆ ਹਜ਼ਰਤ ਸਾਹਿਬ ਉਹਨਾਂ ਬੰਦਾ ਟੋਰਿਆ ਤੇ ਰੁੱਕਾ ਲੈ ਕੇ ਬੰਦਾ ਤੁਹਾਡੇ ਮੂੰਹ ਦੇ ਅੱਗੇ ਖਲੋਤੇ ਹੈ ਇਹ ਰੁੱਕਾ ਪੜੋ ਤੇ ਇਹਦਾ ਜਵਾਬ ਦਿਓ ਰੁੱਕਾ ਲੈ ਕੇ ਤੇ ਮਿਰਜ਼ਾ ਕਾਦੀਆਨੀ ਅੰਦਰ ਟੁਰ ਗਿਆ ਘਰ ਦੇ ਤੇ ਉਹ ਰੁੱਕੇ ਸਨ 2 ਤੇ ਇੱਕ ਦੇ ਉੱਤੇ ਤੇ ਦਸਖਤ ਕਰਕੇ ਵਾਪਸ ਟੁਰਨਾ ਸੀ ਨਾ ਦੋਏ ਰੁੱਕੇ ਉਹਦੇ ਕੋਲ ਲੈ ਕੇ ਨਾ ਤੇ ਉਹਨੂੰ ਘਰਾਕੀ ਵੇਖ ਕੇ ਤੇ ਅੰਦਰ ਟੁਰ ਗਿਆ ਸਦੀਕ ਸਾਹਿਬ ਨੇ ਜਾ ਕੇ ਦੱਸਿਆ ਉਹਨਾਂ ਆਖਿਆ ਵੀ ਰੁੱਕਾ ਲੈ ਕੇ ਟੁਰ ਗਿਆ ਕੋਈ ਜਵਾਬ ਨਹੀਂ ਸੀ ਦਿੱਤਾ ਚਲੋ ਰਾਤ ਪੈ ਗਈ ਸਵੇਰੇ ਦੀ ਨਮਾਜ਼ ਤੇ ਕਹਿੰਦਾ ਆਇਆ ਮਿਰਜ਼ਾ ਕਾਦੀਆਨੀ ਬਾਹਰ ਤੇ ਉਹਨੇ ਆਖਿਆ ਬਈ ਮੌਲਵੀ ਸਨਾਉਲਾ ਅੰਮ੍ਰਿਤਸਰੀ ਨੇ ਰੁੱਕਾ ਟੋਰਿਆ ਸਮਝ ਨਹੀਂ ਆਈ 2 ਰੁੱਕੇ ਕਾਹਨੂੰ ਟੋਰੇ ਸੂ ਐਨੀ ਨਹੀਂ ਪਤਾ ਜਿਹੜਾ ਬੰਦਾ 2 ਰੁੱਕੇ ਟੋਰਦਾ ਉਹ ਇਸ ਗੱਲੇ ਟੋਰਦਾ ਵੀ ਇੱਕ ਰੁੱਕੇ ਤੇ ਦਸਖਤ ਕਰਕੇ ਵਾਪਸ ਦੇ ਦੇ ਇੱਕ ਤੂੰ ਪੜ੍ਹ ਕੇ ਤੇ ਉਹਦਾ ਜਵਾਬ ਦੇ ਦੇ ਅੱਛਾ ਕਹਿੰਦਾ ਲੋ ਜੀ ਮੈਂ ਜਵਾਬ ਲਿਖਾਣ ਲਗਾ ਲਿਖੋ ਜਵਾਬ ਉਹਨ ਜਵਾਬ ਦਿੱਤਾ ਲੰਮਾ ਚੌੜਾ ਕੋਈ 1.5 ਮੀਟਰ ਲੰਮਾ ਜਵਾਬ ਦੇ ਕੇ ਟੁਰਿਆ ਕਿ ਬਈ ਗੱਲ ਇਹ ਹੈ ਕਿ ਤੁਸੀਂ ਪੇਸ਼ਗੋਈਆਂ ਦੀ ਪੜਤਾਲ ਵਾਸਤੇ ਤੇ ਮੈਂ ਤੇ ਮਨਾਜ਼ਰੇ ਕਰਨ ਤੋਂ ਤੋਬਾ ਕਰ ਛੜੀ ਏ ਤੇ ਮੈਂ ਤੇ ਮਨਾਜ਼ਰੇ ਨਹੀਂ ਕਰਨੇ ਹੁਣ ਇੰਜ ਦਾ ਇਹ ਉਹਦਾ ਮਫਹੂਮ ਹੈ ਰੁੱਕੇ ਦਾ ਵਾਵਾ ਲੰਮਾ ਜਿਹਾ ਰੁੱਕਾ ਲਿਖਿਆ ਤੇ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੂੰ ਜਿਸ ਵੇ ਰੁੱਕਾ ਉਹ ਲੈ ਕੇ ਗਿਆ ਦੁਬਾਰਾ ਆ ਕੇ ਬੰਦਾ ਤੇ ਉਹਨੇ ਕਿਹਾ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਫਿਰ ਰੁੱਕਾ ਲਿਖਿਆ ਉਹਨੇ ਆਖਿਆ ਮਿਰਜ਼ਾ ਸਾਹਿਬ ਮੈਂ ਕੋਈ ਮਨਾਜ਼ਰਾ ਨਹੀਂ ਕਰਨ ਆਇਆ ਨਾ ਕੋਈ ਤੁਹਾਡੇ ਨਾਲ ਮਨਾਜ਼ਰਾ ਹੈ ਜਿਹੜੀ ਗੱਲ ਹੈ ਉਹ ਐਨੀ ਤੁਸੀਂ ਜੋ ਆਖਿਆ ਇਜਾਜ਼ੇ ਅਹਿਮਦੀ ਚ ਲਿਖਿਆ नहीं जो किताब च कि अन करीब मौलवी सनाउल्लाह अमृतसरी के हवाले से मेरे 3 निशान जाहिर होंगे
ਪਹਿਲਾ ਨਿਸ਼ਾਨ ਤੁਸੀਂ ਇਹ ਵਹਾਇਆ ਲੋਕਾਂ ਨੂੰ, ਇਹ ਮੌਜਜ਼ਾ ਤੁਹਾਡਾ कि मौलवी सनाउल्लाह अमृतसरी मेरी पेशगोई की पड़ताल के लिए कादियान कभी नहीं आएंगे। ते मैं आ गया, मौजज़ा तुहाडा पूरा हो गया, झूठे साबित हो गए हो। हुण तुसीं पेशगोई की पड़ताल करवानी है, मनाजरा मनुजरा नहीं है। तुसीं बंदे इकट्ठे करो तो मैं तालब इलम की सीयत नाल छड़ा सवाल ही करांगा बई तुहाडा जिहड़ा पेशगोई है मोहम्मदी बेगम वाली या अब्दुल्ला आतम वाली या मुस्लिम मऊद वाली या सुल्तान बेग वाली किन झूठियां निकलियां ने, की इन्हां दे विच मसला की? ਤੇ ਮੈਂ ਕੁਝ ਨਹੀਂ ਤੁਹਾਨੂੰ ਆਂਦਾ, ਤੁਸੀਂ ਮੈਂ ਤਾਲਬ ਇਲਮ ਬਣ ਕੇ ਸਵਾਲ ਕਰਾਂਗਾ। ਹੁਣ ਮਿਰਜ਼ਾ ਕਾਦੀਆਨੀ ਉੱਕਾ ਹੀ ਲਾਜਵਾਬ ਹੋ ਗਿਆ ਤੇ ਮਿਰਜ਼ਾ ਕਾਦੀਆਨੀ ਉੱਥੇ ਕਚੀਚੀਆਂ ਵੱਟੇ ਤੇ ਆਖੇ ਵੀ ਉਹਨੂੰ ਆਖ ਟੁਰ ਜਾ ਇੱਥੋਂ, ਨਿਕਲ ਜਾ ਨਿਕਲ ਜਾ ਨਿਕਲ ਜਾ, ਇੱਥੇ ਕੋਈ ਨਹੀਂ ਮੈਂ ਪੇਸ਼ ਕੋਈ ਨਹੀਂ ਪੜਤਾ। ਅਮਰ ਭਾਈ ਇਸ ਗੱਲ ਨੂੰ ਲੁਤਫ ਲੈਂਦੇ ਮਿਰਜ਼ਾ ਕਚੀਚੀਆਂ ਵੱਟੇ ਤੇ ਆਖੇ ਉਹਨੂੰ ਗੱਲ ਸਦੀਕ ਵਾਲੀ ਗੱਲ ਪੂਰੀ ਸੁਣਾਓ ਕਿ ਮੂੰਹ ਵਿੱਚ ਜੱਗ ਵੀ ਵਗਦੀ ਸੀ। ਦੱਸਣਾ ਮੈਂ ਤੇ ਉਹਨੂੰ ਆਖ ਲਾਨਤ ਲੈ ਕੇ ਨਿਕਲ ਜਾ ਇੱਥੋਂ, ਕਾਦੀਆਂ ਚ ਦਫਾ ਹੋ ਜਾ, ਨਿਕਲ ਜਾ ਤੂੰ। ਆਂਦਾ ਤੇ ਤਾਂ ਸੀ ਵੀ ਇਹ ਮਰੀਦ ਸਾਹਮਣੇ ਬੈਠੇ ਨੇ ਤੇ ਮੈਂ ਇਹਨਾਂ ਨੂੰ ਲਿਖ ਕੇ ਦਿੱਤੇ ਹੈ ਕਿ ਇਹ ਮੇਰਾ ਨਿਸ਼ਾਨ ਹੈ, ਇਹ ਮੇਰਾ ਮੌਜਜ਼ਾ ਹੈ ਕਿ ਮੌਲਵੀ ਸਨਾਉल्लाह अमृतसरी ਮੇਰੀ ਪੇਸ਼ਗੋਈ ਦੀ ਪੜਤਾਲ ਵਾਸਤੇ ਕਾਦੀਆਂ ਨਹੀਂ ਆਵਣ ਲਗਾ। ਉਹ ਆ ਗਿਆ, ਇਹਨਾਂ ਮਰੀਦਾਂ ਨੂੰ ਮੈਂ ਕੀ ਮੂੰਹ ਵਹਾਵਾਂ? ਸੋੜਾ ਤੇ ਇਸ ਗੱਲ ਤੋਂ ਪੈਂਦਾ ਸੀ ਨਾ। ਤੇ ਗਾਲਾਂ ਕੱਢੇ ਤੇ ਆਖੇ ਉਹਨੂੰ ਆਖ ਲਾਨਤ ਲੈ ਕੇ ਨਿਕਲ ਜਾ ਤੂੰ, ਦਫਾ ਹੋ ਜਾ, ਨਿਕਲ ਜਾ, ਲਾਨਤ ਲੈ ਕੇ ਤੂੰ ਕਾਦੀਆਂ ਚੋਂ ਨਿਕਲ ਜਾ ਤੂੰ। ਤੇ ਫਿਰ ਰੁੱਕਾ ਲਿਖ ਕੇ ਟੋਰਿਆ ਤੇ ਮੌਲਾਨਾ ਸਨਾਉल्लाह अमृतसरी ਨੂੰ ਕਹਿੰਦਾ ਆ ਕੇ ਸਦੀਕ ਜਾਨ ਭਾਈ ਮੌਲਾਨਾ ਗੱਲ ਹੈ ਵੇ ਜਿਹੜੀ ਅੰਦਰ ਦੀ ਕੈਫੀਅਤ ਹੈ ਨਾ, ਮੈਂ ਤੇ ਅੰਦਰੋਂ ਹੋ ਕੇ ਆਇਆ ਨਾ, ਅੰਦਰ ਦੀ ਕੈਫੀਅਤ ਉਹ ਬਿਆਨ ਕਰਨ ਤੋਂ ਜ਼ਿਆਦਾ ਵੇਖਣ ਨਾਲ ਦਿਲਚਸਪੀ ਰੱਖਦੀ ਹੈ। ਤੁਸੀਂ ਕਹਿੰਦੇ ਹੋ ਵੀ ਅੰਦਰ ਦੀ ਕੈਫੀਅਤ ਬਿਆਨ ਕਰ, ਉਹ ਬਿਆਨ ਕਰਨ ਤੋਂ ਜ਼ਿਆਦਾ ਵੇਖਣ ਨਾਲ ਉਹਦਾ ਤਾਲੁਕ ਹੈ। ਜੇ ਤੁਸੀਂ ਕਦੇ ਅੱਖਾਂ ਨਾਲ ਵੇਖੋ ਨਾ ਅੰਦਰ ਕੀ ਹੋ ਰਿਹਾ ਹੈ ਤੇ ਤੁਸੀਂ ਲੋਟ ਪੋਟ ਹੋ ਜਾਓ। ਇੱਥੇ ਅੰਦਰ ਇਹ ਹੋ ਰਿਹਾ ਹੈ ਕਿ ਮਿਰਜ਼ਾ ਸਾਹਿਬ ਦੇ ਮੂੰਹ 'ਚ ਝੱਗ ਛੁੱਟੀ ਸੀ ਤੇ ਦੁਆਲੇ ਉਹਨਾਂ ਦੇ ਮਰੀਦ 8-10 ਬੈਠੇ ਸਨ ਤੇ ਮਿਰਜ਼ਾ ਸਾਹਿਬ ਤੁਹਾਨੂੰ ਗਾਲਾਂ ਕੱਢ ਰਹੇ ਸਨ ਤੇ ਕਹਿ ਰਹੇ ਸਨ ਉਹਨੂੰ ਕਹਿ ਦਫਾ ਹੋ ਜਾ, ਉਹਨੂੰ ਕਹਿ ਨਿਕਲ ਜਾ ਕਾਦੀਆਂ ਚੋਂ, ਲਾਨਤ ਲੈ ਕੇ ਨਿਕਲ ਜਾ, ਚਲਾ ਜਾ ਤੂੰ, ਮੈਂ ਨਹੀਂ ਤੇਰੇ ਨਾਲ ਮਨਾਜ਼ਰਾ ਕਰਨਾ, ਮੈਂ ਨਹੀਂ ਤੇਰੇ ਨਾਲ ਮਨਾਜ਼ਰਾ ਕਰਨਾ। ਇੱਕ ਵਾਰੀ ਆਵਾਜ਼ ਉਤਾਂ ਜਾਂਦੀ ਹੈ ਤੇ ਇੱਕ ਵਾਰੀ ਥੱਲੇ, ਜਿਸ ਤਰ੍ਹਾਂ ਹੁਣ ਨਹੀਂ ਮੇਰੀ ਗਈ। ਇੰਜ ਮਿਰਜ਼ਾ ਸਾਹਿਬ ਦੇ ਇਹ ਗੱਲ ਮੂੰਹ ਚੋਂ ਕੋਈ ਨਿਕਲਦੀ ਨਹੀਂ ਪਈ ਤੇ ਕੋਈ ਸੁਰਤ ਨਹੀਂ ਉਹਨਾਂ ਨੂੰ। ਫਿਰ ਵੀ ਮੌਲਾਨਾ ਸਨਾਉल्लाह अमृतसरी ਨਾਮ ਨੇ, ਮੌਲਾਨਾ ਸਨਾਉल्लाह अमृतसरी ਨੇ ਆਖਿਆ ਇੱਕ ਵਾਰੀ ਹੋਰ ਜਾ, ਇੱਕ ਵਾਰੀ ਫਿਰ ਤੀਜੀ ਵਾਰੀ ਜਾ, ਉਹਨੂੰ ਆਖ ਵੀ ਗੱਲ ਸੁਣ, ਤੂੰ ਆਨਾ ਹੈ ਕਿ ਮੈਂ ਸਿਰਫ ਤਾਲਬ ਇਲਮ ਹਰ ਸਵਾਲ ਕਰਾਂ ਤੇ ਸਵਾਲ ਵੀ ਲਿਖ ਕੇ ਕਰਾਂ ਤੇ ਸਵਾਲ ਵੀ 1 ਸਤਰ ਜਾਂ 2 ਸਤਰ ਦਾ ਮੈਂ ਸਵਾਲ ਕਰਾਂ। ਉਹਨੂੰ ਆਖ ਮੈਨੂੰ ਇਹ ਵੀ ਸ਼ਰਤ ਮਨਜ਼ੂਰ ਹੈ, ਮੈਨੂੰ ਇਹ ਵੀ ਸ਼ਰਤ ਮਨਜ਼ੂਰ ਹੈ। ਫਰਕ ਸਿਰਫ ਇੰਨਾ ਹੈ ਕਿ ਉਹ ਜਿਹੜੇ 2 ਸਤਰ ਨੇ ਨਾ, ਉਹ ਲਿਖਣ ਦੀ ਬਜਾਏ ਮੈਂ ਬੋਲ ਕੇ ਸੁਣਾਉਂਦਾ ਲੋਕਾਂ ਨੂੰ। ਸਿਰਫ ਉਹ 2 ਸਤਰ ਜਿਹੜਾ ਤੂੰ ਕਹਿੰਦਾ ਲਿਖ ਕੇ ਇਤਰਾਜ਼ ਕਰਨਾ ਹੈ, ਮੈਂ ਕਰਾਂਗਾ 2 ਸਤਰਾਂ ਦਾ ਇਤਰਾਜ਼, ਪਰ ਕਰਾਂਗਾ ਖਲੋ ਕੇ ਮਜਮੇ ਦੇ ਵਿੱਚ, ਉੱਠ ਕੇ ਖਲੋ ਕੇ। ਤੁਸੀਂ ਅੰਦਾਜ਼ਾ ਲਾਓ, ਤੁਸੀਂ ਗੌਰ ਕਰੋ ਕਿ ਮਿਰਜ਼ਾ ਕਾਦੀਆਨੀ ਕਿੱਡਾ ਝੂਠਾ ਆਦਮੀ ਸੀ ਕਿ ਅਗਰ ਇੱਕ ਬੰਦਾ ਸਾਹਮਣੇ ਖਲੋ ਕੇ ਉਹਦੇ 2 ਸਤਰਾਂ ਉਹਦੀ ਗੱਲ ਚੋਂ ਬਿਆਨ ਕਰ ਦੇਵੇ ਨਾ, ਉਹਦਾ ਸਾਰਾ ਝੂਠ ਉੱਥੇ ਫੜਿਆ ਜਾਂਦਾ ਹੈ। ਉਸ ਬੰਦੇ ਨੇ ਆਖਿਆ ਮੈਂ 2 ਸਤਰ ਦਾ ਇਤਰਾਜ਼ ਕਰਾਂਗਾ, ਲੰਮਾ ਇਤਰਾਜ਼ ਨਹੀਂ ਕਰਾਂਗਾ, ਲੇਕਿਨ ਮੈਂ ਲਿਖ ਕੇ ਨਹੀਂ ਕਰਾਂਗਾ, ਬੋਲ ਕੇ ਕਰਾਂਗਾ। ਅਮਰ ਭਾਈ ਬੰਦਾ ਵੀ ਤਾਂ ਅਬੂ ਲਫਾਜ਼ ਹੋਣਾ ਚਾਹੀਦਾ, ਬੰਦਾ ਵੀ ਤਾਂ ਅਬੂ ਲਫਾਜ਼ ਹੋਣਾ ਚਾਹੀਦਾ ਨਾ। ਗੱਲਾਂ 2 ਸਤਰਾਂ ਪੜ੍ਹਨੇ ਦੀ, ਗੱਲਾਂ ਅਬੂ ਵਫਾ ਦੀਆਂ 2 ਸਤਰਾਂ ਪੜ੍ਹਨੀ ਦੀਆਂ ਸੀ। ਹਾਂ ਗੱਲ ਹੈ ਵੇ, ਉਹ ਬਿਆਨ ਕਰਨ ਵਾਲਾ ਬੰਦਾ ਇੰਜ ਦਾ ਹੋਣਾ। ਬਿਆਨ ਵੀ ਆਪਣਾ ਆਪਣਾ ਅੰਦਾਜ਼ ਹੁੰਦਾ ਹੈ। ਉਹਨਾਂ ਦਾ ਅੰਦਾਜ਼ੇ ਬਿਆਨ ਵੀ ਐਸਾ ਸੀ ਕਿ ਪਿਸ਼ਾਵਰ ਤੋਂ ਲੈ ਕੇ ਕਲਕੱਤੇ ਤੱਕ ਪੂਰੇ ਹਿੰਦੁਸਤਾਨ 'ਚ ਉਹਨਾਂ ਨੂੰ ਬੁਲਾਉਂਦੇ ਸੀ। ਮਰਜ਼ਾਈਅਤ ਦੇ ਰੱਦ ਵਾਸਤੇ ਜਦੋਂ ਉਹਨਾਂ ਨੂੰ ਆਵਾਜ਼ ਮਾਰਦੇ ਸੀ, ਆਉਂਦੇ ਸੀ ਮੌਲਾਨਾ ਸਿਕੰਦਰਾਬਾਦ। ਰੌਲਾ ਪੈ ਗਿਆ ਉੱਥੇ ਕਿ ਮਰਜ਼ਾਈ ਸੀ, ਉਹਦਾ ਨਾਂ ਸੀ ਸੇਠ ਅਲਾਦੀਨ, ਉਹਦਾ ਮੁੰਡਾ ਸੀ ਅਬਦੁੱਲਾ, ਉਹ ਮਰਜ਼ਾਈ ਹੋ ਗਿਆ। ਤੇ ਉਹਨਾਂ ਨੇ ਆਖਿਆ ਵੀ ਅਮੀਰ ਇਹ ਬੰਦਾ ਤੇ ਮਰਜ਼ਾਈ ਹੋ ਗਿਆ ਤੇ ਇਹ ਲੋਕਾਂ ਨੂੰ ਗਰੀਬਾਂ ਨੂੰ ਵਰਗਲਾਉਂਦਾ, ਪੈਸੇ ਦਿੰਦਾ ਤੇ ਤੁਸੀਂ ਤਸ਼ਰੀਫ ਲੈ ਆਵੋ। ਮੌਲਾਨਾ ਸਨਾਉल्लाह अमृतसरी ਗਏ ਸਿਕੰਦਰਾਬਾਦ, ਉੱਥੇ ਜਾ ਕੇ ਮਿਰਜ਼ਾ ਕਾਦੀਆਨੀ ਦਾ ਉੱਥੇ ਵੀ ਮੁਨਾਜ਼ਰਾ। ਇਹਨਾਂ ਨੇ ਆਖਿਆ ਬੁਲਾਓ, ਤੁਸੀਂ ਆਪਣੇ ਮਰਬੀ ਬੁਲਾ ਲਓ। ਉਹਨੂੰ ਸੇਠ ਦੇ ਮੁੰਡੇ ਨੂੰ ਆਖਿਆ ਵੀ ਤੂੰ ਇੰਜ ਕਰ, ਤੈਨੂੰ ਤੇ ਗੱਲ ਦਾ ਪਤਾ ਕੋਈ ਨਹੀਂ, ਤੂੰ ਤਾਂ ਮਰਜ਼ਾਈ ਹੋ ਗਿਆ ਹੈ,
ਪਰ ਤੂੰ ਜਿਨ੍ਹਾਂ ਆਲਮਾਂ ਦੇ ਪਿੱਛੇ ਲੱਗ ਕੇ ਆਇਆ ਕੋਈ ਆਪਣਾ ਆਲਮੇ ਦੀਨ ਬੁਲਾ। ਉਹਨੇ ਵੀ ਤਾਰ ਘੱਲੀ ਉੱਥੋਂ ਸੇਠ ਅਲਾਦੀਨ ਦੇ ਮੁੰਡੇ ਨੇ ਕਾਦੀਆਨ ਕਿ ਜਨਾਬ ਰਲੋ, ਕੋਈ ਬੰਦਾ ਟੋਰੋ ਤਗੜਾ ਗੱਡ ਫਸ ਗਈ ਤੇ ਤਗੜੇ ਜਣੇ ਨੂੰ ਆਵਾਜ਼ ਮਾਰਨੀ ਪੈ ਗਈ। ਇਹਨਾਂ ਇੱਥੇ ਸ਼ੇਖ ਅਬਦੁਰਰਹਿਮਾਨ ਮਿਸਰੀ ਨੂੰ ਟੋਰਿਆ ਤੇ ਮੇਰਾ ਖਿਆਲ ਹੈ ਦੂਜਾ ਇਹ ਹੀ ਸੀ, ਸਰਵਰ ਸ਼ਾਹ ਸੀ ਜਾਂ ਕੁਝ, 2 ਬੰਦੇ ਨੇ ਇੱਥੋਂ ਟੋਰੇ ਕਾਦੀਆਂ ਤੋਂ, ਲੈ ਵੀ ਜਾ ਮਨਾਜ਼ਰਾ ਕਰਕੇ। ਉੱਥੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਉੱਥੇ ਵੀ ਮੁਹੰਮਦੀ ਬੇਗਮ ਦੀ ਪੇਸ਼ਗੋਈ ਰੱਖ ਕੇ ਉਹਨਾਂ ਦੇ ਅੱਗੇ ਤੇ ਉਹ ਜੰਜ ਚਾੜੀ ਮਰਜ਼ਾਈਆਂ ਦੀ ਕਿ ਪੂਰਾ ਸਿਕੰਦਰਾਬਾਦ ਜਿਹੜਾ ਉਹ ਹਿੱਲ ਗਿਆ। ਉਹਨਾਂ ਆਖਿਆ ਇਹ ਮਦਈਏ ਨਬੂਵਤ ਹੈ, ਇਹ ਆਂਦਾ ਮੈਂ ਜ਼ਨਾਨੀ ਨਾਲ ਵਿਆਹ ਕਰਨਾ ਤੇ ਜ਼ਨਾਨੀ ਜਿਹੜੀ ਉਹ ਦੂਜੇ ਬੰਦੇ ਨਾਲ ਉਹਦੀ ਸ਼ਾਦੀ ਹੋ ਗਈ, ਉਹਦੇ ਬੱਚੇ ਨੇ, ਇਹ ਦਾਵਾ ਨਬੂਵਤ ਦਾ ਕਰਦਾ ਪਿਆ। ਇਹਨੇ ਉੱਥੇ ਸ਼ੇਖ ਅਬਦੁਰਰਹਿਮਾਨ ਮਿਸਰੀ ਨੇ ਉਹ ਰੁੱਕਾ ਪੇਸ਼ ਕੀਤਾ ਸੀ ਸਿਕੰਦਰਾਬਾਦ, ਜਿਹੜਾ 1912 ਦਾ ਸੁਲਤਾਨ ਬੇਗ ਦੇ ਹੱਥ ਦਾ ਕਹਿੰਦਾ ਸੀ ਕਿ ਉਹਦੇ ਹੱਥ ਦਾ ਲਿਖਿਆ, ਹਾਲਾਂਕਿ ਲਿਖਿਆ ਨਹੀਂ ਉਹਦੇ ਹੱਥ ਦਾ, ਕਹਿੰਦਾ ਸੀ ਕਿ ਸੁਲਤਾਨ ਬੇਗ ਦੇ ਹੱਥ ਦਾ ਰੁੱਕਾ ਹੈ। ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਉੱਥੇ ਆਖਿਆ ਸਿਕੰਦਰਾਬਾਦ ਵੀ ਮੈਂ ਗੱਲ ਮੁਹੰਮਦੀ ਬੇਗਮ ਦੀ ਪੇਸ਼ਗੋਈ ਦੀ ਕਰਨਾ ਪਿਆ ਤੇ ਤੁਸੀਂ 1912 ਦਾ ਜਿਹੜਾ ਰੁੱਕਾ ਪੇ ਪੇਸ਼ ਕਰਦੇ ਹੋ, ਪਹਿਲੀ ਤੇ ਗੱਲ ਹੈ ਕਿ ਇਸ ਰੁੱਕੇ ਦਾ ਇਹ ਵੀ ਨਹੀਂ ਪਤਾ ਕਿ ਇਹ ਸੁਲਤਾਨ ਬੇਗ ਦਾ ਹੈ ਕਿ ਨਹੀਂ। ਦੂਜੀ ਗੱਲ ਇਹ ਹੈ ਕਿ ਜੇ ਰੁੱਕਾ ਉਹਦਾ ਹੋਵੇ ਵੀ, ਸੁਲਤਾਨ ਬੇਗ ਦਾ ਰੁੱਕਾ ਹੋਵੇ ਵੀ, ਤੇ ਇਹਦਾ ਮੁਹੰਮਦੀ ਬੇਗਮ ਦੀ ਪੇਸ਼ਗੋਈ ਨਾਲ ਕੀ ਲੈਣ ਦੇਣ ਹੈ? ਮੁਹੰਮਦੀ ਬੇਗਮ ਦੀ ਪੇਸ਼ਗੋਈ ਤੇ 1892 ਤੇ ਅਪ੍ਰੈਲ ਚ ਵਿਆਹ ਹੋਇਆ ਤੇ ਅਕਤੂਬਰ ਚ ਆ ਕੇ 1894 ਚ ਪੂਰੀ ਹੋ ਗਈ ਹੈ ਪੇਸ਼ਗੋਈ। ਉਹਦੇ 2.5 ਸਾਲ ਜਿਹੜੇ ਨੇ ਉਹ ਪੂਰੇ ਹੋ ਗਏ ਨੇ ਤੇ ਉਹ ਪੇਸ਼ਗੋਈ ਝੂਠੀ ਨਿਕਲੀ ਹੈ। ਨਾ ਉਹਦਾ ਜਣਾ ਮਰਿਆ, ਨਾ ਮੁਹੰਮਦੀ ਬੇਗਮ ਤੁਹਾਡੇ ਨਿਕਾਹ ਚ ਅੱਜ ਤਾਈਂ ਆਈ। ਇਹ ਹੁਣ ਜਿਹੜਾ ਰੁੱਕਾ ਤੁਸੀਂ ਹੱਥ ਨਾਲ ਲਿਖ ਕੇ ਲੈਣ ਦਾ ਤੁਸੀਂ ਆਂਦੇ ਉਹਨੇ ਲਿਖਿਆ, ਇਹਦਾ ਤਾਂ ਮੁਹੰਮਦੀ ਬੇਗਮ ਦੀ ਪੇਸ਼ਗੋਈ ਨੂੰ ਕੋਈ ਲੈਣ ਦੇਣ ਨਹੀਂ। ਲੇਕਿਨ ਸਿਕੰਦਰਾਬਾਦ ਤੋਂ ਜਿਸੇ ਵਾਪਸ ਆਏ ਮੌਲਾਨਾ ਸਨਾਉਲ ਅੰਮ੍ਰਿਤਸਰੀ ਤੇ ਉਹਨਾਂ ਨੇ ਬੰਦਾ ਘੱਲਿਆ ਪੱਟੀ, ਇਹ ਕਸੂਰ ਦੇ ਨਾਲ ਪੱਟੀ ਲਾਹੌਰ ਦੇ ਪਰਲੇ ਪਾਸੇ। ਤੇ ਉਹਨਾਂ ਸੁਲਤਾਨ ਬੇਗ ਕੋਲ ਬੰਦਾ ਭੇਜਿਆ ਤੇ ਉਹਨਾਂ ਆਖਿਆ ਬਈ ਸਿਕੰਦਰਾਬਾਦ ਇਹ ਸ਼ੇਖ ਅਬਦੁਰਰਹਿਮਾਨ ਮਿਸਰੀ ਗਿਆ ਸੀ, ਉਹਨੇ एक तहरीर पेश की है जिदे च लिखे है कि मैं मिर्जा साहब का बड़ा अदब करता हूँ, एहतराम करता हूँ, उनकी जिंदगी में मुलाकात नहीं हो सकी। उन्हें आख्या मैं हो जा कोई रुका नहीं लिखिया है। मौलाना सनाउल अमृतसरी ने दोबारा वो बंदे नूं आख्या भी उन्होंने आख भी यह जबानी कलामी गल ना करो, सानू तुसी अपनी तरफों लिख के दिओ कि यह तहरीर तुहाडी नहीं, ये रुका तुहाडा नहीं। फिर सुल्तान बेग ने लिख के दिता कि मेरी ऐसी कोई तहरीर नहीं, मैं किसी बंदे दी ऐस मिर्जा कादियानी दी कदे किसी तहरीर नाल, ना जुबान नाल, ना कौल नाल, ना तहरीर नाल कदे भी दी तस्दीक नहीं की। मैं अपने माँ बाप दे उसे दीन ते कायम हां जिहदे ते पहले सी, ते मैं इहनूं हमेशा पहले भी जिस तरह मैं 94 च भी तुहानूं दस्सिया सी कि मैं इहनूं झूठा समझना, अज भी झूठा ही समझना। ए मौलाना सनाउल अमृतसरी ने अपने रसाला अहल दी अमृतसर विच छाप के बयान सुल्तान बेग दा इनाम रखिया। चौधरी साहब मैं जा रहा हूँ, अल्लाह हाफिज़ है, बहुत मुलाकात, अल्लाह ਲਾਮਾ ਸਾਹਿਬ ਤਵੀਲ ਵੀ ਦੱਸੋ ਕਿ ਨਾਲ ਹੀ ਜਿਹੜੀ ਲਾਮਾ ਸਾਹਿਬ ਨੇ ਕਿਹਾ, ਮੌਲਾਨਾ ਨੇ ਕਿਹਾ ਕਿ ਮਰਜ਼ਈ ਉਹ ਦੱਸੋ ਤੇ ਕਹੋ ਤੇ ਤਵੀਲ ਦਿਆਂ ਤੁਹਾਨੂੰ। हाँ मैं करन लगा गल। वो जदों रुका मौलाना सनाउल अमृतसरी को पहुंचा ਉਹਦਾ सुल्तान बेग दा कि मैं कोई ਇਹੋ ਜਿਹੀ तहरीर नहीं ਦਿੱਤੀ लिख के, ਤੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਆਖਿਆ ਆਪਣੇ ਰਸਾਲਾ ਅਹਿਲ ਦੀ ਅੰਮ੍ਰਿਤਸਰ ਚ ਵੀ ਇਹ 4 ਬੰਦੇ ਨੇ ਪੱਟੀ ਦੇ, ਇੱਕ ਮਿਸਤਰੀ ਹੈ ਉਹਦਾ ਨਾਂ ਫਜ਼ਲਦੀਨ ਹੈ, ਇੱਕ ਇਮਾਮ ਮਸਜਿਦ ਹੈ ਇਮਾਮ ਦੀਨ, ਉਹਦਾ ਨਾਂ ਮੁਹੰਮਦੀਨ ਹੈ, ਇਸ ਤਰ੍ਹਾਂ ਕੋਈ 4 ਬੰਦੇ ਨੇ, ਇਹ ਉਹਨਾਂ ਦੇ ਦਸਖਤ ਹੋਏ ਨੇ, ਇਹ ਉਹਨਾਂ 4 ਬੰਦਿਆਂ ਦੇ ਨਾਂ ਨੇ, ਇਹ ਉੱਥੇ ਦੇ ਗਵਾਹ ਨੇ, ਇਹ ਗਵਾਹ ਨੇ ਜਿਨ੍ਹਾਂ ਦੇ ਸਾਹਮਣੇ ਸੁਲਤਾਨ ਬੇਗ ਨੇ ਇਹ ਰੁੱਕਾ ਲਿਖ ਕੇ ਦਸਖਤ ਕਰਕੇ ਦਿੱਤਾ ਹੈ। ਉਦੋਂ ਇਹ ਫੋਟੋ ਸਟੇਟ ਮਸ਼ੀਨਾਂ ਨਹੀਂ ਸੀ ਹੁੰਦੀਆਂ, ਸਕੈਨ ਨਹੀਂ ਸੀ ਹੁੰਦਾ, ਨਹੀਂ ਤੇ ਸਕੈਨ ਕਰਕੇ ਲਾ ਦਿੰਦੇ। ਉਹਨਾਂ ਕਿਹਾ ਇਹ ਰੁੱਕਾ ਮੇਰੇ ਕੋਲ ਜਿਹੜਾ ਆਇਆ ਹੈ, ਜਿਹੜਾ ਬਿਆਨ ਸੁਲਤਾਨ ਬੇਗ ਨੇ ਲਿਖ ਕੇ ਸਾਨੂੰ ਦਿੱਤਾ ਹੈ, ਇਹ 4 ਗਵਾਹਾਂ ਦੇ ਦਸਖਤ ਨੇ ਉਹਦੇ ਉੱਤੇ ਤੇ ਪੱਟੀ ਦੇ ਨੇ 4 ਬੰਦੇ, 4 ਗਵਾਹ ਉਹਦੇ ਪਿੰਡ ਦੇ ਨੇ। ਤੇ ਤੁਸੀਂ ਜਾ ਕੇ ਉਹਦੇ ਪਿੰਡੋਂ ਤਸਦੀਕ ਕਰ ਲਓ ਕਿ ਸੁਲਤਾਨ ਬੇਗ ਨੇ ਕਦੇ ਵੀ ਮਿਰਜ਼ਾ ਕਾਦੀਆਨੀ ਨੂੰ ਸੱਚਾ ਨਹੀਂ ਕਿਹਾ ਤੇ ਨਾ ਉਹਨੇ ਕਦੇ ਇਸ ਪੇਸ਼ਗੋਈ ਦੀ ਤਸਦੀਕ ਕੀਤੀ ਹੈ ਤੇ ਨਾ ਉਹਨੇ ਇਹ ਰੁੱਕਾ ਲਿਖ ਕੇ ਦਿੱਤਾ, ਕੋਈ ਤਹਿਰੀਰ ਇਹੋ ਜਿਹੀ ਲਿਖ ਕੇ ਦਿੱਤੀ ਹੈ। ਇਹ 3 ਗੱਲਾਂ ਦੀ ਉੱਥੋਂ ਤਸਦੀਕ ਕਰ ਲਓ ਸੁਲਤਾਨ ਬੇਗ ਦੇ ਪਿੰਡੋਂ ਜਾ ਕੇ। ਤੇ ਜੇ ਗੱਲ ਝੂਠੀ ਨਿਕਲੇ ਤੇ ਜਿਹੜਾ ਮੈਂ ਤੁਹਾਡੇ ਕੋਲੋਂ 300 ਰੁਪਇਆ ਜੁੱਤਿਆ ਨਾ ਲੁਧਿਆਣੇ ਮੁਨਸ਼ੀ ਕਾਸਮ ਕੋਲੋਂ,
ਜਿਹੜਾ ਜੁੱਤੀਆਂ ਘਸੀਟਦਾ ਵਾਪਸ ਜਾ ਰਿਹਾ ਸੀ ਤੇ ਆਂਦਾ ਸੀ ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ। ਜਦੋਂ ਲੁਧਿਆਣੇ ਚੋਂ ਨਿਕਲਿਆ ਨਾ ਸਵੇਰੇ ਸਵੇਰੇ, ਤੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਆਂਦੇ ਨੇ ਅਸਾਂ ਵੇਖਿਆ ਪੈਰ ਉਹਨਾਂ ਕੋਲ ਚੁੱਕਣ ਨਹੀਂ ਸੀ ਹੁੰਦੇ ਪਏ ਨਾ ਮਰਜ਼ਾਈਆਂ ਕੋਲੋਂ, ਲੱਤਾਂ ਤਰੁੰਦੇ ਜਾਂਦੇ ਸੀ ਪਏ। ਤੇ ਮੁਨਸ਼ੀ ਬਚਨ ਸਿੰਘ ਨੇ ਜਿਸ ਵੇਲੇ ਸਾਨੂੰ ਲਿਖ ਕੇ ਦਿੱਤਾ ਆਪਣਾ ਫੈਸਲਾ ਵੀ ਤੇ ਪੈਸੇ ਵੀ ਦਿੱਤੇ 300 ਰੁਪਇਆ, ਤੇ ਇਹਨਾਂ ਉਹਦਾ ਸੁਣਨਾ ਵੀ ਗਵਾਰਾ ਨਹੀਂ ਕੀਤਾ। ਇਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਠੀਕ ਹੈ ਤੁਸੀਂ ਦੇ ਦਿਓ, ਉਹਨਾਂ ਦੇ ਹੱਕ 'ਚ ਫੈਸਲਾ ਦੇਣਾ, ਲਿਖ ਕੇ ਦੇ ਦਿਓ, ਅਸੀਂ ਇਹ ਲੱਗ ਜਾ। ਕਹਿੰਦੇ ਨੇ ਅਸੀਂ ਵੇਖਿਆ ਪਿੱਛੋਂ ਲੱਤਾਂ ਤਰੁੰਦੇ ਜਾਂਦੇ ਸੀ ਪਏ ਤੇ ਆਂਦੇ ਸੀ ਪਏ ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ, ਬਹੁਤ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਵੀ ਕਮ ਨਿਕਲੇ। ਉਹ ਜਿਹੜਾ ਨਾ 300 ਰੁਪਇਆ ਜਿਹੜਾ ਲੁਧਿਆਣੇ 'ਚ ਮੁਨਸ਼ੀ ਕਾਸਮ ਕੋਲ ਲਿਆ ਸੀ, ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਆਖਿਆ ਕਿ ਉਹ 300 ਰੁਪਇਆ ਮੈਂ ਤੁਹਾਨੂੰ ਵਾਪਸ ਦੇ ਦਿਆਂਗਾ ਅਗਰ ਇਹ ਜਿਹੜੇ 4 ਗਵਾਹ ਨੇ ਇਹਨਾਂ 'ਚ ਕੋਈ ਗਵਾਹ ਮੁਕਰ ਜੇ ਜਾਂ ਸੁਲਤਾਨ ਬੇਗ ਆਖੇ ਕਿ ਇਹ ਤਹਿਰੀਰ ਮੇਰੀ ਨਹੀਂ। ਜਾਓ ਪੱਟੀ ਜਾ ਕੇ ਪਤਾ ਕਰ ਲਓ, ਤਸਦੀਕ ਕਰ ਲਓ। ਫਬੋਹਿਤਲ ਲਜ਼ੀ ਕਫਰ, ਕੁਰਾਨ ਕਹਿੰਦਾ ਨਾ ਕਿ ਕਾਫਰ ਮਿਰਜ਼ਾਈ ਸਾਰੇ ਹੱਕੇ ਬੱਕੇ ਰਹਿ ਗਏ। ਕਿਸੇ ਮਿਰਜ਼ਾਈ ਨੇ ਚੂੰ ਚਰਾਂ ਨਹੀਂ ਕੀਤੀ, ਉੱਚਾ ਸਾਹ ਨਹੀਂ ਲਿਆ ਕਿਸੇ ਮਿਰਜ਼ਾਈ ਨੇ। ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਆਖਿਆ ਗੱਲ ਸੁਣੋ, ਜਾ ਕੇ ਤਸਦੀਕ ਕਰ ਲਓ ਤੇ ਆ ਕੇ ਮੇਰੇ ਕੋਲੋਂ 300 ਰੁਪਇਆ ਨਾਮ ਵਾਪਸ ਲੈ ਲਿਓ। ਜੇ ਉਹ ਸੁਲਤਾਨ ਬੇਗ ਗੱਲ ਤੋਂ ਫਿਰੇ ਤੇ ਜਾਂ ਗਵਾਹ ਆਖਣ ਕਿ ਸਾਡੇ ਸਾਹਮਣੇ ਗੱਲ ਨਹੀਂ ਹੋਈ। ਪਰ ਇੱਕ ਗੱਲ ਹੈ, ਜੇ ਨਾ ਕੰਮ ਹੋਵੇ ਤੇ ਮੈਂ ਤੁਹਾਨੂੰ ਜਵਾਬ ਦੱਸ ਸਕਦਾ, ਤੁਸੀਂ ਕੀ ਜਵਾਬ ਦਿਓ। ਤੁਸੀਂ ਆਖੋ ਸੁਲਤਾਨ ਬੇਗ ਦਿਲ 'ਚ ਮਰ ਗਏ ਹੈ, ਜਿਸ ਤਰ੍ਹਾਂ ਤੁਸੀਂ ਅਬਦੁੱਲਾ ਆਤਮ ਦੇ ਬਾਰੇ ਨਹੀਂ ਆਖਿਆ ਸੀ, ਤੁਸੀਂ ਆਖੋ ਦਿਲ ਮੈਂ ਮਰ ਗਿਆ ਥਾ, ਬਸ ਇਹ ਤੁਹਾਡਾ ਜਵਾਬ ਹੈ। ਔਰ ਤੁਹਾਡੇ ਪੱਲੇ ਕੱਖ ਨਹੀਂ ਹੈ, ਇਸ ਮਿਰਜ਼ਾਈਏ ਦੇ ਪੱਲੇ ਕੱਖ ਨਹੀਂ ਹੈ। ਇਹੋ ਹੀ ਲਿਖੇ ਮੌਲਾਨਾ सनाउल अमृतसरी ने अल्फाज के मिर्जाइयों कह दो कि सुल्तान बेग वैसे तो जिंदा है लेकिन दिल में फोत हो गया हुआ, इसका दिल मर चुका है। ऐ कह दो बेशर्मो ते बेगैर तो जिस कौम नू इन्ना झूठा साबित किया गया होवे, इस तरह फड़ फड़ के झूठ उन्हां दे मूंह दे उत्ते लिप दिता गया होवे, उहदे बावजूद अगर वो कौम उस राह ते चलना चाहती है, उस कुफर ते मरना चाहती है, तो उहदा इक्को इलाज है कि तुसीं उन्हां नूं लहदा कर दिओ मुस्लिम उम्मत तो, उन्हां दे उत्ते फतवा दे दिओ कि वे दायरा इस्लाम तो खारिज ने। हाँ जी बिल्कुल है ही लिखिया है। वो अब्दुल्ला आथम दे बारे भी जदों मिर्जा कादियानी ने आख्या कि वो दिल च डर गया सी ते हुण वो आंदा मैं नहीं डरिया ते ये आंदा वो दिल च डरे है, ते फिर इहदा की इलाज हो सकदा है। इसे तरह मौलाना सनाउल अमृतसरी ने आख्या बई वो जिस वेले बेशर्मा दी डैश डैश ते अक जामा वन ना ते वो आंदे ने बई छावे बवां दे ਤੁਹਾਡਾ ਹਿਸਾਬ ਇਹ ਹੋ ਚੁੱਕਿਆ ਹੈ। ਤੁਸੀਂ ਇੰਨੇ ਕੁ ਬੇਸ਼ਰਮ ਤੇ ਬੇਗੈਰਤ ਹੋ ਚੁੱਕੇ ਹੋ ਕਿ ਤੁਸੀਂ ਹੁਣ ਇੱਥੋਂ ਤੱਕ ਗਿਰ ਗਏ ਹੋ। ਤੁਸੀਂ ਆਂਦੇ ਫਲਾਣਾ ਬੰਦਾ ਦਿਲ 'ਚ ਡਰਿਆ ਤੇ ਆਖੋ ਦਿਲ 'ਚ ਮਰ ਗਿਆ ਸੁਲਤਾਨ ਬੇਗ, ਉਹੀ ਤਾਂ ਜ਼ਿੰਦਾ ਹੈ ਲੇਕਿਨ ਇਹ ਦਿਲ 'ਚ ਮਰ ਗਿਆ। ਹੋਰ ਤੇ ਤੁਹਾਡੇ ਕੋਲ ਜਵਾਬ ਹੈ ਕੋ ਨਹੀਂ। ਜਿਹੜਾ ਤੁਸੀਂ ਉੱਥੇ ਰੁੱਕਾ ਪੇਸ਼ ਕੀਤਾ ਸੀ ਉਹ ਵੀ ਮੈਂ ਤੁਹਾਨੂੰ ਸਬੂਤ ਦੇ ਦਿੱਤਾ ਕਿ ਰੁੱਕਾ ਉਹਨੇ ਨਹੀਂ ਲਿਖ ਕੇ ਦਿੱਤਾ, ਤੁਸੀਂ ਝੂਠ ਬੋਲਿਆ ਸਿਕੰਦਰਾਬਾਦ ਜਾ ਕੇ, ਉਹਦਾ ਰੁੱਕਾ ਲਿਖਿਆ ਨਹੀਂ ਹੈ। ਇਹ ਉਹਦੇ ਗਵਾਹ ਨੇ, ਇਹ ਉਹਦੀ ਤਹਿਰੀਰ ਹੈ ਸਾਡੇ ਕੋਲ, ਇਹ ਉਹਦਾ ਬਿਆਨ ਹੈ, ਇਹ ਮੈਂ ਛਾਪ ਦਿੱਤਾ ਹੈ 1924 ਚ ਅਖਬਾਰ ਅਲ ਦੀ ਅੰਮ੍ਰਿਤਸਰ ਚ 1924 ਚ ਰੁੱਕਾ ਛਪਿਆ। ਤੇ ਉਹਨਾਂ ਆਖਿਆ ਵੀ ਇਹ ਉਹ ਗੱਲ ਜੇ, ਇਹਨਾਂ ਦੇ ਪੱਲੇ ਕੱਖ ਵੀ ਨਹੀਂ ਹੈ, ਝੂਠੋ ਝੂਠ ਚਿਤਾਲੀ ਹੈ। ਇਹਦੇ ਬਾਵਜੂਦ ਮਿਰਜ਼ਾਈ ਆਖਣ ਨਹੀਂ ਨਹੀਂ ਇਹ ਜਨਾਬ ਇਲਾਹੀ ਜਮਾਤ ਹੈ ਤੇ ਅਸੀਂ ਸੱਚੇ ਹਾਂ। ਖਸਮਾਂ ਨੂੰ ਖਾਓ, ਤੁਹਾਨੂੰ ਮੁਸਲਮਾਨਾਂ ਨੇ ਚੁੱਕ ਕੇ ਬਾਹਰ ਮਾਰਿਆ ਹੈ, ਹੁਣ ਤੁਸੀਂ ਸਾਰੀ ਜ਼ਿੰਦਗੀ ਰੋਂਦਿਆਂ ਤੇ ਕੁਰਲਾਉਂਦਿਆਂ ਇਹ ਜਿਹੜਾ ਵਹਿਣ ਇਹ ਕਰਦਿਆਂ ਜ਼ਿੰਦਗੀ ਗੁਜ਼ਾਰਨੀ ਹੈ। ਤੁਸੀਂ ਕਦੇ ਵੀ ਮੁਸਲਮਾਨਾਂ ਦਾ ਹਿੱਸਾ ਨਹੀਂ ਬਣ ਸਕਦੇ। ਕਿਉਂ? ਮੁਸਲਮਾਨਾਂ ਤੁਹਾਡੇ ਮੂੰਹ 'ਚ ਹੱਥ ਪਾ ਕੇ ਨੇ ਤੁਹਾਡੇ ਦੰਦ ਚੈੱਕ ਕਰ ਲਏ ਨੇ, ਅੰਗਲ ਪਾ ਕੇ ਤੁਹਾਡੇ ਮੂੰਹ 'ਚ ਤੇ ਚੈੱਕ ਕਰ ਲੈ ਤੁਹਾਡੇ ਮੂੰਹ 'ਚ ਕਿੰਨੇ ਕੁ ਦੰਦ ਨੇ। ਝੂਠੇ ਹੋ ਤੁਸੀਂ ਪਰਲੇ ਦਰਜੇ ਦੇ, ਉਹ ਵੀ ਝੂਠਾ ਸੀ ਤੇ ਐਨਜੀਓ ਲੋਕਾਂ ਨੂੰ ਮੁਤਮਿਨ ਕਰਦਾ ਸੀ, ਐਨਜੀਓ ਲੋਕਾਂ ਨੂੰ ਝੂਠ ਬੋਲ ਕੇ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਜ਼ਾਕੁਮੁੱਲਾ ਅਮਰ ਭਾਈ ਮਾਸ਼ਾਅੱਲਾ, ਇਹ ਜਿਹੜੀ ਚੀਜ਼ਾਂ ਨਾ ਸੁਣ ਕੇ ਕਸਮੇ ਇਮਾਨ ਤਾਜ਼ਾ ਹੋ ਜਾਂਦਾ ਤੇ ਇੱਕ ਦਫਾ ਦਿਲ ਵਿੱਚ ਜਿਹੜਾ ਜੋਸ਼ ਹੈ ਨਾ ਉਹ ਜੇ ਉਹਦੇ ਵਿੱਚ ਕੋਈ 2-4% ਘਟਿਆ ਹੋਏ ਨਾ ਤਾਂ ਉਹ ਫੇਰ ਵੱਧ ਜਾਂਦਾ। ਤੇ ਇੰਜ ਦੇ ਵਾਕਿਆ ਜਿਹੜੇ ਨਾ ਇਹ ਸਾਨੂੰ ਸੁਣਾਉਂਦੇ ਰਿਹਾ ਕਰੋ। ਅੱਲਾਹ ਤਾਲਾ ਜਜ਼ਾਏ ਖੈਰ ਤਾ ਫਰਮਾਏ ਤੇ ਅੱਲਾਹ ਤਾਲਾ ਤੁਹਾਨੂੰ ਸਿਹਤਮੰਦ ਰੱਖੇ। ਤੇ ਬਹੁਤ ਬਹੁਤ ਸ਼ੁਕਰੀਆ। ਮੇਰਾ ਹੁਣ ਕੱਲ ਵਾਲਾ ਟਾਈਮ ਹੋ ਗਿਆ, ਮੈਂ ਹੁਣ ਨਿਕਲਣਾ ਹੈ ਤੇ ਇਨਸ਼ਾਅੱਲਾ ਫੇਰ ਸਹੀ। ਜਜ਼ਾਕੱਲਾ ਜਜ਼ਾਕੱਲਾ, ਅੱਲਾਹ ਪਾਕ ਤੁਹਾਨੂੰ ਖੁਸ਼ੀਆਂ ਦੇ, ਦੀਨੋ ਦੁਨੀਆ ਦੀਆਂ ਭਲਾਈਆਂ ਦੇ, ਇੱਜ਼ਤ ਦੇ ਤੇ ਇਸ ਤਰ੍ਹਾਂ ਹੀ ਸਾਰੇ ਭਰਾ ਰਲ ਮਿਲ ਕੇ ਇਹਨਾਂ ਦੀ ਮੰਜੀ ਠੋਕਦੇ ਰਹੋ। ਫੋਕਸ ਹੀ ਆਦਤ ਰੱਖੋ, ਇਹਨਾਂ ਝੂਠੇ ਸਾਬਤ ਕਰਦੇ ਰਹੋ। ਜਿਹੜੇ ਬਾਹਰ ਬੰਦੇ ਬਹਿ ਕੇ ਸੁਣਦੇ ਨੇ ਉਹ ਸੁਣਦੇ ਨੇ। सरकारों भाई गालें जे ना जो उर्दू का एक शेर है कि गुफ्तगू का अंदाज बदल देता है बयान का रंग।
वरना कोई बात जमाने में नई बात नहीं होती। ये गल अमर भाई भी सुनाई है और बंदे भी सुनाउणगे, लेकिन जो मजा इन्हां दी ज़बान देंदी है ना वो हर बंदे दी गल च नहीं हुंदा है। ਸਰ ਤੁਸੀਂ ਆਪਣੀ ਗੱਲ ਦੀ ਵਜ਼ਾਹਤ ਕਰ ਰਹੇ ਹੋ। ਤੁਸੀਂ ਉਹ ਜਦੋਂ ਮੌਲਾਨਾ ਸਨਾਉਲ ਅੰਮ੍ਰਿਤਸਰ ਅਬੂ ਅਲਫਾਜ਼ ਸਨਾਉਲ ਅੰਮ੍ਰਿਤਸਰ ਦੀ ਜਿਹੜੀ ਗੱਲ ਤੁਸੀਂ ਕੀਤੀ ਸੀ ਨਾ ਕਿ ਇਹ ਨਾ ਵੇਖੋ ਕਿ ਉੱਥੇ 2 ਲਾਈਨਾਂ ਪੜ੍ਹਨੀਆਂ, ਇਹ ਵੇਖੋ ਕਿ ਪੜ੍ਹਨੀਆਂ ਕਿੰਨੇ ਨੇ। ਤੇ ਇਹ ਵਾਕਿਆ ਮੈਂ ਲਾਮਾ ਸਾਹਿਬ ਨੂੰ ਸਪੈਸ਼ਲ ਇਸ ਵਾਸਤੇ ਕਹਿਣਾ ਕਿ ਜਿੰਨਾ ਬਿਆਨ ਕਰਨਾ ਨਾ, ਬਿਆਨ ਕਰਨ ਵਾਲਾ ਬੰਦਾ ਕੌਣ ਹੈ ਇਹ ਵੇਖੋ। ਉਹ ਸਾਰੇ ਚੁੱਪ ਹੋ ਗਏ ਆ, ਮੈਨੂੰ ਆਵਾਜ਼ ਨਹੀਂ ਆ ਰਹੀ। अस्सलाम वालेकुम। वालेकुम सलाम। साल साहब तुसी भी मरज़ई नूं नसाया उस दिन बड़ा, वैसे ਉਧਰ ਮਜ਼ਾ ਆਇਆ ਹਜੇ, मजा आया, हकीकत है। ਮੈਨੂੰ ਸ਼ਰਮ ਦਵਾਈ ਹੈ। ਮੈਂ ਕਿਹਾ ਜੇ ਤੂੰ ਕਹਿੰਦਾ ਹੈ ਨਾ ਕਿ ਮੈਂ ਇੰਜ ਕਰਕੇ ਤੇ ਬੜਾ ਤੀਸਮਾਰ ਬਣ ਜਾਗਾ ਤਾਂ ਇੰਜ ਵੀ ਹੁੰਦਾ ਹੀ ਪੁੱਤਰ। हाँ नहीं नहीं वो मरज़ई कोई जवाब नहीं सी उसदे कोल, ना डिबेट करो। बिल्कुल बिल्कुल। मैं इंशाल्लाह घर पहुंच के ना, मैं निकलिया हूं दफ्तर, मैं इंशाल्लाह घर पहुंच के ज्वाइन करना। ओके ओके लो।